हर जी आए, हर जी आए, हर जी आए, हर जी आए। कालियां पीलियां वंगा ले लो वंगा भाई ਲੈਣੀਆਂ ਬੀਬੀ ਵੰਗਾ ਕਾਲੀਆਂ ਪੀਲੀਆਂ ਵੰਗਾ ਲੈ ਲੋ ਭਾਈ। ਤੂੰ ਸੂਟ ਲੈਣ ਨਹੀਂ ਜਾਣਾ? नहीं मैं नहीं जाना, मेरे कोल तो बथेरे पे है। तू चली ਉਹ जाई। ਚੂੜੀਆਂ ਵਾਲਾ ਭਾਈ। हाँ सच्ची चल चल ਆਪਾਂ ਲੈਨੇ ਆ। ਭਾਈ ਕਿਵੇਂ ਆਜੋ ਭੈਣਾ ਲਗਾਈਆਂ ਆਜੋ। ਚੂੜੀਆਂ? ਹਾਂਜੀ ਕਿਵੇਂ ਲਗਾਈਆਂ ਚੂੜੀਆਂ? ਚੂੜੀਆਂ ਪਹਿਲਾਂ ਪਸੰਦ ਤਾਂ ਕਰੋ। ਆਹ ਵਾਲੀ ਸਹੀ ਹੈ? ਕੋਈ ਵਧੀਆ ਜਿਹਾ ਦਿਖਾ ਨਾ ਭਾਈ। ਹਾਂਜੀ ਦਿਖਾਉਣਾ ਜੀ ਹੁਣੀ। ਆਹ ਪਾ ਕੇ ਵੇਖੋ ਪਹਿਲਾਂ, ਇਹ ਬਹੁਤ ਸੋਹਣੀਆਂ ਲੱਗਣਗੀਆਂ ਜੀ। ਭਾਈ ਮੈਨੂੰ ਤਾਂ ਇਹ ਵਾਲੀਆਂ ਬਲੂ ਦੇ ਦੇ। ਹਾਂਜੀ ਠੀਕ ਹੈ ਮੈਨੂੰ ਇਹ ਜੀ ਦੇ ਦਿਓ ਭਾਈ। ਜੀ। ਕੱਢ ਦੇ ਵਿੱਚੋਂ। ਮੈਂ ਤੇ ਆਪ ਹੀ ਕੱਢ ਲੀਆਂ। ਲੈ ਭਾਈ ਕਿੰਨੀਆਂ ਸੋਹਣੀਆਂ ਨਾ। ਸਹੀ ਹੈ ਨਾ? ਨਹੀਂ ਆਪਾਂ ਕਮਲ ਵਾਸਤੇ ਵੀ ਵੇਖੀਏ ਕੋਈ। ਹਾਂ ਉਹਦੇ ਵਾਸਤੇ ਨਾ? ਨਾ ਬਈ ਇਹਦੇ ਨਾਲ ਦੀਆਂ ਕੋਈ ਲਾਲ ਰੰਗ ਦੀਆਂ ਹੈਗੀਆਂ? ਜੀ ਜੀ ਜੀ। ਆਹ ਦੇਖੋ ਭੈਣਾ। ਆਹ ਦੇਖ ਸੋਹਣੀਆਂ ਹੈ ਨਾ। ਹਾਂ ਇਹ ਵਾਲੀਆਂ ਠੀਕ ਲੱਗਣਗੀਆਂ ਅੱਛੀ ਕਮਲ ਦੇ ਨਾ। ਉਹਦੇ ਜੱਚ ਵੀ ਜਾਣੀਆਂ। ਸਹੀ ਠੀਕ ਹੈ ਨਾ। ਚੱਲ ਭਾਈ ਆ ਲਾਲ ਵਾਲੀਆਂ ਦੇ ਦੇ। ਇਹ ਜੀ, ਕਰ ਜੀ। ਦੇ। ਤਿੰਨਾਂ ਦੀਆਂ ਸੇਮ ਹੋ ਜਾਣੀਆਂ ਸਹੀ ਨਾ। ਆ। ਆਹ ਦੇਖੋ। ਠੀਕ ਹੈ ਨਾ। ਪਾਣੀ ਤਾਂ ਮੰਗਾਉਣ ਦੀ ਬੁਰਕੀ ਗਲ 'ਚ ਫਸ ਗਈ। ਨਾ ਤੈਨੂੰ ਬੁਰਕੀ ਦੀ ਪਈ ਆ, ਮੇਰੇ ਗਲ 'ਚ ਲੱਡੂ ਫਸਿਆ ਪਿਆ। ਹੌਲੀ ਖਾ ਲਿਆ ਕਰ। ਤੂੰ ਹੌਲੀ ਖਾ ਲਿਆ ਕਰ। ਕਮਲ ਕੁੜੇ ਪਾਣੀ ਦੀ ਘੁੱਟ ਲਿਆ। ਤਾਂ ਨਹੀਂ ਕਿੱਥੇ ਭਰ ਗਈ, ਦਫਾ ਹੋਣੀ ਨਾ ਹੋਵੇ ਤਾਂ। ਆਈ ਵੀ ਜੀ। ਐਲੋ ਤਾਈ ਜੀ ਪਾਣੀ। ਨਾ ਕਿੱਥੇ ਮਰ ਗਈ ਸੀ ਹੈ? ਜਿੱਥੇ ਜਾਨੀ ਆ ਕਰਲੀ ਵਾਂਗੂ ਛਾਪੇ ਜਾਨੀ ਆ, ਪਤਾ ਨਹੀਂ ਸੀ ਵੀ ਪਾਣੀ ਦੇਣਾ ਹੈ। ਨਹੀਂ ਤਾਈ, ਮੈਂ ਤਾਂ ਭਾਂਡੇ ਮਾਂਦੀ ਸੀ, ਵੇਲੀ ਥੋੜੀ ਬੈਠੀ ਸਾਂ। ਦੇਖ ਕਿਵੇਂ ਕੈਂਚੀ ਵਾਂਗੂ ਜ਼ੁਬਾਨ ਚਲਾਉਂਦੀ ਐ। ਮਹਾਰਾਣੀ ਬਣ ਕੇ ਮੰਜੇ ਤੇ ਬਹਿ ਗਈ। ਚੱਲ ਦਫਾ ਹੋ। ਤੂੰ ਕੀ ਦੇਖਦਾ ਹੈ? ਲੈ ਤੂੰ ਵੀ ਝੁਰਸ ਲੈ। ਮਾੜੇ ਕਰਮ ਨੇ ਵਿਚਾਰੀ ਦੇ, ਕੰਮ ਕਰਦੀ ਹੋਈ ਦੇ ਵੀ ਮਾਰ ਪੈਂਦੀ ਆ। ਜਾ ਪੁੱਤ। ਨਾ ਰੋ ਭੈਣੇ ਨਾ ਰੋ, ਚੁੱਪ ਕਰ। ਆ ਦੇਖ मैं तेरे लिए वंगा लेके आई हूं। चुप कर, सब ठीक हो जाऊगा। ताई क्यों मारदी रहनी है सारा दिन विचारी नू? इन्ना तो तुहाडे घर दा काम करदी है। ਲੈਤੀਏ ਮੈਂ ਕਿਤੇ ਝਾਉ ਨੂੰ ਮਾਰਦੀ ਆ? ਇਹ ਤਾਂ ਇਹਦਾ ਹੀ ਭਲਾ ਹੈ। ਕੱਲ ਨੂੰ ਸਹੁਰੇ ਘਰ ਵੀ ਜਾਣਾ ਹੈ। ਹੈ ਅੱਛਾ ਤੂੰ ਆ ਚੂੜੀਆਂ ਲੈ ਕੇ ਆਈ ਹੈ। ਬਾਲੀਆਂ ਸੋਹਣੀਆਂ ਲੱਗਣਗੀਆਂ। ਹੈ ਚੱਲ ਮੇਰੀ ਧੀ। ਦੇਖ ਸਾਲੇ ਕਿਵੇਂ ਡਰਾਮੇ ਕਰਦੇ ਆ। ਇਹ ਕੁੜੀ ਨੂੰ ਘਰੇ ਨਹੀਂ ਟਿਕਣ ਦਿੰਦੀ, ਪੁੱਤੇ ਦਾ ਬਾਹਰ ਲੋਕਾਂ ਨੂੰ ਨਹੀਂ ਟਿਕਣ ਦਿੰਦਾ। ਚੱਲ ਹੁਣ ਆ ਚੱਕ ਲੈ ਬਈ, ਆ ਚੱਕੋ ਬਈ। ਆ ਮੇਰਾ, ਆ ਲੈ। ਚੱਲ ਬਈ, ਆ ਬੇਗੀ। ਆ ਜੱਕਾ ਮੇਰਾ। ਯਾਰ ਜਿਹੜੇ ਆਪਣੇ ਪਿੰਡ ਦੀ ਜ਼ਮੀਨ ਹੈ ਪੰਚਾਇਤ ਵਾਲੀ, ਉਹ ਤੇ ਆਪਾਂ ਵਾਲੀਬਾਲ ਦਾ ਗਰਾਊਂਡ ਨਾ ਬਣਾ ਗੱਲ ਲਈਏ। ਤੇਰੀ ਠੀਕ ਹੈ ਯਾਰ, ਪਰ ਉੱਥੇ ਲੱਖੇ ਦਾ ਕਬਜ਼ਾ ਕੀਤਾ ਹੋਇਆ ਹੈ। ਜ਼ਮੀਨ ਤਾਂ ਪੰਚਾਇਤ ਦੀ ਹੈ, ਲੱਖਾ ਕੀ ਕਰ ਲੂ? ਉਹ ਤਾਂ ਠੀਕ ਹੈ ਯਾਰ, ਪਰ ਲੱਖਾ ਬਦਮਾਸ਼ ਬੰਦਾ ਹੈ। क्यों पलवाना, की खाना खुरदे जाना है? पूरा सत्थ भरिया है। की होया? ਹਾਂਜੀ ਭਾਜੀ, ਅਸੀਂ ਨਾ ਸ਼ਾਮਲਾਟ ਦੀ ਜ਼ਮੀਨ ਤੇ ਵਾਲੀਬਾਲ ਦਾ ਗਰਾਊਂਡ ਬਣਾਉਣ ਦੀ ਸੋਚ ਰਹੇ ਸੀ। ਬਹੁਤ ਵਧੀਆ ਖਿਆਲ ਹੈ। ਨਾਲੇ ਪਿੰਡ ਦੀ ਜਵਾਨੀ ਕਿਸੇ ਚੰਗੇ ਕੰਮ ਲੱਗ ਜੂ। ਤੁਸੀਂ ਐਂ ਕਰੋ, ਉਹ ਛੱਪੜ ਤੋਂ ਪਰੇ ਜਿਹੜੀ ਖਾਲੀ ਥਾਂ ਪਈ ਹੈ ਨਾ, ਉੱਥੇ ਖੇਡੋ ਜਾ ਕੇ। ਪਤਾ ਨਾ ਸ਼ਾਮਲਾਟ ਤੇ ਮੇਰਾ ਕਬਜ਼ਾ ਹੈ, ਕਿਤੇ ਐਂ ਨਾ ਹੋਵੇ
ਗਰਾਊਂਡ ਤਾਂ ਬਣ ਜੇ ਪਰ ਖੇਡਣ ਵਾਲੇ ਨਾ ਰਹਿਣ। ਕਿਉਂ ਹੈਂ? ਹਾਂ, ਨਾਲੇ ਬੁੜੇ ਨੂੰ ਕਹਿ ਮੱਝਾਂ ਲਿਆ ਕੇ ਬੰਨੇ। ਜੁੱਸਾ ਬੜਾ ਹੀ ਮਾੜਾ ਤੇਰਾ। ਵਾਲੀਬਾਲ ਖੇਡਿਆ ਨਹੀਂ ਜਾਣਾ। ਤੂੰ ਮੁੱਛਾਂ ਥੱਲੇ ਰੱਖਿਆ ਕਰ। ਇਹ ਦੋਚੀ ਆਇਆ ਹੀ ਨਹੀਂ ਅੱਜ, ਪਤਾ ਨਹੀਂ ਕਿੱਥੇ ਰਹਿ ਗਿਆ। ਟੱਲੀਆਂ ਵਜਾਉਂਦਾ ਜਾਉਂ, ਬਹਿ ਜਾ ਮੇਰੇ ਸਾਈਕਲ ਤੇ, ਭੌਂ ਭੌਂ ਵਜਾਉਂਦਾ ਜਾਉਂ। ਆਜੋ ਜੀ ਦੁੱਧ ਪਾ ਲਓ। ਲਓ ਜੀ। ਵੇ ਦੋਦੀਆ, ਕਿਹੋ ਜਿਹਾ ਦੁੱਧ ਦੇਣ ਲੱਗ ਗਿਆ? ਦੁੱਧਾ ਵਰਗਾ ਦੁੱਧ ਹੋਰ ਤੋਤੇ ਰੰਗਾ ਹੈ। ਤੇਰਾ ਦੁੱਧ ਜਮਾ ਸੋਹਣਾ ਨਹੀਂ ਹੁੰਦਾ। ਕੋਈ ਨਹੀਂ, ਕੱਲ ਨੂੰ ਮੇਕਅਪ ਕਰ ਲਿਓ, ਤੁਹਾਡੇ ਵਾਂਗੂ ਇਹ ਵੀ ਸੋਹਣਾ ਹੋ ਜੂ। ਨਾ ਗੱਲ ਸੁਣ, ਦੁੱਧ 'ਚ ਪਾਣੀ ਘੱਟ ਪਾਇਆ ਕਰ, ਜਮਾ ਮਲਾਈ ਨਹੀਂ ਆਉਂਦੀ। ਓਏ ਪਾਣੀ ਵਾਲਾ ਦੁੱਧ ਵੀ ਕਿਆ ਹਾਲ ਹੈ ਤੁਹਾਡਾ? ਜੇ ਮਲਾਈਆਂ ਖਾਣ ਲੱਗੀ ਕੀ ਹਾਲ ਹੋਊ? ਮੇਰੇ ਨਾਲ ਫालतू ਗੱਲ ਨਾ ਕਰ, ਦੁੱਧ ਪਾਤਾ ਚੱਲਦਾ ਬਣ। ਉਹ ਬੀਬਾ ਪੈਸੇ ਦੇ ਦਿਆ ਕਰੋ, ਹਰੇਕ ਬਾਰੀ ਲੰਬਾ ਹੀ ਨਾ ਦਿਆ ਕਰੋ। ਹਾਂ, ਮਲਾਈਆਂ ਖਾ ਕੇ ਪਤਾ ਨਹੀਂ ਕਿਹੜੀ ਕੁਸ਼ਤੀ ਕਰਨੀ ਹੈ ਨੇ ਵੱਡੀ। ਲੈ ਆ ਗਿਆ ਮੇਰਾ ਪੁੱਤ, ਬਹਿ ਜਾ। ਪੁੱਤ ਭੁੱਖਾ ਤੇ ਆਇਆ ਫਿਰਦਾ ਰਹਿਣਾ, ਟਾਈਮ ਸਿਰ ਰੋਟੀ ਤਾਂ ਖਾ ਲਿਆ ਕਰ। ਉਹ ਕੋਈ ਨਹੀਂ ਬੇਬੇ, ਤੂੰ ਫਿਕਰ ਨਾ ਕਰਿਆ ਕਰ। ਵੀਰ ਜੀ ਪਾਣੀ। ਇਹ ਕਿੱਥੋਂ ਲਈਆਂ? ਵੀਰ ਜੀ ਉਹ ਪ੍ਰੀਤ ਨੇ ਦਿੱਤੀ ਹੈ। ਧਿਆਨ ਰੱਖ ਇਹਦਾ, ਇਹ ਹੱਥੋਂ ਨਿਕਲੀ ਜਾਂਦੀ ਆ। ਪੁੱਤ ਮੇਰੀ ਤਾਂ 24 ਘੰਟੇ ਨਿਗਾਹ ਇਹਦੇ ਤੇ, ਕਈ ਵਾਰੀ ਹੋ ਜਾਂਦੀ ਹੈ ਮਾੜੀ ਮੋਟੀ ਗੱਲ। ਲੱਖੇ ਪੁੱਤ, ਮੈਂ ਸੁਣਿਆ ਭਜਨ ਸਿੰਘ ਅੱਜ ਕੱਲ ਪਿੰਡ 'ਚ ਜ਼ਿਆਦਾ ਦਾਨੀ ਸੱਜਣ ਬਣਿਆ ਫਿਰਦਾ ਹੈ। ਦਾਨੀ ਬਣ ਕੇ ਕਿਹੜਾ ਸਰਪੰਚੀ ਲੈ ਜੂ ਬਾਪੂ? ਕਿਸੇ ਨੇ ਨਹੀਂ ਖੜਨਾ ਮੌਕੇ ਤੇ। ਤੇਰੇ ਪੁੱਤ ਨੂੰ ਦੇਖ ਤਾਂ ਲੋਕਾਂ ਦੀਆਂ ਧੌਣਾਂ ਝੁਕ ਜਾਂਦੀਆਂ। ਓਏ ਤੂੰ ਪੁੱਤ ਵੀ ਤਾਂ ਫਿਰ ਸਰਦਾਰਾ ਸਿੰਘ ਦਾ ਹੈ। 40 ਕਿੱਲਿਆਂ ਦਾ ਮਾਲਕ ਹੈ, 40 ਕਿੱਲਿਆਂ ਦਾ। ਸਰਦਾਰਾ ਸਿੰਘ ਦੇ ਖੇਤ ਨਜ਼ਰ ਮਾਰੀਏ, ਖੇਤ ਲਹਿਰਾਂ ਮਾਰਦੇ ਨੇ, ਲਹਿਰਾਂ। ਕਮਲਿਆ 40 ਕਿੱਲੇ ਨਹੀਂ 80 ਕਹਿ 80। ਉਹ ਚੱਲ 80 ਕਿੱਲੇ ਕਹਿ ਲਾ। ਇਹ ਤਾਂ ਉਹ ਕਿਸਮਤ ਧੋਖਾ ਦੇਗੀ ਵਿਚਾਰੀ ਮਾਸੂਮ ਦੀ, ਤੇ ਤੁਸੀਂ ਬਣ ਗਏ 40 ਕਿੱਲਿਆਂ ਦੇ ਮਾਲਕ, ਵੱਡੇ ਸਰਦਾਰ। ਸਾਲੇ ਕਿਵੇਂ ਆਕੜ ਆਕੜ ਕੇ ਤੁਰਦੇ ਨੇ, ਜਿਵੇਂ ਧੌਣ 'ਚ ਕਿੱਲਾ ਅੜਿਆ ਹੁੰਦਾ। ਪਾਪੂ, ਜਿਵੇਂ ਇਹ ਲੋਕ ਗੱਲਾਂ ਕਰਦੇ ਨੇ, ਵਿਚਾਰੀ ਕਮਲ ਤੇ ਕੀ ਬੀਤਦੀ ਹੋਏਗੀ। ਉਸ ਵਿਚਾਰੀ ਦੇ ਤਾਂ ਸਾਰੇ ਦਿਲ ਦੇ ਅਰਮਾਨ ਦਿਲ 'ਚ ਹੀ ਰਹਿ ਜਾਣੇ ਆ। ਧੀਏ, ਕਦੇ ਕਿਸੇ ਧੀ ਧਿਆਣੀ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਨਾ ਉੱਠੇ। ਇਹ ਲੋਕ ਨੇ ਜਿਹੜੇ ਲੋਕਾਂ ਤੋਂ ਖੋ ਕੇ ਖਾਂਦੇ ਨੇ। ਇੱਕ ਉਹ ਲੋਕ ਵੀ ਨੇ ਜਿਹੜੇ ਹਮੇਸ਼ਾ ਦੂਜਿਆਂ ਦੀ ਮਦਦ ਕਰਦੇ ਨੇ। ਤੁਸੀਂ ਭਲਾ ਪਤਾ ਕੀਤਾ ਸੀ ਉਹ ਜਿਹੜਾ ਦੱਸਿਆ ਸੀ ਭੂਆ ਨੇ ਆਪਾਂ ਨੂੰ? ਹਾਂ, ਮੈਂ ਉਹ ਆਖਿਆ ਤਾਂ ਹੈ ਕਿਸੇ ਨੂੰ। ਅੱਛਾ, ਉਥੋਂ ਦਾ ਸਰਪੰਚ ਮੇਰਾ ਵਾਕਬ ਆ, ਮੈਂ ਉਹਨੂੰ ਕਹਿਣਾ ਹੈ। ਰਾਣੋ ਪੁੱਤ ਤੂੰ ਜਾ, ਚੱਲ ਤੂੰ। ਚਾਹ ਬਣਾ ਕੇ ਲਿਆ। ਮੰਮੀ ਕਰਦੀ ਤਾਂ ਹੈਗੀ ਸਾਰਾ ਜਾ। ਕੰਮ। ਸ਼ਾਬਾਸ਼ ਸ਼ਾਬਾਸ਼ ਮੇਰਾ ਪੁੱਤ, ਚੱਲ। ਹੈ ਤੇ ਉਹ ਨਾ ਕੀ ਹੋਇਆ ਵੀ ਮੈਂ ਉਹਨੂੰ ਆਖਿਆ ਸਰਦਾਰ ਜੀ ਘਰੇ ਹੀ ਹੋ? ਓਏ ਆ ਰੁਲ ਦੂਆ। ਸਤਿ ਸ਼੍ਰੀ ਅਕਾਲ ਸਰਦਾਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਉਹ ਨਾ ਪੁੰਜੇ ਕਿ ਮੈਂ ਨਾ ਆ ਲੈ ਆ ਪੀੜੀ ਲੈ ਕੇ ਬਹਿ ਪੁੱਤ। ਹੋਰ ਸੁਣਾ ਰੁਲ ਦੂਆ, ਕੀ ਹਾਲ ਤੇਰੇ ਪਰਿਵਾਰ ਦਾ? ਹਾਲ ਤਾਂ ਠੀਕ ਹੈ ਸਰਦਾਰਾ। ਮੈਂ ਤਾਂ ਇੱਕ ਫਰਿਆਦ ਲੈ ਕੇ ਆਇਆ। ਹਾਂ, ਆਪਣੀ ਕੁੜੀ ਦਾ ਵਿਆਹ ਰੱਖਤਾ। ਇਹ ਤਾਂ ਬਾਲੀ ਚੰਗੀ ਗੱਲ ਰੁਲ ਦੂਗਾ। ਧੀਆਂ ਤਾਂ ਸਹੁਰੇ ਘਰ ਹੀ ਚੰਗੀਆਂ ਲੱਗਦੀਆਂ ਨੇ। ਉਹ ਤਾਂ ਗੱਲ ਠੀਕ ਹੈ ਜੀ, ਪਰ ਕੁੜੀ ਨੂੰ ਘਰੋਂ ਤੋਰਨ ਲਈ ਕੁਝ ਪੈਸੇ ਤਾਂ ਹੋਣੇ ਚਾਹੀਦੇ ਆ, ਤੇ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈਗਾ। ਚੱਲ ਤੂੰ ਦਿਲ ਹੌਲਾ ਨਾ ਕਰ, ਸਭ ਕੁਝ ਠੀਕ ਹੋ ਜਾਊਗਾ। ਉਹ ਰਾਣੋ ਆ ਲਿਆਈ ਪੁੱਤਰ ਪੈਸੇ। ਲਿਆਈ ਜੀ। ਰਾਣੋ ਲਿਆ ਪੁੱਤ ਪੈਸੇ। ਰਾਣੋ ਲਿਆ ਛੇਤੀ। ਇਹ ਤੇ ਬੜੀ ਖੁਸ਼ੀ ਵਾਲੀ ਗੱਲ ਆ। ਅਦੇ ਆ ਲਓ। ਲਿਆ
ਆ ਲੈ ਬੇ ਰੁਲਦੂਆ। ਜਿਉਂਦਾ ਰਹਿ ਭਜਨ ਸਿੰਘ, ਜਿਉਂਦਾ ਰਹਿ। ਜੇ ਹੋਰ ਵੀ ਪੈਸਿਆਂ ਦੀ ਲੋੜ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਤਾਂ ਭਜਨ ਸਿੰਘ ਦੇ ਦਰਵਾਜ਼ੇ ਸਦਾ ਲਈ ਤੇਰੇ ਲਈ ਖੁੱਲੇ ਆ। ਪਰਮਾਤਮਾ ਤੈਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ। ਤੂੰ ਤਾਂ ਮੇਰੇ ਸਿਰ ਦਾ ਭਾਰ ਲਾਤਾ ਭਜਨ ਸਿੰਘ। ਚੰਗਾ ਚੰਗਾ ਜੀ। ਬੰਦਾ ਬੜਾ ਇਮਾਨਦਾਰ ਹੈ ਰੁਲਦੂ। ਸਹੀ ਗੱਲ ਆ। ਇਹੋ ਜਿਹੇ ਬੰਦੇ ਦੀ ਤਾਂ ਮਦਦ ਕਰਨੀ ਚਾਹੀਦੀ ਆ। ਬਿਲਕੁਲ, ਪਰਮਾਤਮਾ ਕਰਨ ਵਾਲਾ ਹੈ। ਅੱਜ ਆਪਣਾ ਜੀਤਾ ਪਤਾ ਨਹੀਂ ਕਿੱਥੇ ਗਿਆ, ਆਏ ਨੇ ਹਜੇ ਤੱਕ। ਜਨਾਬ ਹੁਣੀ ਕਿੱਥੋਂ ਆਏ ਆ? ਉਹ ਕਾਨੂੰ ਜੀ, ਇਹਦਾ ਟਾਇਰ ਪੈਂਚਰ ਹੋ ਗਿਆ ਅੱਜ। ਤੇਰਾ ਜਿਹੜਾ ਚੌਥੇ ਕੁ ਦਿਨ ਟਾਇਰ ਪੈਂਚਰ ਹੁੰਦਾ ਨਾ, ਮੈਨੂੰ ਲੱਗਦਾ ਇਹਨੂੰ ਟੋਚ ਲਾਉਣਾ ਹੀ ਪੈਣਾ ਹੈ। ਆਪਣੀ ਇੱਜ਼ਤ ਆਪਣੇ ਹੱਥ 'ਚ ਹੁੰਦੀ ਆ। ਬਚ ਗਏ ਬਾਪੂ ਤੂੰ ਅੱਜ। ਭਾਜੀ ਜੇ ਆਖੇ ਤਾਂ ਮਾਰਾਂ ਸਾਲੇ ਦੇ 4। ਉਹ ਗੋਲੂ, ਜਵਾਖਾਂ ਤੇ ਗੋਲੀ ਨਹੀਂ ਚਲਾਈ ਦੀ, ਉਹ ਚਪੇੜਾ ਚਪੂੜਾ ਮਾਰ ਲਈ ਦੀਆਂ। ਠੀਕ ਆ ਬਾਈ। ਅਸੀਂ ਤਾਂ ਬਣਾਉਣ ਲੱਗੇ ਆ ਹੁਣ, ਤੂੰ ਚੱਲਦਾ ਬਣ। ਜੇ ਹੁਣ ਗਰਾਊਂਡ 'ਚ ਆਈ ਗਿਆ ਤਾਂ ਖੇਡ ਕੇ ਜਾਊਂਗਾ। ਚੱਲ ਓਏ ਨਿਕਲ। ਹਾਂ ਬਈ, ਹੋਰ ਕਿਨੇ ਕਿਨੇ ਖੇਡਣਾ? ਲੈ ਬਈ, ਨਾ ਤਾਂ ਤੇਰੀ ਗਰਾਊਂਡ ਰਹੀ, ਨਾ ਖਿਡਾਰੀ। ਤੈਨੂੰ ਕਿਹਾ ਹੀ ਨਾ ਮੁੱਛਾਂ ਥੱਲੇ ਰੱਖਿਆ ਕਰ। ਗੋਲੂ ਕੱਢੋ ਜੀਪ। ਮਿੱਤਰਾਂ ਦੇ ਟਿਊਬਵੈਲ ਤੇ ਲੀੜੇ ਧੋਣ ਦੇ ਬਹਾਨੇ ਆ ਜਾਨੀ, ਮਿੱਤਰਾਂ ਦੇ ਟਿਊਬਵੈਲ ਤੇ। ਕਿਵੇਂ ਨਿੰਮੋ? ਠੀਕ ਆ। ਮੈਂ ਤਾਂ ਭੌਂਪੂ ਵੀ ਹੌਲੀ ਵਜਾਉਣਾ, ਕਿਤੇ ਤੇਰਾ ਡੈਡੀ ਨਾ ਸੁਣ ਕੇ ਦੁੱਧ ਪਾਉਣ ਆ ਜੇ। ਜ਼ਿਆਦਾ ਗੱਲਾਂ ਨਾ ਕਰ, ਫਟਾਫਟ ਦੁੱਧ ਪਾ, ਕਿਤੇ ਮੇਰਾ ਡੈਡੀ ਆ ਜੇ। ਉਹ ਕੋਈ ਨਾ, ਪਹਿਲਾਂ ਤੇਰੇ ਦੁੱਧ ਵਰਗੇ ਦਰਸ਼ਨ ਤਾਂ ਕਰ ਲਾਂ। ਮੈਂ ਤਾਂ ਇਸ ਕਰਕੇ ਪੈਸੇ ਵੀ ਨਹੀਂ ਲੈਂਦਾ, ਤੇਰੇ ਦਰਸ਼ਨਾਂ ਵੱਟੀ ਦੁੱਧ ਪਾ ਜਾਣਾ। ਜੇ ਤੇਰੀਆਂ ਇਹ ਗੱਲਾਂ ਮੇਰੇ ਡੈਡੀ ਨੇ ਸੁਣ ਲਿਆ ਨਾ, ਤੈਨੂੰ ਭੱਜਣ ਨੂੰ ਥਾਂ ਨਹੀਂ ਮਿਲਣਾ। ਫੇਰ ਤੈਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪਛਾਣਨਾ। ਗੱਲ ਸੁਣੋ ਦੋਜੀਆ, ਹਾਂਜੀ। ਦੁੱਧ ਪਾਣ ਚ ਇੰਨੀ ਦੇਰ ਕਿਉਂ ਲਾਤੀ? ਉਹ ਭਾਂਡਾ ਕਿੱਲਾ ਸੀਗਾ ਜੀ, ਉਸ ਘਰ ਆਏ ਸੀ। ਦੁੱਧ ਕਿਹੜਾ ਤੇਰਾ ਸੁੱਕਾ ਹੁੰਦਾ ਹੈ ਜਿਹੜਾ ਭਾਂਡਾ ਸੁਕਾ ਰਿਆ ਸੀ ਤੂੰ? ਫਿਰ ਤੁਸੀਂ ਕਹਿਣਾ ਸੀ ਵੀ ਦੁੱਧ ਖਰਾਬ ਹੋ ਗਿਆ ਜੀ। ਕਿਉਂ? ਭਾਂਡਾ ਲੱਸੀ ਨਾਲ ਧੋਇਆ ਹੋਇਆ ਜਿਹੜਾ ਜਾਗ ਲੱਗ ਜੂ ਦੁੱਧ ਨੂੰ, ਹੈ? ਲਿਆ ਕੁੜੀਏ ਫੜਾ ਪਤੀਲਾ, ਚੱਲ ਅੰਦਰ ਤੂੰ। ਚਾਚਾ ਤੇਰੇ ਨਹੀਂ ਪਤਾ ਲੱਗਦਾ, ਕਦੇ ਕਹਿਣਾ ਦੁੱਧ 'ਚ ਪਾਣੀ ਪਾਉਣਾ, ਕਦੇ ਕੁਛ ਕਦੇ ਕੁਛ।
ਗੱਲ ਸੁਣ ਮੇਰੀ ਧਿਆਨ ਨਾਲ। ਤੂੰ ਦੁੱਧ ਤੱਕ ਹੀ ਸੀਮਿਤ ਰਿਹਾ ਕਰ, ਨਹੀਂ ਨਾਸਾ ਭੰਦੂ ਮੈਂ ਤੇਰੀਆਂ। ਹਾਂ ਜੇ ਭਾਂਡਿਆਂ ਤੱਕ ਪੁੱਜਿਆ ਤਾਂ ਨਹੀਂ, ਕਿਸੇ ਦਿਨ ਮੈਂ ਭਾਂਡੇ ਚ ਬਾੜ ਕੇ ਰੱਖ ਦੂੰ ਤੈਨੂੰ। ਉਹ ਚਾਚਾ ਮੈਂ ਤੈਨੂੰ ਦੁੱਧ ਪਾਈ ਜਾਣਾ, ਤੂੰ ਲਾਹਨਤ ਹੀ ਪਾਈ ਜਾਣਾ। ਵੈਸੇ ਵੀ ਜਿਹੜੇ ਬੰਦੇ ਕੋਲੇ ਜੋ ਚੀਜ਼ ਹੁੰਦੀ ਆ ਉਹੀ ਪਾਉਂਦਾ। ਮੈਂ ਪਤੀਲਾ ਮਾਰੂ ਘੁਮਾ ਕੇ ਮੱਥੇ ਤੇ। ਆ ਦੁੱਧ ਨਾ ਡੋਲੋ, ਜੇ ਮੇਰੇ ਕੋਲੇ ਹੋਰ ਹੈ ਵੀ ਨਹੀਂ ਫਿਰ ਮਾਰੂ ਚਾਹ ਹੀ ਪੀਓਗੇ। ਆਹੋ ਇਹ ਕਾਹਨੂੰ ਬਜਾਇਆ? ਉਹੀ ਬਚ ਗਿਆ ਸੀ। ਗੱਲ ਸੁਣੋ ਜੈਲਿਆ। ਹਾਂ ਉਹ ਤੈਨੂੰ ਇੰਨੇ ਸਨੇਹੇ ਭੇਜੇ, ਤੂੰ ਪੈਸੇ ਦੇਣ ਨਹੀਂ ਆਇਆ? ਪੈਸੇ ਤਾਂ ਮੈਂ ਤੁਹਾਡੇ ਸਾਰੇ ਮੋੜ ਚੁੱਕਿਆ। ਸਾਨੂੰ ਨਹੀਂ ਪਤਾ, ਤੇਰੇ ਖਾਤੇ 'ਚ ਅੱਜ ਵੀ ਪੈਸੇ ਬੋਲਦੇ ਆ। ਪੈਸੇ ਦੇ ਜੀ ਤੇ ਟਰੈਕਟਰ ਲੈ ਜੀ। ਫੜੋ ਟਰੈਕਟਰ। ਉਹ ਕਹੇ ਤਾਂ ਬਾਈ ਮਾਰਾ ਖੁੰਡਾ। ਜੇ ਟਰੈਕਟਰ ਨੂੰ ਹੱਥ ਵੀ ਲਾਇਆ ਤਾਂ ਪਾੜ ਕੇ ਰੱਖ ਦੂੰਗਾ। ਟਰੈਕਟਰ ਕਿਸਾਨ ਦੀ ਸੱਜੀ ਬਾਹ ਹੁੰਦੀ ਆ। ਤੇਰਾ ਇੰਤਜ਼ਾਮ ਤਾਂ ਮੈਂ ਹੁਣੇ ਕਰਦਾ। ਹੈਲੋ ਡਿਪਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਇੱਕ ਬੰਦਾ ਸਾਡੇ ਪੈਸੇ ਨਹੀਂ ਦਿੰਦਾ, ਅੱਛਾ ਅੱਛਾ ਅੱਛਾ। ਉੱਤੋਂ ਸਾਨੂੰ ਉਲਟਾ ਮਾਰਨੇ ਨੂੰ ਆਂਦਾ। ਉਹ ਤੂੰ ਬੇਫਿਕਰ ਰਹਿ, ਮੈਂ ਨਾ ਕਿਸੇ ਕੈਮ ਜਿਹੇ ਬੰਦੇ ਦੀ ਲਾਉਣਾ ਡਿਊਟੀ। ਤੇਰਾ ਸ਼ਾਮ ਤੱਕ ਮਸਲਾ ਹੱਲ ਕਰ ਦਿਆਂਗੇ। ਇਹੀ ਆ ਸਰ ਪ੍ਰਧਾਨ ਦੇ ਬੰਦੇ। ਇਹਨਾਂ ਸਾਲਿਆਂ ਨੇ ਪਿੰਡ ਦੇ ਵਿੱਚ ਬਹੁਤ ਗੰਦ ਪਾਇਆ ਹੋਇਆ ਜੀ। ਭੋਲੇ ਭਾਲੇ ਲੋਕਾਂ ਨਾਲ ਇੰਨਾ ਧੱਕਾ ਕਰਦੇ ਆ ਕਿ ਇਹਨਾਂ ਦਾ ਹਿਸਾਬ ਕਿਤਾਬ ਵੀ ਕੋਈ ਨਹੀਂ ਜੀ। ਸਤਿ ਸ੍ਰੀ ਅਕਾਲ ਜਨਾਬ। ਸਤਿ ਸ੍ਰੀ ਅਕਾਲ। ਇਹ ਉਹੀ ਬੰਦਾ ਜੋ ਸਾਡੇ ਪੈਸੇ ਨਹੀਂ ਦਿੰਦਾ, ਉੱਤੋਂ ਸਾਨੂੰ ਉਲਟਾ ਕਹੀ ਨਾ ਮਾਰਨੇ ਨੂੰ ਆਂਦਾ। ਜਨਾਬ ਪੈਸੇ ਤਾਂ ਮੈਂ ਇਹਨਾਂ ਦੇ ਸਾਰੇ ਮੋੜ ਚੁੱਕਿਆ, ਉਲਟਾ ਮੇਰਾ ਟਰੈਕਟਰ ਖੋਣ ਨੂੰ ਆਉਂਦੇ ਆ। ਹੁਣ ਪਤਾ ਲੱਗੂ ਜਦੋਂ ਪਈਆਂ। ਜਨਾਬ ਮੈਂ ਤਾਂ ਮਾੜਾ ਬੰਦਾ ਜੀ, ਇਹ ਮੇਰਾ ਟਰੈਕਟਰ ਖੋਣ ਨੂੰ ਆਉਂਦੇ ਆ। ਜਨਾਬ ਇਹ ਕੀ ਕਰੀ ਜਾਂਦੇ ਹੋ? ਹਾਂ ਮੈਂ ਹੀ ਤੁਹਾਨੂੰ ਫੋਨ ਕੀਤਾ ਸੀ। ਅੱਛਾ ਮੈਂ ਨਾਜਰ ਦਾ ਬੰਦਾ। ਅੱਛਾ ਅੱਛਾ, ਤੂੰ ਨਾਜਰ ਦਾ ਬੰਦਾ ਜੀ। ਤੇਰੇ ਨਾਜਰ ਦੀ ਐਸੀ ਦੀ ਤੈਸੀ ਸਾਡਾ ਨਾਂ ਬਦਨਾਮ ਕਰਦੇ ਆ ਹਰ ਥਾਂ ਤੇ। ਉਹ ਤੂੰ ਸਾਲਿਆ ਮੁੱਛਾਂ ਭੁੱਲਦੇ ਸਿੰਘਾਂ ਨੂੰ ਕੀਤੀਆਂ ਖੁੰਡਾ ਕਾਹਨੂੰ ਚੱਕਿਆ ਓਏ? ਇਹ ਤਾਂ ਜਨਾਬ ਸ਼ੌਂਕ ਨੂੰ ਆ ਜੀ ਮੇਰੇ ਕੋਲ। ਸਾਲਾ ਸ਼ੌਂਕ ਦਾ ਖੜ ਜਾ ਛੋਟੀ ਭੱਜੋ ਤਾਂ। ਭੱਜ ਲੋ। ਕਿਉਂ ਖੁਸ਼ ਆ ਹੁਣ? ਬਹੁਤ ਬਹੁਤ ਧੰਨਵਾਦ ਜੀ। ਅਸੀਂ ਤਾਂ ਸੁਣਿਆ ਸੀ ਪੁਲਿਸ ਤਗੜਿਆਂ ਦਾ ਸਾਥ ਦਿੰਦੀ ਹੈ, ਪਰ ਤੁਸੀਂ ਤਾਂ ਮੇਰੇ ਵਾਸਤੇ ਰੱਬ ਬਣ ਕੇ ਬੋੜੇ ਹੋ। ਬਹੁਤ ਬਹੁਤ ਧੰਨਵਾਦ ਜੀ। ਓਏ ਪਤੰਦਰਾ, ਰੱਬ ਦਾ ਨਾਂ ਦੇ ਕੇ ਮੇਰੇ ਫਰਜ਼ਾਂ ਨੂੰ ਨੀਵਾਂ ਨਾ ਕਰ। ਇਹ ਵਰਦੀ ਨਾ ਮੈਂ ਲੋਕਾਂ ਦੀ ਸੇਵਾ ਲਈ ਪਾਈ ਆ, ਤੇ ਸੱਚੇ ਆਦਮੀਆਂ ਦੀ ਸੇਵਾ ਮੈਂ ਹਮੇਸ਼ਾ ਕਰਦਾ ਹੁੰਨਾ। ਖੁਸ਼ ਰਹੀਂ। ਸਤਿ ਸ੍ਰੀ ਅਕਾਲ ਜੀ। ਟੱਲੀ ਨਾ ਮੈਂ ਖੂਨ ਦੇ ਕੇ ਆਇਆ। ਨਹੀਂ ਜਨਾਬ, ਕਿਉਂ? ਨਹੀਂ ਜੀ, ਇਹੀ ਤਾਂ ਕੋਈ ਗੱਲਬਾਤ ਹੀ ਨਹੀਂ ਜੀ। ਟੈਨਸ਼ਨ ਜਦੋਂ ਮੈਂ ਦਫ਼ਤਰ ਆਵਾਂ ਨਾ ਪਹਿਲਾਂ ਨਾ ਮਿੱਟੀ ਕੱਢਿਆ ਕਰ। ਠੀਕ ਹੈ ਜਨਾਬ। ਕੱਢੂਗਾ ਮਿੱਟੀ, ਕੱਢੂਗਾ ਤੇਰੇ ਮਾਰਨ ਤੋਂ ਬਾਅਦ। ਉਹ ਪੈਰਾਂ ਨਾਲ ਨਹੀਂ, ਬੁੱਕਾਂ ਨਾਲ ਮਿੱਟੀ ਕੱਢੂਗਾ, ਬੁੱਕਾਂ ਨਾਲ। ਅਸੀਂ ਤੇ ਭੱਜ ਗਏ ਜੀ ਉੱਥੋਂ। ਕੀ ਆਖਿਆ? ਉਸ ਥਾਣੇਦਾਰ ਨੇ ਸਾਨੂੰ ਮਾਰਿਆ। ਉਹਨੇ ਤੁਹਾਨੂੰ ਮਾਰਿਆ? ਹਾਂਜੀ। ਉਸ ਥਾਣੇਦਾਰ ਦੀ ਇੰਨੀ ਹਿੰਮਤ ਕਿ ਮੇਰੇ ਬੰਦਿਆਂ ਤੇ ਹੱਥ ਚੱਕ ਸਕੇ। ਅਸੀਂ ਤੇ ਆਖਿਆ ਸੀ ਅਸੀਂ ਨਾਜਰ ਦੇ ਬੰਦੇ ਆ, ਪਰ ਉਹਨੇ ਇੱਕ ਨਹੀਂ ਸੁਣੀ ਸਾਡੀ। ਤੁਸੀਂ ਫਿਕਰ ਨਾ ਕਰੋ, ਉਸ ਥਾਣੇਦਾਰ ਦੀ ਇਸ ਹਿੰਮਤ ਨੂੰ ਮੈਂ ਚੰਗੀ ਤਰ੍ਹਾਂ ਮਿੱਟੀ 'ਚ ਮਿਲਾਉਣ ਜਾਣਦਾ। ਹੁਣ ਦੇਖੋ ਮੈਂ ਕੀ ਕਰਦਾ। ਡੈਡੀ ਜੀ, ਅੱਜ ਤਾਂ ਉਹਨੇ ਆਪਣੇ ਬੰਦਿਆਂ ਦੇ ਮੂੰਹ ਤੇ ਥੱਪੜ ਮਾਰਿਆ, ਕੱਲ ਨੂੰ ਇਹ ਨਾ ਹੋਵੇ ਉਹ ਥੱਪੜ ਆਪਣੇ ਮੂੰਹ ਤੇ ਵੱਜੇ। ਪੱਕਾ ਇਲਾਜ ਕਰੋ ਕੋਈ, ਪੱਕਾ। ਚੁੱਪ ਕਰ ਓਏ, ਲੱਗਦਾ ਪੱਕੇ ਇਲਾਜ ਦਾ। ਹੈਲੋ ਡਿਪਟੀ ਸਾਹਿਬ, ਤੁਹਾਡੇ ਹੁੰਦਿਆਂ ਉਸ ਥਾਣੇਦਾਰ ਦੀ ਇੰਨੀ ਹਿੰਮਤ ਕਿ ਮੇਰੇ ਬੰਦਿਆਂ ਤੇ ਹੱਥ ਚੱਕ ਸਕੇ। ਉਸ ਨੂੰ ਮੇਰੀ ਤਾਕਤ ਬਾਰੇ ਦੱਸ ਦੇ, ਨਹੀਂ ਤਾਂ ਮੈਂ ਵਰਤੀ ਲਾਉਣ ਲੱਗਿਆ 1 ਮਿੰਟ ਮਾਰਨਾ ਹੈ।
ਉਹ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਸੀ ਓਏ ਨਲਾਇਕਾ, ਉਹ ਪੁੱਠੇ ਪੰਗੇ ਨਾ ਲਿਆ ਕਰੋ, ਨਾ ਲਿਆ ਕਰ, ਪਰ ਤੂੰ ਤਾਂ ਫੇਰ ਵੀ ਨਹੀਂ ਮੰਨਦਾ। ਬਾਈ ਮੈਨੂੰ ਸਾਰਾ ਪਤਾ ਮੈਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਕਮਾਲ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਹਾਂ ਬਈ, ਸਲੂਟ ਮਾਰਦੇ ਆ ਜਨਾਬ। ਉਹ ਕਾਇਮ ਆ ਟੱਲੀ ਰਾਮਾ। ਮੈਂ ਪੂਰਾ ਖੜਕਦਾ ਹੈ। ਸ਼ਾਬਾਸ਼ ਏ। ਆ ਲੈ ਫੜ ਫਿਰ ਤੂੰ, ਓਹੋ, ਆ ਸਾਹਿਬ ਨੂੰ ਮਿਲ ਕੇ ਆਉਣਾ ਮੈਂ। ਠੀਕ ਹੈ, ਓਏ ਆ ਮੈਨੂੰ ਕਿੱਥੇ ਫੜਾ ਗਏ? ਤਾਂ ਕੋਈ ਗੱਲ ਨਹੀਂ। ਸੁਖਵਿੰਦਰ ਸਿੰਘ ਤੈਨੂੰ ਭੇਜਿਆ ਕੀ ਕੰਮ ਸੀ ਯਾਰ? ਤੂੰ ਕਰਕੇ ਕੀ ਆਇਆ ਹੈ? ਤੂੰ ਭਾਗ ਸਿੰਘ ਨੂੰ ਰਾਉਂਡ ਅਪ ਕਰਕੇ ਕਿਉਂ ਨਹੀਂ ਲਿਆਇਆ? ਸਰ ਗਲਤੀ ਭਾਗ ਸਿੰਘ ਦੀ ਨਹੀਂ, ਗੁੱਜਰ ਦੇ ਬੰਦਿਆਂ ਦੀ ਸੀ, ਤੇ ਮੈਂ ਭਾਗ ਸਿੰਘ ਨੂੰ ਐਵੇਂ ਥਾਣੇ ਕਿਵੇਂ ਲੈ ਆਉਂਦਾ? ਤੂੰ ਕੌਣ ਹੁੰਨਾ ਫੈਸਲਾ ਕਰਨ ਵਾਲਾ ਵੀ ਗਲਤੀ ਕਿਹਦੀ ਹੈ? ਗਲਤ ਤੇ ਠੀਕ ਦਾ ਫੈਸਲਾ ਮੈਂ ਕਰਨਾ ਹੈ। ਨਾਲੇ ਤੈਨੂੰ ਪਤਾ ਗੁੱਜਰ ਕਿੰਨੀ ਪਹੁੰਚ ਵਾਲਾ ਬੰਦਾ ਹੈ। ਤੇਰੀ ਤੇ ਮੇਰੀ ਵਰਦੀ ਕਦੋਂ ਮਰਜ਼ੀ ਲਹਾ ਸਕਦਾ ਹੈ। ਸਰ ਤੁਹਾਡੀ ਵਰਦੀ ਇਹਨਾਂ ਲੀਡਰਾਂ ਦੇ ਹੱਥ 'ਚ ਹੋਵੇਗੀ, ਮੇਰੀ ਵਰਦੀ ਉਹ ਵਾਹਿਗੁਰੂ ਦੇ ਹੱਥ 'ਚ ਆ। ਅਗਰ ਸਹੀ ਕੰਮ ਲਈ ਮੇਰੀ ਵਰਦੀ ਉਤਰ ਗਈ ਨਾ, ਤਾਂ ਮੈਨੂੰ ਕੋਈ ਅਫਸੋਸ ਨਹੀਂ ਹੋਏਗਾ। ਮੈਂ ਕਹਾ ਲੋ ਜਨਾਬ, ਮੈਂ ਤਾਂ ਉਹਦਾ ਸੰਭਾਲੀ ਬੈਠਾ, ਭਾਰਾ ਹੀ ਬਾਬਾ ਹੈ। ਠੀਕ ਹੈ। ਮੈਂ ਕਿਹਾ ਜਨਾਬ, ਇਹ ਤਾਂ ਭਲਾ ਮਾਨਸ ਬੰਦਾ ਹੈ। ਮੈਂ ਕਿਹਾ ਰੱਬ ਦਾ ਦਿੱਤਾ, ਇਹਦੇ ਕੋਲ ਸਭ ਕੁਝ ਹੈ। ਮੈਂ ਤੁਹਾਨੂੰ ਦੱਸਾਂ, ਮੈਂ ਕਿਹਾ 30 ਕਿੱਲਿਆਂ ਦਾ ਮਾਲਕ ਹੈ। ਇਹ ਤਾਂ ਵਰਦੀ ਇਹਨੇ ਭਲਾਈ ਦੇ ਕੰਮਾਂ ਵਾਸਤੇ ਪਾਈ ਆ। ਮੈਂ ਤੁਹਾਨੂੰ ਦੱਸਾਂ, ਆਏ ਓਏ, ਜੇ ਕਿਤੇ ਮੇਰੇ ਕੋਲੇ ਹੁੰਦਾ 1.5-2 ਕਿੱਲੇ, ਮੈਂ ਸਵਾਦ ਆ ਜਾਂਦਾ। ਨਹੀਂ ਗੱਲ ਹੈ ਇੱਕ। ਸ਼ਟ ਅਪ, ਗੈਟ ਆਊਟ, ਬਾਹਰ ਚੱਲ। ਦੁੱਧ ਦਾ ਗਲਾਸ ਫੜਾਉਂਦੀ ਦਾਨੀ, ਹੱਥ ਕੁੱਟ ਲਿਆ ਜੇਠ ਨੇ। ਦੁੱਧ ਦਾ ਗਲਾਸ ਫੜਾਉਂਦੀ ਦਾਨੀ, ਹੱਥ ਕੁੱਟ ਲਿਆ ਜੇਠ ਨੇ। ਉਹ ਮੱਖਣ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਇੱਕ ਮਿੰਟ ਰੁਕ। ਸਤਿ ਸ੍ਰੀ ਅਕਾਲ। ਉਹ ਨਿੰਮੋ ਕਹਿੰਦੀ ਸੀ ਤੇਰੇ ਦੁੱਧ ਦੇ ਸਾਡੇ ਵੱਲ ਹੋ ਗਏ ਆ 2500 ਰੁਪਏ। ਹਾਂਜੀ। ਆ 2000 ਰੱਖ ਲੈ, 500 ਅਗਲੇ ਮਹੀਨੇ ਲੈ ਲਈ। ਨਹੀਂ ਚਾਚਾ, ਤੁਸੀਂ ਐ ਕਰੋ, ਮੇਰੇ ਵੱਲੋਂ ਨਿੰਮੋ ਨੂੰ ਕੱਪੜੇ ਸਵਾ ਦਿਓ। ਕਿਉਂ ਤੂੰ ਫੁੱਫੜ ਲੱਗਦਾ ਨਹੀਂ ਬੰਦਾ ਜਿਹੜਾ ਕੱਪੜੇ ਸਵਾ ਕੇ ਦੇਗਾ? ਰੱਖ ਆਪਣੇ ਪੈਸੇ। ਹੁਣ ਲੱਗਦਾ ਤੁਹਾਡੇ ਘਰ ਦਾ ਪ੍ਰਾਹੁਣਾ ਹੀ। ਹਾਂ ਕੁਛ ਨਹੀਂ ਜੀ, ਤੁਸੀਂ ਰੱਖੋ ਜੀ। ਐ ਕਰਿਓ, ਤੁਸੀਂ ਕੁਛ ਖਾ ਪੀ ਲਿਓ ਜੀ ਆਪ। ਉਹ ਗੱਲ ਸੁਣੋ ਏ ਦੋਜੀਆ, ਮੇਰਾ ਨਾਂ ਹੀ ਸਾਧੂ ਹੈ। ਮੈਂ ਉਹ ਸਾਧੂ ਨਹੀਂ ਹੈ ਜਿਹੜਾ ਮੁਫਤ ਖਾਂਦਾ ਫਿਰਾਂ। ਆਪਣੇ ਪੈਸੇ ਫੜ ਤੂੰ। ਚਲੋ ਐ ਕਰੋ ਜੀ, ਫਿਰ 101 ਰੁਪਇਆ ਦੇ ਦਿਓ। ਮੈਂ ਦੁੱਧ ਦੇ ਪੈਸੇ ਦੇਣੇ ਐ, ਕੋਈ ਸ਼ਗਨ ਨਹੀਂ ਪਾਣਾ। ਚਲੋ ਫਿਰ 2 ਮਹੀਨੇ ਠਹਿਰ ਕੇ ਸਹੀ ਪਾਉਂਗੇ ਤਾਂ ਸ਼ਗਨੀ ਮੈਨੂੰ। ਖਰਚਾ ਤੇਰੀ, ਉਹ ਖਰਚਾ ਹੁਣ ਜਾਈ ਨਾ। ਖਰਚਾ ਹੱਥ ਨਹੀਂ ਛੱਡਦਾ। ਇਹ ਹੈ ਜੀ ਸਾਡੀ ਲਾਡੋ ਰਾਣੀ। ਅੱਛਾ ਜੀ, ਭਤੀਜੀ ਹੈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਾਤੀ ਹੈ ਜਾ। ਦੇਖੋ ਭੈਣ ਜੀ, ਅਸੀਂ ਆਪਣੀ ਧੀ ਨੂੰ ਬੜੇ ਹੀ ਲਾਡਾਂ ਚਾਵਾਂ ਨਾਲ ਪਾਲਿਆ, ਤੇ ਹੁਣ ਅਸੀਂ ਚਾਹੁੰਦੇ ਆ ਵੀ ਸਾਡੀ ਧੀ ਜਿੱਥੇ ਵੀ ਜਾਵੇ ਸਦਾ ਹੀ ਖੁਸ਼ ਰਹੇ। ਭੈਣ ਜੀ ਤੁਸੀਂ ਫਿਕਰ ਨਾ ਕਰੋ, ਕਮਲ ਨੂੰ ਅਸੀਂ ਆਪਣੀ ਧੀ ਬਣਾ ਕੇ ਰੱਖਾਂਗੇ। ਸਾਡਾ ਮੁੰਡਾ ਵੀ 10 ਜਮਾਤਾਂ ਪਾਸ ਹੈ ਜੀ। ਬਾਕੀ ਸਾਡੇ ਬਾਰੇ ਜਿੱਥੇ ਮਰਜ਼ੀ ਪੜਤਾਲ ਕਰਵਾ ਲਓ। ਲੱਖੇ, ਕੀ ਬਣਿਆ ਲੰਬੜਾ ਦੇ ਮੁੰਡੇ ਦਾ? ਉਹ ਜਾਨੋਂ ਮਾਰ ਕੇ ਟਾਂਟਾ ਖਤਮ ਕਰ ਉਹਦਾ, ਬਾਕੀ ਮੈਂ ਆਪੇ ਸਾਂਭ ਲੂੰ। ਉਹ ਮਾਰ ਤਾਂ ਦਿੱਤੀ ਉਹਦੇ ਪੱਟ 'ਚ ਗੋਲੀ। ਹੁਣ ਮੈਂ ਕਿਸੇ ਦਾ ਜਵਾਨ ਜਹਾਨ ਮੁੰਡਾ ਜਾਨੋਂ ਮਾਰਦਾ, ਘਰ ਬਰਬਾਦ ਕਰਦਾ ਉਹਦਾ? ਵਾਹਿਗੁਰੂ ਤਾਂ ਦੇਖਦਾ ਹੀ ਆ ਨਾ। ਦੇਖੋ ਜੀ, ਮੈਂ ਆਪਣੀ ਭੈਣ ਨੂੰ ਨਾ ਤੱਤੀ ਹਵਾ ਨਹੀਂ ਲੱਗਣ ਦਿੱਤੀ। ਹਰ ਦਿਨ ਰਾਤ ਉਹਦਾ ਖਿਆਲ ਰੱਖਿਆ। ਜੇ ਉਹਨੂੰ ਝਰੀਟ ਵੀ ਆ ਗਈ ਨਾ, ਮੈਂ ਪੂਰੇ ਪਿੰਡ ਨੂੰ ਅੱਗ ਲਾ ਦੂੰਗਾ। ਬੇਬੇ, ਕਰ ਰਿਸ਼ਤਾ ਪੱਕਾ? ਭੈਣ ਜੀ, ਆ ਚਾਹ ਦਾ ਘੁੱਟ ਤਾਂ ਲਓ। ਨਹੀਂ ਭੈਣ ਜੀ, ਫੜੋ ਤਾਂ ਸਹੀ। ਆ ਘੱਟੋ ਘੱਟ ਮੂੰਹ ਤਾਂ ਮਿੱਠਾ ਕਰੋ ਜੀ, ਲੱਡੂ ਤਾਂ ਖਾਓ। ਸਤਿ ਸ਼੍ਰੀ ਅਕਾਲ। ਘਰੇ ਜਾ ਕੇ ਰਹਿ ਕਰਕੇ ਦੱਸਾਂਗੇ। ਜਲਦੀ ਦੱਸਿਓ ਜੀ। ਆ ਜਾਤੀ ਹੈ, ਬੈਠ। ਕਮਲ, ਤੂੰ ਇੱਥੇ ਕਿਵੇਂ? ਤੇਰੇ ਗਾਲਾਂ ਨਹੀਂ ਪੈਣ ਗਈਆਂ? ਨਹੀਂ, ਅੱਜ ਉਹ ਸਾਰੇ ਘਰ ਤੋਂ ਬਾਹਰ ਗਏ ਨੇ। ਹੁਣ ਫੇਰ ਮੋੜ ਤੇ ਰਿਸ਼ਤਾ ਕਰਨ ਆਏ ਬੰਦੇ ਡਰਾ ਧਮਕਾ ਕੇ। ਧੀਏ, ਤੇਰਾ ਦੁੱਖ ਤਾਂ ਸਾਨੂੰ ਵੀ ਬਹੁਤ ਆ, ਪਰ ਕੀ ਕਰੀਏ, ਸਾਡੇ ਬਸ ਦੀ ਗੱਲ ਨਹੀਂ। ਬਾਪੂ, ਇਸ ਵਿਚਾਰੀ ਦੀ ਤਾਂ ਸਾਰੀ ਜ਼ਿੰਦਗੀ ਨਰਕ ਵਿੱਚ ਨਿਕਲ ਜਾਊਗੀ। ਉਹ ਰੱਬ ਦਿਓ ਬੰਦਿਓ, ਕੁਛ ਤਾਂ ਡਰ ਮੰਨੋ ਉਸ ਰੱਬ ਦਾ। ਇਹੋ ਜਿਹੀ ਜ਼ਿੰਦਗੀ ਨਾਲ ਤਾਂ ਚੰਗਾ ਸੀ
ਮੈਂ ਆਪਣੇ ਮਾਂ-ਬਾਪ ਨਾਲ ਹੀ ਖਤਮ ਹੋ ਜਾਂਦੀ। ਨਾ ਕਮਲ ਨਾ, ਚੁੱਪ ਕਰ। ਜਦੋਂ ਸੂਰਜ ਚੜ੍ਹਦਾ ਹੈ ਨਾ ਤਾਂ ਹਨੇਰੀਆਂ ਰਾਤਾਂ ਵਿੱਚ ਵੀ ਚਾਨਣ ਹੋ ਜਾਂਦਾ ਹੈ। ਦੇਖੀ ਕੋਈ ਰੱਬ ਦਾ ਬੰਦਾ ਜ਼ਰੂਰ ਆ ਕੇ ਤੈਨੂੰ ਇਸ ਨਰਕ ਵਿੱਚੋਂ ਕੱਢੇਗਾ। ਮੇਰਾ ਰਸਤਾ ਛੱਡ ਦਿਓ, ਨਹੀਂ ਤਾਂ ਤੁਹਾਡੀ ਸ਼ਿਕਾਇਤ ਕਰ ਦੂੰਗੀ। ਜੋ ਮਰਜ਼ੀ ਕਰ ਲੈ, ਤੇਰੀ ਮਦਦ ਲਈ ਇੱਥੇ ਕਿਸੇ ਨੇ ਨਹੀਂ ਆਉਣਾ। ਜੇ ਤੇਰੇ ਵਰਗੀ ਸੋਚ ਸਾਰੇ ਨੌਜਵਾਨਾਂ ਦੀ ਹੋ ਜਾਵੇ ਤਾਂ ਪੰਜਾਬ ਸਵਰਗ ਬਣ ਜਾਏ। ਹਾਂ ਦੱਸੋ, ਕਿਵੇਂ ਆਏ ਪੁੱਤ ਤੁਸੀਂ? ਮਾਈ ਦੇ ਰੋਜ਼-ਰੋਜ਼ ਦੇ ਝਗੜੇ ਜੀ। ਅੱਜ ਫੇਰ ਲੜਿਆ ਕਿਸੇ ਨਾਲ ਬਿਨਾਂ ਮਤਲਬ। ਹੁਣ ਕੀ ਕੀਤਾ ਮਾਹੀ ਨੇ? ਆਂਟੀ ਉਹ ਕੋਈ ਨਾ, ਉਹਨੂੰ ਆਉਣ ਦੋ, ਮੈਂ ਕਰਦੀ ਆਂ ਗੱਲ। ਉਹ ਹਾਂਜੀ ਬਾਈ ਜੀ, ਕਿਉਂ ਕੱਟ ਕੀਤਾ ਇੱਥੇ? ਜਾਓ ਯਾਰ ਆਪਣੇ ਘਰੇ ਕੰਮ ਕਰ ਕਰਿਆ ਕਰੋ ਕੋਈ। ਦੱਸ ਵੇਲੇ ਉਹ ਮਾਤਾ, ਤੂੰ ਵੀ ਇਹਨਾਂ ਦੀਆਂ ਗੱਲਾਂ 'ਚ ਆ ਜਾਣੀ ਆ। ਇੱਧਰ ਆ, ਇੱਧਰ ਆ, ਬੈਠ ਇੱਥੇ। ਕੀ ਕਹਿੰਦੇ ਸੀ ਇਹ? ਇਹਨਾਂ ਨੇ ਕੀ ਕਹਿਣਾ? ਤੇਰੇ ਰੋਜ਼ ਦੇ ਲੜਾਈ ਝਗੜੇ ਜੱਬ ਪਾਉਂਦੇ ਆ। ਮਾਤਾ, ਮੈਂ ਅੱਜ ਤੱਕ ਬਿਨਾਂ ਕਿਸੇ ਗੱਲ ਦੇ ਲੜਿਆ? ਤੂੰ ਹੀ ਦੱਸ, ਜੇ ਕੋਈ ਕਿਸੇ ਗਰੀਬ ਦੀ ਧੀ ਦੀ ਇੱਜ਼ਤ ਨੂੰ ਹੱਥ ਪਾਉਂਦਾ ਹੋਵੇ ਤਾਂ ਉਹਨੂੰ ਸਿੱਧਾ ਕਰਨਾ ਕੋਈ ਮਾੜੀ ਗੱਲ ਹੈ? ਪੁੱਤ ਮਾਹੀ, ਪਹਿਲਾਂ ਤੇਰਾ ਬਾਪ ਦਰਦ ਵੰਡਾਉਂਦਾ ਇਸ ਜੱਗ ਤੋਂ ਚਲਾ ਗਿਆ। ਹੁਣ ਜੇ ਕੱਲ ਨੂੰ ਤੈਨੂੰ ਕੁਝ ਹੋ ਗਿਆ ਤੇ ਕਦੀ ਸੋਚਿਆ ਤੇਰੀ ਮਾਂ ਦਾ ਕੀ ਹਾਲ ਹੋਣਾ? ਉਹ ਕੁਛ ਨਹੀਂ ਹੁੰਦਾ ਮੈਨੂੰ। ਜਿਹਦੇ ਸਿਰ ਤੇ ਤੇਰੇ ਵਰਗੀ ਮਾਂ ਦਾ ਹੱਥ ਹੋਵੇ ਉਹਨੂੰ ਕਦੇ ਕੁਛ ਨਹੀਂ ਹੋ ਸਕਦਾ। ਤੂੰ ਨਾ ਐ ਸੂਤ ਨਹੀਂ ਆਉਣਾ। ਤੇਰਾ ਕਰਦੀਆਂ ਵਿਆਹ ਤੇ ਤੇਰੀਆਂ ਲੱਤਾਂ ਨੂੰ ਪਾਉਣੀਆਂ ਸੰਗਲ। ਮਾਤਾ ਸੰਗਲ ਪਾਉ ਹੁਣ। ਕਿਹਦੇ ਸੰਗਲ ਪਾਈ ਜਾਨੀ ਆ ਆਂਟੀ? ਸਤਿ ਸ਼੍ਰੀ ਅਕਾਲ ਪੁੱਤ। ਕੀ ਹਾਲ ਹੈ ਤੇਰਾ? ਠੀਕ ਹੈ। ਕਿਵੇਂ ਆ? ਕਿਵੇਂ ਸਿਹਤਾਂ? ਉਹ ਕੀ ਗੱਲ ਹੋ ਗਈ ਆਂਟੀ? ਕਿਹਦੇ ਸੰਗਲ ਲਾਈ ਜਾਨੀ ਹੈ? ਕੋਈ ਪੁੱਛ ਰੱਖ ਲਿਆ? ਤੇਰੇ ਯਾਰ ਦੇ ਸੰਗਲ ਪੈ ਜੂ, ਆਪੇ ਟਿਕ ਜੂ। ਉਹ ਕਾਹਨੂੰ ਸਾਡੀ ਰੰਬੋ ਵਰਗੀ ਆਂਟੀ ਨੂੰ ਤੂੰ ਤੰਗ ਕਰਦਾ ਯਾਰ? ਓ ਯਾਰ ਮੈਂ ਕਾਹਨੂੰ ਤੰਗ ਕਰਦਾ? ਕਿਸੇ ਚੰਗੇ ਕੰਮ ਲਈ ਵੀ ਖੜੇ ਹੋ ਜਾਓ ਨਾ, ਲੋਕ ਤਾਂ ਵੀ ਲਾਂਬਾ ਲੈ ਕੇ ਘਰੇ ਆ ਜਾਂਦੇ ਆ। ਪੁੱਤ ਜੀਤੇ, ਇਹਨੇ ਕੋਈ ਨਾ ਕੋਈ ਪੰਗਾ ਖੜਾ ਕਰੀ ਰੱਖਣਾ। ਤੂੰ ਐਂ ਕਰ, ਇਹਨੂੰ ਆਪਦੇ ਨਾਲ ਪਿੰਡ ਲੈ ਜਾ। ਉਹ ਤੂੰ ਐਂ ਕਰ ਮਾਹੀ, ਖਿੱਚ ਤਿਆਰੀ ਮਿੱਤਰਾ, ਕਰ ਆਪਦੇ ਕੱਪੜੇ ਲੀੜੇ ਪੈਕ ਤੇ ਆਪਾਂ ਚੱਲੀਏ ਪਿੰਡ ਨੂੰ। ਦਿਖਾਣਾ ਤੈਨੂੰ ਪਿੰਡ ਦੇ ਨਜ਼ਾਰੇ ਮਿੱਤਰਾ। ਚੱਲਦੀਆਂ ਮੋਟਰਾਂ, ਲਵਾਂਗੇ ਨਜ਼ਾਰੇ, ਬੋਲਦੀਆਂ ਚਿੜੀਆਂ ਸਵੇਰੇ ਸਵੇਰੇ, ਪੈਂਦਾ ਮੁਟਿਆਰਾਂ ਦਾ ਗਿੱਧਾ, ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਆਹ ਦੇਖੋ ਕਿੰਨੀ ਸੋਹਣੀ ਕੁੜੀ ਤੁਰੀ ਆਉਂਦੀ ਹੈ। ਚੱਲ ਕਰਦੇ ਆ ਉਹਦੇ ਨਾਲ ਗੱਲ। ਦਿਮਾਗ ਤਾਂ ਟਿਕਾਣਿਆ ਤੇਰਾ? ਕਿਉਂ ਛਿੱਤਰਾਂ ਨੂੰ ਥਾਂ ਕਰੀ ਜਾਣਾ? ਚੱਲ ਸਿੱਧਾ ਪਿੰਡ। ਉਹ ਚੱਲ ਗੱਲ ਕਰਦੇ ਆ। ਓਏ ਕਿਉਂ ਤੂੰ ਛਿੱਤਰਾਂ ਨੂੰ ਥਾਂ ਕਰਾਈ ਜਾਣਾ? ਰੁਕ ਜਾ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਆ ਸਾਡੇ ਵਾਲਾ ਬੰਦਾ ਤੁਹਾਡੇ ਨਾਲ ਗੱਲ ਕਰਨ ਨੂੰ ਕਹਿੰਦਾ। ਹਾਂ ਦੱਸੋ, ਕੀ ਗੱਲ ਕਰਨੀ ਹੈ? ਮੈਂ ਕੀ ਗੱਲ ਕਰਨੀ ਹੈ? ਮੈਂ ਤਾਂ ਜਾਣਦਾ ਵੀ ਨਹੀਂ ਇਹਨਾਂ ਨੂੰ। ਮੈਂ ਤਾਂ ਪਿੰਡ ਵੀ ਪਹਿਲੀ ਵਾਰ ਆਇਆ ਜੀ ਅੱਜ। ਠਹਿਰੋ, ਮੈਂ ਦੱਸਦੀ ਹਾਂ ਤੁਹਾਨੂੰ ਕੀ ਗੱਲ ਕਰਨੀ ਹੈ। ਕਰ ਲੈ ਗੱਲ ਹੁਣ। ਮੈਂ ਜੀਤੇ ਦੀ ਦੋਸਤ ਆ, ਅਕਸਰ ਤੁਹਾਡੇ ਬਾਰੇ ਜ਼ਿਕਰ ਕਰਿਆ ਕਰਦਾ। ਓ ਅੱਛਾ ਠੀਕ ਹੈ ਜੀ। ਕੰਮ ਲਈ ਹੋ ਤੁਸੀਂ ਦੋਵੇਂ, ਸੱਚੀ। ਉਹ ਤੂੰ ਤਾਂ ਸਾਈ ਝਾੜਤੇ ਸੀ ਯਾਰ। ਅੱਛਾ, ਇਹ ਹੈ ਤੇਰਾ 440 ਵੋਲਟ ਦਾ ਝਟਕਾ ਹੈ? ਇਹ ਆਪਣੀ ਬਿਜਲੀ ਬਾਈ। ਚੱਲ ਚਲੀਏ। ਚੱਲ ਠੀਕ ਹੈ ਭਰਾਵਾ। ਤੂੰ ਆਸ਼ਿਕ ਮਾਰੇਗੀ ਫਿਰ ਦੀ ਖੁੰਬ ਵਾਂਗੂ ਨਿਖਰੀ ਨੀ ਕਹਿਰ ਗੁਜ਼ਾਰੇਗੀ। ਉਹ ਕਿਵੇਂ ਅੱਜ ਕੱਲੀਏ ਗੇੜੀਆਂ ਮਾਰਦੀ ਫਿਰਦੀ ਐ? ਤੂੰ ਵੀ ਤਾਂ ਕੱਲਾ ਹੀ ਫਿਰਦਾ ਹੈ। ਲੱਗਦਾ ਦੁੱਧ ਦਾ ਕੰਮ ਛੱਡਤਾ, ਅੱਜ ਤਾਂ ਢੋਲ ਵੀ ਨਹੀਂ ਹੈਗੇ ਤੇਰੇ ਕੋਲੇ। ਓਏ ਯਾਰ ਹੁਣ ਤਾਂ ਢੇਡੀ ਢੋਲ ਵਰਗੇ ਨੇ।
ਉਹ ਨਾਲੇ ਦੋਧੀਆਂ ਨੂੰ ਹੋਰ ਕੰਮ ਨਹੀਂ ਹੋ ਸਕਦਾ ਕੋਈ ਹੈ? ਅੱਜ ਤਾਂ ਮੈਂ ਫੇਰਾ ਪਾਉਣ ਆਇਆ। ਫੇਰੇ ਹੀ ਪਾਈ ਜਾਏਗਾ ਕਿ ਫੇਰੇ ਵੀ ਲਏਗਾ? ਓਏ ਲੈ ਲਾਂਗੇ ਫੇਰੇ ਵੀ। ਜਿਹੜਾ ਇਹ ਚੋਰੀ ਛੁਪੇ ਮਿਲਣ ਦਾ ਸਵਾਦ ਆ ਨਾ, ਉਹ ਵੱਖਰਾ ਹੀ ਹੁੰਦਾ। ਪਰ ਕਦੋਂ ਤੱਕ ਮਿਲਦੇ ਰਵਾਂਗੇ? ਤੂੰ ਬਸ ਕੁਛ ਕਰ। ਕਰਨ ਨੂੰ ਹੁਣ ਗਿੱਟੇ ਤੇ ਖੁਰਕ ਕਰ ਲਾਂ ਮੈਂ? ਤੈਨੂੰ ਮਜ਼ਾਕ ਸੁਝਦੇ ਐ? ਜਦੋਂ ਮੇਰੇ ਡੈਡੀ ਨੇ ਮੈਨੂੰ ਕਿਤੇ ਹੋਰ ਵਿਆਹ ਕੇ ਤੋਰਤਾ ਨਾ, ਫਿਰ ਕੰਧਾਂ 'ਚ ਸਿਰ ਦੇ ਦੇ ਕੇ ਰੋਏਗਾ। ਮੇਰੇ ਡੈਡੀ ਨਾਲ ਛੇਤੀ ਛੇਤੀ ਗੱਲ ਕਰ ਬਸ। ਮੈਨੂੰ ਲੱਗਦਾ ਤੂੰ ਖੁਰਕ ਕਹਿ ਦੀ, ਆਪਦੇ ਡੈਡੀ ਤੋਂ ਗਿੱਟੇ ਛਿੰਗਾਏਂਗੀ ਮੇਰੇ। ਚਲੋ ਕੋਈ ਨਹੀਂ, ਇਹ ਵੀ ਕੌੜਾ ਕੁੱਟ ਭਰਨਾ ਹੀ ਪਊ। ਠੀਕ ਹੈ, ਚੰਗਾ, ਹੁਣ ਪਿੱਛੇ ਹੀ ਚਲਾ ਕੇ ਜਾਊਂਗਾ ਮੈਂ। ਫਿਰ ਦੀਆਂ ਖੁੰਬ ਵਾਂਗੂ ਨਿਖਰੀ ਨਿਖਰ ਗੁਜ਼ਾਰੇਂਗੀ। ਆਲੋ ਨਹੀਂ ਕੁੜੀਓ, ਖੀਰ ਲੈ ਕੇ ਆਈ ਤੁਹਾਡੇ ਵਾਸਤੇ, ਠੰਡੀ ਠੰਡੀ ਖਾ ਲਓ। ਖਾ ਲੈ। ਨਹੀਂ ਆਂਟੀ, ਮੈਂ ਨਹੀਂ ਖਾਣੀ, ਮੈਨੂੰ ਭੁੱਖ ਨਹੀਂ ਹੈਗੀ। ਕੋਈ ਨਾ ਪੁੱਤ, ਖਾ ਲਾ, ਬੜੀ ਸਵਾਦ ਬਣੀ ਆ। ਖਾ ਲੈ ਜਿਆਦਾ ਨਖਰੇ ਨਾ ਕਰ। ਨਹੀਂ ਆਂਟੀ, ਸਾਰਾ ਕੰਮ ਤਾਂ ਤੁਸੀਂ ਕਰਦੇ ਪਏ ਹੋ, ਥੋੜਾ ਕੰਮ ਇਹ ਤੋਂ ਵੀ ਕਰਾ ਲਿਆ ਕਰੋ। ਨਾਲੇ ਇਹਦੇ ਵਿਆਹ ਤੋਂ ਬਾਅਦ ਤਾਂ ਸਾਰਾ ਕੰਮ ਤੁਸੀਂ ਹੀ ਕਰਨਾ ਹੈ। ਕੋਈ ਗੱਲ ਨਹੀਂ ਧੀਏ, ਸੌਰੀ ਜਾ ਕੇ ਤੇ ਇੰਨੇ ਹੀ ਕਰਨਾ ਸਾਰਾ। ਤੂੰ ਨਾ ਆਪਣੀ ਸਿਆਣਪ ਆਪਣੇ ਕੋਲ ਰੱਖ, ਮੇਰੀ ਮਾਂ ਨੂੰ ਚੱਕਣਾ ਨਾ ਦੇ। ਅੱਛਾ ਜੀ। ਜਦੋਂ ਕੰਮ ਨੂੰ ਕਹਿ ਦੋ ਤਾਂ ਤੈਨੂੰ ਬੁਰਾ ਲੱਗਦਾ ਹੈ? ਸਾਰਾ ਦਿਨ ਤਾਂ ਤੂੰ ਟੀਵੀ ਦੇਖਦੀ ਰਹਿੰਦੀ ਹੈ। ਉਦੋਂ ਪਤਾ ਲੱਗੂ ਜਦੋਂ ਸੋਹਰੇ ਘਰ ਜਾ ਕੇ ਨਾ ਸੱਸ ਨੇ ਤੇਰੇ ਡੰਡੇ ਮਾਰੇ। ਖਰਚਾ ਕਮਲ, ਤੈਨੂੰ ਤਾਂ ਮੈਂ ਦੱਸਦੀ ਆ ਪਤਾ। ਮੇਰੀ ਸੱਸ ਤਾਂ ਜਦੋਂ ਮੈਨੂੰ ਮਾਰੂਗੀ ਤੈਨੂੰ ਤਾਂ ਹੁਣੇ ਪਤਾ ਦੱਸਦੀ ਆ। ਖੜ ਜ਼ਰਾ, ਹੁਣ ਕਿੱਥੇ ਭੱਜਦੀ ਐ? ਉਹ ਬਚ ਕੇ ਕਮਲ, ਤੂੰ ਤਾਂ ਜੀਪ ਦੇ ਹੇਠ ਹੀ ਆ ਚੱਲੀ ਸੀ। ਲੱਗਦਾ ਰਾਣੀ ਨਾਲ ਲੜ ਕੇ ਹੀ ਲੱਗਦੀ ਆ। ਡੈਡੀ ਜੀ। ਰਾਣੋ ਪੁੱਤ, ਕੀ ਗੱਲ ਰੌਲਾ ਆ ਕਾਹਤੋਂ ਪਾਇਆ? ਮਾਹੀ ਵੀਰ ਆਇਆ ਜੀਤੇ ਵੀਰ ਨਾਲ ਸ਼ਹਿਰੋਂ। ਅੱਛਾ, ਕੋਈ ਨਾ, ਉਹਨੂੰ ਅੰਦਰ ਤਾਂ ਆਂਦੇ ਪੁੱਤ। ਆ ਗਏ ਜੀ, ਆ ਗਏ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ। ਤੂੰ ਤਾਂ ਸ਼ਹਿਰ ਜਾ ਕੇ ਦਿਲ ਹੀ ਲਾ ਲਿਆ। ਉਹ ਦਿਲ ਤਾਂ ਰਾਣੀ ਘਰ ਪਰਿਵਾਰ ਚ ਲੱਗਦਾ, ਖੱਲੇ ਬੰਦੇ ਦਾ ਕਦੇ ਦਿਲ ਲੱਗਿਆ? ਮਾਹੀ ਪੁੱਤ, ਕਿਤੇ ਸ਼ਹਿਰ ਜਾ ਕੇ ਉਹਨਾਂ ਸ਼ਹਿਰੀਆਂ ਵਰਗਾ ਤਾਂ ਨਹੀਂ ਬਣ ਗਿਆ ਜਿਹੜੇ ਮਾਪਿਆਂ ਦੀ ਕਮਾਈ ਨੂੰ ਨਸ਼ਿਆਂ 'ਚ ਰੋੜ ਦਿੰਦੇ ਆ। ਅੰਕਲ ਜੀ, ਤੁਹਾਡਾ ਪੁੱਤ ਤੁਹਾਡਾ ਕਦੇ ਸਿਰ ਨੀਵਾ ਨਹੀਂ ਹੋਣ ਦਿੰਦਾ। ਬੇਸ਼ੱਕ ਮੈਂ ਸ਼ਹਿਰ ਚਲਾ ਗਿਆ, ਪਰ ਮੇਰਾ ਦਿਲ ਤੇ ਖੂਨ ਤਾਂ ਦੋਵੇਂ ਪਿੰਡੂ ਹੀ ਨੇ। ਉਹ ਬਾਪੂ ਯਾਰ, ਤੁਸੀਂ ਵੀ ਆਉਣ ਸਾਰੀ ਸ਼ੁਰੂ ਹੋ ਜਾਂਦੇ ਆ। ਉਹ ਮਾਤਾ, ਚੱਲ ਦੇ ਕੁਝ ਖਾਣ ਪੀਣ ਨੂੰ। ਆ ਤੁਸੀਂ ਚੰਗੇ ਹੋ, ਐਵੇਂ ਜੋਕਾਂ ਨੂੰ ਲੈਕਚਰ ਦੇਈ ਜਾਂਦੇ ਹੋ। ਕੁਝ ਖਾਣ ਪੀਣ ਨੂੰ ਤਾਂ ਦੇ ਦਿਓ ਉਹਨਾਂ ਨੂੰ। ਲੋ ਕਰ ਲੋ ਘਿਓ ਨੂੰ ਭਾਂਡਾ। ਉਹ ਖਾਣ ਪੀਣ ਦਾ ਮੰਤਰੀ ਅਸੀਂ ਤੈਨੂੰ ਬਣਾਇਆ ਹੈ ਤੇ ਦਰਖਾਸਤਾਂ ਸਾਡੇ ਅੱਗੇ ਰੱਖੀ ਜਾਂਦੀ ਹੈ। ਚੱਲ ਯਾਰ ਅੰਦਰ ਆਓ ਪੁੱਤ, ਚਲੋ ਪੁੱਤ, ਆਓ ਚਲੋ ਅੰਦਰ। ਤੁਸੀਂ ਵੀ ਹੱਥ ਹੀ ਹੋ ਬਸ। ਉਹ ਕਿਵੇਂ ਨਿੰਮੋ ਰਾਣੀਏ, ਅੱਜ ਤਾਂ ਬੜੀ ਦੁੱਧ ਵਾਂਗੂ ਨਿਖਰੀ ਫਿਰਦੀਆਂ ਹੈ। ਵੇ ਦੋਜੀ ਆ, ਕਦੇ ਤਾਂ ਦੁੱਧ ਤੋਂ ਬਾਹਰ ਆ, ਕਦੇ ਮੇਰਾ ਡੈਡੀ ਤੈਨੂੰ ਦੁੱਧ 'ਚ ਪਾ ਕੇ ਰਿੜਕ ਦੂ। ਫੇਰ ਕੀ ਹੋ ਗਿਆ? ਮੱਖਣ ਨਿਕਲੇ ਉਸਕਾ ਖਾ ਲਿਆ ਕਰੀ, ਅੰਦਰ ਹੀ ਬੋਲੂ ਤੇਰੇ। ਇੱਧਰ ਨੇੜੇ ਤਾਂ ਹੋ ਜਾ, ਦੋ ਪਿਆਰ ਦੀਆਂ ਗੱਲਾਂ ਤਾਂ ਕਰ ਲੈ ਮੇਰੇ ਨਾਲ। ਪਿਆਰ ਦੀਆਂ ਗੱਲਾਂ ਕਰਨ ਨੂੰ ਤਾਂ ਮੇਰਾ ਵੀ ਬਹੁਤ ਜੀ ਕਰਦਾ ਹੈ। ਪਰ ਹੁਣ ਤੂੰ ਜਾ। ਕਿਉਂ? 11 ਵਜ ਗਏ, ਮੇਰੇ ਡੈਡੀ ਆਉਣ ਵਾਲੇ ਨੇ। ਤੇਰਾ ਡੈਡੀ ਹੈ ਕਿ ਮਿੰਨੀ ਬੱਸ ਜਿਹੜਾ ਟਾਈਮ ਤੇ ਆਉਂਦਾ? ਮਿੰਨੀ ਬੱਸ ਦਾ ਤਾਂ ਮੈਨੂੰ ਪਤਾ ਨਹੀਂ। ਜੇ ਮੇਰੇ ਡੈਡੀ ਨੇ ਤੇਰੇ ਕੰਨ ਤੇ ਵਜਾਈਆਂ ਨਾ, ਤੇਰੀ ਬੱਸ ਹੋ ਜੂ। ਜਾ। ਸਤਿ ਸ਼੍ਰੀ ਅਕਾਲ ਜੀ, ਪੈਰੀ ਪੈਨਾ ਜੀ। ਲੱਗਦਾ ਪੈਰੀ ਪੈਂਦੇ ਦਾ। ਤੈਨੂੰ ਕਿੰਨੀ ਵਾਰ ਸਮਝਾਇਆ ਬਈ ਤੂੰ ਬਾਹਰ ਹੀ ਰਿਹਾ ਕਰ, ਦਰਵਾਜ਼ੇ ਤੋਂ ਅੰਦਰ ਨਾ ਵੜਿਆ ਕਰ। ਨਾ ਇਸ ਵੇਲੇ ਦੁੱਧ ਪਾਣ ਦਾ ਟਾਈਮ ਹੈ। ਅੱਜ ਦੁੱਧ ਪਾਉਣ ਨਹੀਂ ਆਇਆ ਜੀ, ਅੱਜ ਤਾਂ ਰਿਸ਼ਤੇਦਾਰੀ ਪਾਉਣ ਆਇਆ ਜੀ। ਹਾਂਜੀ। ਅਜੇ ਫਿਰ ਮੈਨੂੰ ਪੱਕਾ ਪਤਾ ਸੀ ਬਈ ਮੇਰਾ ਅੜਿਆ ਗੱਡਾ ਤੂੰ ਹੀ ਕੱਢੇਗਾ। ਮੈਂ ਤਾਂ ਗੁੱਡੀ ਵੀ ਕੱਢਣ ਨੂੰ ਫਿਰਦਾ ਜੀ। ਹਾਂ ਹਾਂਜੀ, ਕੁਛ ਨਹੀਂ ਜੀ। ਅੱਛਾ ਐ ਦੱਸ, ਉਹ ਜਿਹੜੀ ਕੁੜੀ ਤੂੰ ਮੇਰੇ ਵਾਸਤੇ ਦੇਖ ਰਿਹਾ ਉਹ ਫਿੱਟ ਹੈ? ਮੈਂ ਤੁਹਾਡੀ ਨਹੀਂ ਜੀ, ਆਪਣੇ ਰਿਸ਼ਤੇ ਦੀ ਗੱਲ ਕਰਨਾ ਆ। ਆਪਣੇ ਰਿਸ਼ਤੇ ਦੀ ਗੱਲ ਕਰਨਾ ਆਇਆ ਤਾਂ ਆਪਣੇ ਘਰ ਕਰ, ਇੱਥੇ ਕੀ ਕਰਨ ਆ ਗਿਆ ਤੂੰ? ਨਹੀਂ ਜੀ, ਮੈਂ ਆਪਣੇ ਵੱਲੋਂ ਤੁਹਾਡੇ ਰਿਸ਼ਤੇ ਦੀ ਗੱਲ ਕਰਨਾ ਆਇਆ ਜੀ। ਅੱਛਾ ਅੱਛਾ। ਹਾਂਜੀ। ਇੱਕ ਗੱਲ ਤਾਂ ਦੱਸ ਮੱਖਣਾ। ਹਾਂਜੀ। ਕੁੜੀ ਦੀ ਉਮਰ ਕੀ ਹੈ? 38 ਜੀ। ਮੈਂ ਉਮਰ ਪੁੱਛੀ ਹੈ, ਕਮਰ ਨਹੀਂ ਪੁੱਛੀ।
ਉਮਰ ਤਾਂ 38 ਹੈ ਜੀ, ਕਮਰ 48 ਹੈ। ਭਾਰ ਕਿੰਨਾ ਕੁੜੀ ਦਾ? ਤੁਸੀਂ ਤੋਲ ਕੇ ਰਿਸ਼ਤਾ ਕਰਦੇ ਹੋ ਜੀ? ਨਹੀਂ, ਇਹ ਵੀ ਤਾਂ ਦੇਖਣਾ ਹੁੰਦਾ ਬਈ ਮੇਰੀ ਸਾਈਕਲ ਚੱਲੇਗੀ ਉਹਦਾ ਭਾਰ ਕੇ ਨਹੀਂ। ਕੋਈ ਨਾ ਜੀ, ਇੱਕ ਜਣਾ ਚੜ ਜਾ ਕਰੋ ਜੀ। ਅੱਛਾ ਅੱਛਾ, ਇੱਕ ਗੱਲ ਦੱਸ। ਹਾਂਜੀ। ਕੁੜੀ ਵਿਆਹੀ ਤਾਂ ਨਹੀਂ ਹੋਈ ਪਹਿਲਾਂ? ਨਾ ਜੀ, ਕਿੱਥੇ। ਬਸ 2-3 ਵਾਰੀ ਭੱਜੀ ਹੈ ਕਿਸੇ ਦੇ ਨਾਲ। ਫਿਰ ਮੁੜੀ ਕਿਵੇਂ? ਬਾਜੀ ਜਿਹੜਾ ਲੈ ਕੇ ਜਾਂਦਾ ਸੀ ਉਹੀ ਹੱਥ ਜੋੜ ਕੇ ਛੱਡ ਜਾਂਦਾ ਸੀਗਾ। ਫਿਰ ਮੇਰੇ ਵੱਲੋਂ ਵੀ ਹੱਥ ਜੋੜੇ ਦੇਖ ਲੈ। ਤੂੰ ਹੁਣ ਇੱਥੋਂ ਨਿਕਲ ਜਾ। ਮੇਰੀ ਤਾਂ ਸਾਰੀ ਉਮਰ ਛੱਡ ਛਡਾਈ ਦੇ ਵਿੱਚ ਹੀ ਨਿਕਲ ਜਾਊਂਗੀ। ਹੈ ਜੇ ਕੋਈ ਚੱਜ ਦਾ ਰਿਸ਼ਤਾ ਮਿਲਿਆ ਤਾਂ ਹੀ ਇੱਥੇ, ਨਹੀਂ ਚੱਲ ਦਫਾ ਹੋ ਇੱਥੋਂ। ਪਸੰਦ ਨਹੀਂ ਆਈ ਜੀ? ਪਸੰਦ? ਮੈਂ ਮਾਰੂ ਜੁੱਤੀਆਂ ਤੇਰੇ। ਉਹ ਤੇਰਾ ਲਿਖ ਦੂੰ ਸਫੈਦਿਆਂ ਤੇ ਨਾ ਬਿੱਲੋ ਨੀ ਜੀਟੀ ਰੋਡ ਦੇ ਉੱਤੇ। ਵੇ ਵੱਡਿਆ ਸਰਦੂਰ ਸਿਕੰਦਰਾ, ਕਿਉਂ ਸਾਰਾ ਦਿਨ ਘਸਾਈ ਜਾਂਦਾ ਰਹਿਣਾ ਇਹਨੂੰ? ਨਾ ਕਿਹੜੀ ਮੇਮ ਨੂੰ ਮਿਲ ਜਾਣਾ, ਤੂੰ ਦੱਸ ਮੈਨੂੰ। ਜਮਾ ਆਹੀ ਗੱਲ ਆਂਟੀ ਜੀ ਜਿਹੜੀ ਤੁਸੀਂ ਕਹੀ ਹੈ। ਦੇਖੋ ਤਾਂ ਸਹੀ ਕਿਵੇਂ ਕੱਪੜਾ ਮਾਰ ਮਾਰ ਕੇ ਰੰਗ ਲਾਉਣ ਲੱਗਿਆ ਇਹਦਾ। ਉਹ ਬਾਈ, ਮੈਂ ਕਿਸੇ ਵੀ ਮੇਮ ਨੂੰ ਨਹੀਂ ਮਿਲਣ ਜਾਣਾ। ਮੈਂ ਤਾਂ ਖੇਤ ਚੱਲਿਆ ਮੋਟਰ ਚਲਾਉਣ। ਚੱਲ ਫਿਰ ਮੈਂ ਵੀ ਚੱਲਦਾ ਤੇਰੇ ਨਾਲ। ਉਹ ਨਹੀਂ 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 ਨਹੀਂ, ਤੂੰ ਉੱਥੇ ਕੀ ਕਰੇਂਗਾ ਯਾਰ? ਕੱਚੀ ਪਹੀ ਐ, 2 ਜਣਿਆਂ ਨੂੰ ਇਹਨੇ ਖਿੱਚਣਾ ਨਹੀਂ। ਅੱਛਾ ਅੱਛਾ, ਇਹ 2 ਨੂੰ ਨਹੀਂ ਖਿੱਚਦਾ। ਹੋਰ ਉਹ ਇਹ ਤਾਂ 4 ਨੂੰ ਖਿੱਚ ਲੂ, ਛੋਟੇ ਵਰਗਾ ਦਾ ਮੋਟਰਸਾਈਕਲ ਹੈ। ਉਹ ਤਾਂ ਸਮਝਿਆ ਕਰ, ਇਹਦੇ ਪਿਛਲੇ ਟਾਇਰ 'ਚ ਹਵਾ ਵੀ ਘੱਟ ਐ। ਸਮਝ ਗਿਆ। ਚੱਲ ਜਾ ਤੂੰ, ਹਵਾ ਭਰਾ ਲਈ। ਮੈਨੂੰ ਪਤਾ ਬੈਠਣਾ 2 ਨਹੀਂ ਹੈ। ਜਾਣਦੇ ਯਾਰ। ਆਹ ਦੇਖ ਲੋ, ਇਹ ਸੁਣਦਾ ਕਿਸੇ ਦੀ ਭਲਾ? ਲਾਈਟ ਦੀ ਸ਼ਾਮ ਨੂੰ 4 ਵਜੇ ਆਉਣੀ ਆ, ਇਹ 12 ਵਜੇ ਤੁਰ ਪਿਆ। ਹੋਰ ਕੀ, ਇਹਨੇ ਪਤਾ ਨਹੀਂ ਕਿਹੜੀ ਮੋਟਰ ਚਲਾਉਣੀ ਆ। ਉਹ ਅੰਕਲ ਜੀ, ਪਿੰਡਾਂ 'ਚ ਲਾਈਟ ਅੱਖ ਮਟੱਕਾ ਕਰਦੀ ਹੋ ਰਹਿੰਦੀ ਆ। ਅੱਜ ਬਿਜਲੀ ਵਾਲਿਆਂ ਨੇ ਛੇਤੀ ਛੱਡਤੀ ਹੋਣੀ ਆ। ਪਰ ਦੇਖ ਲਓ, ਇੱਕ ਗੱਲ ਦਾ ਪੱਕਾ, ਟਾਈਮ ਤੇ ਮੋਟਰ ਚਲਾਉਣੀ ਨਹੀਂ ਭੁੱਲਦਾ। ਨਾ ਦੱਸੇ ਕੋਈ ਟਾਈਮ ਹੈ ਆਉਣ ਦਾ? 2 ਘੰਟੇ ਤੋਂ ਵੇਟ ਕਰ ਰਹੀ ਹਾਂ ਮੈਂ ਤੇਰੀ। ਜਾਂ ਮੈਂ ਨਹੀਂ ਬੋਲਣਾ ਤੇਰੇ ਨਾਲ। ਉਹ ਮੇਰੀ ਇਹ ਬਿਜਲੀ ਏ, ਗੁੱਸੇ ਕਾਹਨੂੰ ਹੁੰਨੀ ਐ? ਇਹਦਾ ਪਤੰਦਰ ਦਾ ਟਾਇਰ ਪੈਂਚਰ ਹੋ ਗਿਆ ਸੀ। ਨਾ ਦੱਸ, ਮੇਰਾ ਨਾ ਕੋਈ ਬਿਜਲੀ ਹੈ, ਐਵੇਂ ਹੀ ਬਸ। ਤੂੰ ਮੇਰੀ ਗੱਲ ਸੁਣ। ਜਾਂ ਮੈਂ ਨਹੀਂ ਤੇਰੀ ਕੋਈ ਗੱਲ ਸੁਣਦੀ। ਉਹ ਤੂੰ ਤਾਂ ਛੁੱਟੀ ਦਾ ਬਹਾਨਾ ਲਾ ਕੇ ਮਿਲਣ ਆਉਣੀ ਐ, ਪਰ ਮੈਂ ਤਾਂ ਰੋਜ਼ ਬਿਜਲੀ ਦਾ ਬਹਾਨਾ ਮਾਰ ਕੇ ਤੈਨੂੰ ਮਿਲਣ ਆਉਣਾ। ਅੱਛਾ, ਹੋਰ ਕੀ? ਤੁਸੀਂ ਬਿਜਲੀ ਦਾ ਬਹਾਨਾ ਮਾਰ ਕੇ ਆਂਦੇ ਹੋ ਤੇ ਮੈਂ ਛੁੱਟੀ ਦਾ। ਯਾਰ ਤੂੰ ਮੈਨੂੰ ਇੱਕ ਗੱਲ ਦੱਸ, ਬਈ ਛੁੱਟੀ ਦਾ ਬਹਾਨਾ ਮਾਰ-ਮਾਰ ਆਪਾਂ ਕਦੋਂ ਤੱਕ ਮਿਲਦੇ ਰਵਾਂਗੇ? ਪਤਾ ਕਦੋਂ ਤੱਕ? ਕਦੋਂ ਤੱਕ? ਜਦੋਂ ਤੱਕ ਤੁਸੀਂ ਵਿਆਹ ਕਰਾ ਕੇ ਸੇਰਾ ਬਣ ਕੇ ਮੈਨੂੰ ਫੁੱਲਾਂ ਵਾਲੀ ਕਾਰ 'ਚ ਲੈ ਕੇ ਨਹੀਂ ਜਾਂਦੇ। ਉਹ ਫੁੱਲ ਤਾਂ ਮੈਂ ਕਦੋਂ ਦਾ ਚੱਕੇ ਫਿਰਦਾ, ਸਾਲੀ ਕੋਈ ਕਾਰ ਹੀ ਨਹੀਂ ਮਿਲਦੀ। ਅੱਛਾ, ਤੇ ਆ ਕਦੇ ਵਾਸਤੇ ਰੱਖਿਆ ਫਿਰ? ਓਏ ਰਾਹ 'ਚ ਪੈਂਚਰ ਹੋ ਜਾਂਦਾ ਪਤੰਦਰ। ਤੁਹਾਡੇ ਵਰਗਾ ਹੀ ਹੈ ਜਮਾ। ਪਰ ਹੁਣ ਮਜ਼ਾਕ ਛੱਡੋ, ਪਹਿਲਾਂ ਦੱਸੋ ਹੁਣ ਸੱਚੀ ਕਦੋਂ ਆਓਗੇ ਵਿਆਹ ਲਈ? ਅੱਛਾ, ਫਿਰ ਇਹ ਗੱਲ ਹੈ। ਤਾਂ ਚੱਲ ਹੁਣ ਫਿਰ ਤੂੰ ਖਿੱਚ ਤਿਆਰੀ। ਹੁਣ ਜੱਟ ਤੈਨੂੰ ਫੁੱਲਾਂ ਵਾਲੀ ਕਾਰ ਤੇ ਹੀ ਲੈ ਕੇ ਜਾਊ। ਪੱਕਾ? ਪੱਕਾ। ਠੀਕ ਹੈ। ਐਵੇਂ ਮਰੀ ਜਾਣਾ ਯਾਰ ਤੂੰ ਤਾਂ। ਐਵੇਂ ਕਾਹਨੂੰ ਮਰੀ ਜਾਣਾ? ਤੈਨੂੰ ਐਵੇਂ ਲੱਗਦਾ ਇਹ ਡੋਲੂ ਜਿਹਾ? ਐਡਾ ਵੱਡਾ ਪਤੀਲਾ ਦੁੱਧ ਦਾ ਫੜਾ ਕੇ ਆਇਆ ਉਧਰ। ਲੈ ਉਹ ਆ ਗਿਆ। ਚੱਲ ਅੱਛੋ ਜਿੰਨੀ ਉਮਰ ਭੋਗ ਕੇ ਮਰੂ। ਬੁਲਾਈਏ ਇਹਨੂੰ, ਸਵਾਦ ਲੈਣੇ। ਬੁਲਾ ਇਹਨੂੰ। ਉਹ ਦੋ ਜੀ, ਗੱਲ ਸੁਣੀ। ਹਾਂ, ਕੀ ਗੱਲ? ਦੋਜੀ ਤੋਂ ਦੁੱਧ ਪਾਉਣਾ? ਨਾ ਹੋਰ ਕਿਹੜਾ ਖੀਰ ਪਾਉਣੀ, ਅਸੀਂ ਦੁੱਧ ਹੀ ਪਾਉਣਾ ਤੇਥੋਂ। ਭਾਂਡਾ ਤਾਂ ਹੈ ਨਹੀਂ, ਦੁੱਧ ਗੀਜੇ 'ਚ ਪਵਾ ਕੇ ਲੈ ਕੇ ਜਾਏਗਾ? ਤੂੰ ਵੀ ਪਤੰਦਰਾ ਗੱਲਾਂ 'ਚ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦਾ। ਉਹ ਇਸ਼ਕ 'ਚ ਇੰਨੇ ਨਹੀਂ ਹੋਈਦਾ, ਘਾਟਾ ਪੈ ਜਾਂਦਾ। ਮੈਂ ਸੁਣਿਆ ਕੱਲ ਉਧਰ ਦੁੱਧ ਵੱਧ ਪਾ ਕੇ ਆਇਆ ਤੂੰ। ਉਹ ਫੇਰ ਕੀ ਹੋ ਗਿਆ? ਮੈਂ ਤਾਂ 2 ਕਿਲੋ ਦੁੱਧ ਹੀ ਵੱਧ ਪਾਇਆ। ਤੁਹਾਡੇ ਵਰਗੇ ਇਸ ਕੰਮ 'ਚ ਜ਼ਮੀਨਾਂ ਫੂਕ ਦਿੰਦੇ ਨੇ। ਓਏ ਸਾਡਾ ਕੁਛ ਨਹੀਂ ਜਾਣਾ, ਤੂੰ ਮਾਂਜਿਆ ਜਾਣਾ। ਉਹ ਸਗੋਂ ਮੇਰਾ ਕੁਛ ਨਹੀਂ ਜਾਣਾ, ਤੁਸੀਂ ਮਾਂਜੇ ਜਾਓਗੇ। ਉਹ ਮੈਂ ਤਾਂ ਦੁੱਧ ਪਾਣੀ ਪਾ ਕੇ ਵੀ ਪੂਰਾ ਕਰ ਲੂੰ, ਤੁਸੀਂ ਮਿੱਟੀ ਦੀਆਂ ਟਰਾਲੀਆਂ ਪਾ ਕੇ ਪੂਰੀ ਕਰੋਗੇ ਜ਼ਮੀਨ। ਉਹ ਨਾਲੇ ਤੇਰਾ ਤਾਂ ਪਤਾ ਹੀ ਹੈ ਮੈਨੂੰ, ਜਿਹੜਾ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਹੱਥ ਲਾਉਣ ਨੂੰ ਫਿਰਦਾ ਨਾ ਤੂੰ, ਉਹ ਬਿਜਲੀ ਲਿਸ਼ਕਦੀ ਹੈ ਚੰਗੀ ਲੱਗਦੀ ਹੈ, ਜਿੱਦੇ ਉੱਤੇ ਡਿੱਗ ਪਈ ਨਾ ਥਾਂ ਹੀ ਝੁਲਸਿਆ ਜਾਏਗਾ। ਹੋਰ ਲੈ ਪੰਗਾ ਇਹਦੇ ਨਾਲ। ਜਾ ਬਾਬਾ ਤੂੰ ਦੁੱਧ ਪਾਇਆ। ਉਹ ਬਾਬਾ ਨਹੀਂ, ਚਾਚਾ ਲੱਗਦਾ ਤੇਰਾ, ਯਾਦ ਰੱਖਿਆ ਕਰ। ਲੈ ਲੈ ਸਵਾਦ। ਵੀਰੇ, ਕਿਹੜੀਆਂ ਸੋਚਾਂ 'ਚ ਡੁੱਬਾ? ਕੋਈ ਗੱਲਬਾਤ ਸੁਣਾ। ਗੱਲ ਕੀ ਸੁਣਾਵਾਂ?
ਰਾਣੀ ਹੂੰ ਉਹ ਕੁੜੀ ਕੌਣ ਸੀ ਜਿਹੜੀ ਸਾਡੀ ਜੀਪ 'ਚ ਵੱਜੀ ਸੀ? ਤੂੰ ਕੀ ਲੈਣਾ ਉਸ ਕੁੜੀ ਤੋਂ? ਲੈ ਪਤਾ ਕੀ ਕਹਿੰਦੀ, ਅੰਨਾ ਹੋਇਆ ਤੇ ਤੂੰ ਦੇਖ ਕੇ ਜੀਪ ਨਹੀਂ ਚਲਾ ਹੁੰਦੀ। ਪਰ ਵੀਰੇ ਜੀਪ ਤਾਂ ਜੀਤਾ ਵੀਰਾ ਚਲਾ ਰਿਹਾ ਸੀ। ਉਹ ਆਹੀ ਤਾਂ ਮੈਂ ਕਹਿਣਾ, ਜੀਪ ਉਹ ਚਲਾ ਰਿਹਾ ਸੀ, ਗੁੱਸਾ ਮੇਰੇ ਤੇ ਕੱਢ ਗਈ। ਵੀਰੇ ਤੂੰ ਐਵੇਂ ਬੁਝਾਰਤਾਂ ਜਿਹਾ ਨਾ ਪਾ। ਉਹ ਸਿੱਧੀ ਸਾਦੀ ਕੁੜੀ ਹੈ, ਕੋਈ ਉਹੋ ਜੀ ਕੁੜੀ ਨਹੀਂ ਹੈ। ਉਹ ਸਿੱਧੀ ਸਾਦੀ ਉਹ ਨਹੀਂ, ਸਿੱਧੀ ਸਾਦੀ ਤੂੰ ਐ ਜਿਹੜਾ ਤੂੰ ਉਸ ਕੁੜੀ ਬਾਰੇ ਜਾਣਦੀ ਨਹੀਂ। ਚੱਲ ਜੇ ਤੂੰ ਕਹਿਨੀ ਆ ਵੀ ਉਹ ਸਿੱਧੀ ਸਾਦੀ ਕੁੜੀ ਐ ਫੇਰ ਮੈਨੂੰ ਪਹਿਲਾਂ ਮਿਲਾ। ਅੱਛਾ ਹਾਂ ਚੱਲ ਫਿਰ ਮਿਲਾਵਾਂ। ਕੁੜੇ ਲਿਆ ਪਾਣੀ ਦਾ ਘੁੱਟ, ਆ ਮੱਛੜਾ ਮੇਰੇ ਮੂੰਹ 'ਚ ਫਸ ਗਿਆ। ਤਾਈ ਘਰੇ ਹੀ ਹੈ। ਨਹੀਂ ਹੋਈ ਕਰਦੀ ਹੈ, ਦੀਦਾ ਨਹੀਂ। ਧਿਆਨ ਕਿੱਥੇ ਤੇਰਾ? ਸੁਣਦੀ ਐ ਨਾ? ਕਿੱਥੇ ਮਰ ਗਈ ਸੀ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆ ਬੈਠ ਪੁੱਤ। ਮੇਰੇ ਮੂਹਰੇ ਕੀ ਬੈਠੀ ਐ? ਜਾ ਪਾਣੀ ਦਾ ਗਲਾਸ ਲਿਆ। ਕੋਈ ਆਇਆ ਦੀਦਾ ਨਹੀਂ ਤੈਨੂੰ? ਪੁੱਤ ਦਿਮਾਗ ਮੋਟਾ ਇਹਦਾ, ਬਥੇਰਾ ਸਮਝਾਉਣੀ ਆ, ਪਰ ਅਸਰ ਨਹੀਂ ਹੁੰਦਾ। ਤਾਈ ਇਹ ਮੇਰੇ ਜੀਤੇ ਵੀਰੇ ਦਾ ਦੋਸਤ ਸ਼ਹਿਰੋਂ ਆਇਆ। ਕਿਹੜਾ ਪਿੰਡ ਹੈ? ਚੰਡੀਗੜ੍ਹ ਜੀ। ਚੰਡੀਗੜ੍ਹ। ਨੀ ਕਮਲ ਕਿੱਥੇ ਮਰ ਗਈ? ਚਾਹ ਲਿਆ ਹੁਣ। ਹੈ ਨਹੀਂ ਕਿਸੇ ਕੰਮ ਦੀ। ਪਰ ਪੁੱਤ ਵਿਆਹ ਕਰਾਉਣਾ ਆਇਆ? ਹਾਂ ਵਿਆਹ ਵੀ ਜ਼ਰੂਰ ਕਰਾਵਾਂਗੇ ਜੀ, ਜੇ ਕੋਈ ਚੰਗੀ ਕੁੜੀ ਮਿਲੀ ਤਾਂ। ਸੱਚੀ ਗੱਲ ਹੈ। ਨੀ ਫੜ ਲਿਆ ਹੁਣ। ਲੈ ਪੁੱਤ ਚਾਹ ਪੀਓ। ਲੈਤੀ ਹੈ? ਮਰ ਜਾ ਜਾਣਦਾ ਦਾ ਸਰ ਨੀ। ਇਹ ਚਾਹ ਵਿੱਚ ਖੰਡ ਦੀ ਥਾਂ ਤੇ ਲੂਣ ਪਾ ਲਿਆਈ। ਜੀ ਮੈਨੂੰ ਪਤਾ ਨਹੀਂ ਲੱਗਿਆ, ਖੰਡ ਦੀ ਥਾਂ ਲੂਣ ਪੈ ਗਿਆ ਚਾਹ ਵਿੱਚ। ਪਤਾ ਤਾਂ ਤੈਨੂੰ ਤਾਂ ਲੱਗੇ ਜੇ ਤੇਰੀ ਸੁਤਾ ਚਾਹ 'ਚ ਹੋਵੇ। ਚੱਲ ਅੰਦਰ। ਕਮਲੀ ਨਾ ਹੋਵੇ ਤਾਂ ਬੁੱਝ ਜੀ। ਚੰਗਾ ਜੀ। ਚੰਗਾ ਤਾਈ ਅਸੀਂ ਚੱਲਦੇ ਹਾਂ। ਸਤਿ ਸ਼੍ਰੀ ਚੰਗਾ ਅਕਾਲ। ਪੁੱਤ, ਅਕਲ ਮੋਟੀ ਆ। ਸੌਰੀ ਜੀ, ਮੇਰਾ ਤੁਹਾਡੇ ਘਰੇ ਆਉਣ ਕਰਕੇ ਤੁਹਾਨੂੰ ਝਿੜਕਾਂ ਪੈ ਗਈਆਂ। ਤੁਹਾਡੀ ਕੋਈ ਗਲਤੀ ਨਹੀਂ ਹੈ ਜੀ, ਇਹ ਤਾਂ ਮੇਰੇ ਨਾਲ ਰੋਜ਼ ਹੀ ਹੁੰਦਾ ਹੈ। ਆਂਟੀ ਜੀ, ਕਮਲ ਦੇ ਘਰ ਦੇ ਉਹਦੇ ਨਾਲ ਇੰਨਾ ਮਾੜਾ ਵਰਤਾਅ ਕਿਉਂ ਕਰਦੇ ਨੇ? ਕਮਲ ਦੀ ਮਾਂ ਨੇ ਮੇਰੇ ਸਾਹਮਣੇ ਉਹਦੇ ਥੱਪੜ ਮਾਰਿਆ। ਪੁੱਤ ਲੋਕਾਂ ਨੇ ਆਪਣੇ ਪਿੱਛੇ ਕਈ ਦੀਵਾਰਾਂ ਖੜੀਆਂ ਕੀਤੀਆਂ ਹੋਈਆਂ ਨੇ। ਜ਼ਮੀਨ ਤੇ ਪੈਸੇ ਦੇ ਲਾਲਚ ਨੇ ਨਾ ਰਿਸ਼ਤੇ ਖਤਮ ਕਰਤੇ। ਮੈਂ ਸਮਝਿਆ ਨਹੀਂ। ਮਾਹੀ ਪੁੱਤ, ਕਮਲ ਜਦੋਂ ਛੋਟੀ ਹੁੰਦੀ ਸੀ ਨਾ, ਇਹਦੇ ਮਾਪਿਆਂ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ। ਬਸ ਉਸ ਦਿਨ ਤੋਂ ਵਿਚਾਰੀ ਦੇ ਪੁੱਠੇ ਦਿਨ ਸ਼ੁਰੂ ਹੋ ਗਏ। ਇਹਨਾਂ ਨੇ ਉਹਦੇ ਹੱਥੋਂ ਕਿਤਾਬਾਂ ਖਿੱਚ ਖੋ ਕੇ ਆਹ ਸੁੱਟੀਆਂ ਤੇ ਉਹਦੇ ਹੱਥ 'ਚ ਝਾੜੂ ਫੜਾ ਦਿੱਤਾ। ਤੇ ਹੁਣ ਉਹਦੇ ਨਾਂ ਦੇ 40 ਕਿੱਲਿਆਂ ਦੇ ਉੱਤੇ ਗੁਲਸ਼ਰੇ ਉਡਾਉਂਦੇ ਫਿਰਦੇ ਆ। ਤਾਂ ਹੀ ਤਾਂ ਵਿਚਾਰੀ ਦਾ ਵਿਆਹ ਨਹੀਂ ਕੀਤਾ, ਕਮਲੀ ਕਰਕੇ ਘਰੇ ਬਿਠਾਇਆ। ਐਸੀ ਗੱਲ ਤੋਂ ਡਰਦੇ ਆ ਕਿ ਕਿਤੇ ਜ਼ਮੀਨ ਨਾ ਉਹਨਾਂ ਦੇ ਹੱਥੋਂ ਖੁੱਸ ਜੇ। ਪਤਾ ਨਹੀਂ ਉਹ ਦਿਨ ਕਦੋਂ ਆਉਣਗੇ ਜਦੋਂ ਵਿਚਾਰੇ ਨੂੰ ਕੋਈ ਨਰਕ ਚੋਂ ਕੱਢੂਗਾ। ਸਾਨੂੰ ਤਾਂ ਬਾਹਲੀ ਚਿੰਤਾ ਰਹਿੰਦੀ ਹੈ ਵਿਚਾਰੀ ਦੀ। ਰਾਣੀ, ਰਾਣੀ ਘਰ ਹੈ ਨਹੀਂ ਕੋਈ? ਨਹੀਂ, ਕਿਉਂ ਤੁਸੀਂ ਚੋਰੀ ਕਰਨੀ ਹੈ? ਇਹ ਚੋਰੀ ਚੋਰੀ ਦੇ ਮਾਮਲੇ ਸਾਡੇ ਦਿਲਾਂ ਵਿੱਚ ਨਹੀਂ ਹੁੰਦੇ ਤੇ ਕਿਸੇ ਦੇ ਦਿਲ ਦਾ ਸਾਨੂੰ ਪਤਾ ਨਹੀਂ। ਕਮਲ, ਮੈਂ ਤੇਰੇ ਨਾਲ ਦਿਲ ਦੀ ਗੱਲ ਕਰਨੀ ਚਾਹਣਾ।
ਕਰ। ਮੈਨੂੰ ਤੇਰੇ ਬਾਰੇ ਸਾਰਾ ਕੁਝ ਪਤਾ ਲੱਗ ਗਿਆ। ਮੈਂ ਤੇਰੇ ਦੁੱਖ ਵੰਡਾਉਣਾ ਚਾਹਣਾ, ਤੇਰੇ ਗਮਾਂ 'ਚ ਸ਼ਰੀਕ ਹੋਣਾ ਚਾਹਣਾ। ਇਸ਼ਕ ਦੇ ਪੈਂਡੇ ਬੜੇ ਔਖੇ ਹੁੰਦੇ ਨੇ, ਕਿਤੇ ਐ ਨਾ ਹੋਵੇ ਵਿਚਾਲੇ ਸਾਥ ਛੱਡ ਕੇ ਭੱਜ ਜਾਵੇ। ਫਿਕਰ ਨਾ ਕਰ, ਵਿਚਾਲਿਓਂ ਸਾਥ ਨਹੀਂ ਛੱਡਦਾ। ਜੱਟਾਂ ਦੀਆਂ ਦੋ ਹੀ ਚੀਜ਼ਾਂ ਮਸ਼ਹੂਰ ਆ, ਇੱਕ ਯਾਰੀ, ਇੱਕ ਸਰਦਾਰੀ। ਯਾਰੀ ਸਰਦਾਰੀ ਨਾਲੇ ਕਰੀ ਜਾਊਗਾ। ਇਹ ਨਿੰਮੋ ਮੇਰਾ ਕੁੜਤਾ ਸੀ, ਉਹ ਕਿੱਥੇ ਹੈ? ਡੈਡੀ ਜੀ ਉਹ ਤਾਂ ਮੈਂ ਅੰਦਰ ਰੱਖਿਆ ਹੀ। ਉਹ ਮੈਂ ਟੋਲਦਾ ਮਰ ਗਿਆ ਝੋਲੇ 'ਚ। ਜਾ ਲਿਆ ਦਿਖਾ ਮੈਨੂੰ। ਦੇਖ ਕੇ ਭੁੱਖ ਲੈਂਦੀ ਹੈ। ਆਹੋ। ਉਹ ਸਤਿ ਸ਼੍ਰੀ ਅਕਾਲ ਚਾਚਾ। ਸਤਿ ਸ਼੍ਰੀ ਅਕਾਲ ਜੀ। ਕੀ ਗੱਲ, ਕਿੱਥੇ ਦੀ ਤਿਆਰੀ, ਕਿੱਧਰ ਨੂੰ ਚੱਲੇ? ਮੈਂ ਕਿੱਧਰ ਜਾਣਾ ਹੈ? ਹੈਂ? ਤੁਸੀਂ ਚੱਲੋ। ਤੂੰ ਕੀ ਦੇਖਦਾ ਬਿਟਰ ਬਿਟਰ? ਤੂੰ ਵੀ ਚੱਲ ਸਾਲਿਆ। ਉਹ ਚਾਚਾ ਕਮਾਲ ਹੈ, ਤੂੰ ਤਾਂ ਜਾਣੀ ਜਾਣਾ ਹੈ। ਤੈਨੂੰ ਕਿਵੇਂ ਪਤਾ ਲੱਗਿਆ ਤੇਰਾ ਸਾਲਾ? ਹਾਂ। ਹੋਰ ਇਹੀ ਤਾਂ ਤੈਨੂੰ ਅੱਜ ਦੇਖਣਾ ਹੈ ਆਪਦੀ ਭੈਣ ਵਾਸਤੇ। ਸੱਚੀ? ਹਾਂ। ਫਿਰ ਦੇਖਦੇ ਕੀ ਹੋ, ਬੈਠੋ। ਬੈਠਦੇ ਆ। ਓਏ ਇੱਥੇ ਕਿਉਂ ਬਹਿ ਗਿਆ ਪਤੰਦਰਾ? ਮੈਂ ਤੈਨੂੰ ਬੈਠਣ ਨੂੰ ਕਿਹਾ ਹੈ, ਜੰਗਲ ਪਾਣੀ ਜਾਣ ਨੂੰ ਨਹੀਂ ਕਿਹਾ। ਇੱਥੇ ਬੈਠ। ਇੱਧਰ ਆ ਜਾ। ਅੱਛਾ ਜੀ। ਨਿੰਮੋ ਚਾਹ ਪਾਣੀ ਲਿਆਈ। ਹਾਂਜੀ ਡੈਡੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਏਦਾਂ ਕਿਉਂ ਝਾਂਕਦਾ ਹੈ? ਜਦੋਂ ਕਿਸੇ ਝੋਟੇ ਨੂੰ ਦੇਖ ਲੈਂਦਾ ਜੀ, ਬਸ ਐਂ ਹੀ ਅੱਡੀਆਂ ਰਹਿ ਜਾਂਦੀਆਂ ਜੀ ਇਹਦੀਆਂ। ਇਹਦਾ ਮਤਲਬ ਮੈਂ ਝੋਟਾ ਹੈ? ਨਹੀਂ ਜੀ, ਦਰਅਸਲ ਇਹ ਬਚਪਨ ਦੇ ਵਿੱਚ ਸੀ, ਜਦੋਂ ਇਹਦੇ ਮਗਰ ਝੋਟਾ ਪੈ ਗਿਆ ਸੀਗਾ ਜੀ। ਇਹਦੀਆਂ ਡਰ ਨਾਲ ਅੱਖਾਂ ਐਂ ਅੱਡੀਆਂ ਰਹਿ ਗਈਆਂ ਜੀ, ਬਸ ਇੱਥੇ ਐਡਜਸਟ ਹੋ ਗਈਆਂ। ਇਹਦੀ ਭੈਣ ਦੀ ਮਗਰ ਤਾਂ ਨਹੀਂ ਕੋਈ ਡੰਗਰ ਪੱਛਾ ਪਿਆ? ਕਿਤੇ ਉਹਦੀਆਂ ਵੀ ਅੱਖਾਂ ਹੈ ਹੀ ਹੋਣ। ਨਹੀਂ ਜੀ ਨਹੀਂ, ਉਹ ਤਾਂ ਠੀਕ ਹੈ ਜੀ। ਸਿਆਣਿਆਂ ਨੇ ਕਿਹਾ ਹੈ, ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਜ਼ਰੂਰੀ ਹੈ। ਇਹ ਕਿਹਨੇ ਕਹਤਾ ਜੀ? ਤੁਹਾਡੇ ਘਰ 'ਚ ਲੱਗਦਾ ਤਾਂ ਹੈ ਨਹੀਂ ਸਿਆਣਾ ਕੋਈ। ਮੈਂ ਬਿਨਾਂ ਸਿਆਣਿਆਂ ਤੋਂ ਹੋ ਗਿਆ। ਮੇਰੀ ਬੇਬੇ ਕਹਿੰਦੀ ਹੁੰਦੀ ਸੀ। ਅੱਛਾ ਜੀ। ਹਾਂਜੀ, ਰੱਬ ਦਾ ਨਾਂ ਲੈਂਦੇ ਆ। ਚਲੋ ਲਓ ਜੀ ਫਿਰ। ਹਾਂਜੀ, ਰੱਬ ਦਾ ਨਾਂ ਲੈਂਦੇ ਆ। ਚਲੋ ਤੁਸੀਂ ਤਾਂ ਰੱਬ ਦਾ ਨਾਂ ਲਓ। ਲੈ ਲਿਆ ਜੀ? ਮੈਂ ਸੋਚਿਆ ਸੀ ਤੁਸੀਂ ਸ਼ੁਰੂ ਕਰੋਗੇ। ਹਾਂਜੀ ਮੈਂ ਤਾਂ ਲੈ ਲਿਆ ਸੀ। ਚਲੋ ਫਿਰ ਮੇਰਾ ਵੀ ਹੋ ਗਿਆ। ਹਾਂਜੀ ਚੱਲ ਬੂਟੇ ਤੂੰ, ਮੈਂ ਆਉਣਾ। ਆ ਹੋਰ ਲੈ ਜਾ ਕੇ, ਕਿਹੜਾ ਹਜਮ ਹੋਣਾ ਕਿਸੇ ਦੇ। ਧੀਏ ਤੂੰ ਵੀ ਚੱਲ। ਚਲੋ ਜੀ ਫਿਰ ਤਾਂ ਮੈਂ ਵੀ ਚੱਲਦਾ। ਇੱਕ ਮਿੰਟ। ਇਹ ਆ ਫੜੋ। ਇਹ ਸ਼ਗਨ ਦੇ ਰਹੇ ਚਾਚਾ? ਪਹਿਲਾਂ ਤਾਂ ਕਦੇ ਮੰਗੇ ਤੋਂ ਵੀ ਨਹੀਂ ਦਿੰਦਾ ਸੀ। ਇਹ ਸ਼ਗਨ ਨਹੀਂ, ਡਾਕਟਰ ਦੀ ਫੀਸ ਹੈ। ਮੁੰਡੇ ਦਾ ਇਲਾਜ ਕਰਾਓ। ਜੇ ਤਾਂ ਇਹਦੀਆਂ ਅੱਖਾਂ ਠੀਕ ਹੋ ਜਾਣ ਤਾਂ ਠੀਕ ਹੈ, ਨਹੀਂ ਕਢਾਈ ਛੱਡੋ। ਐ ਘੂਰਦਾ ਮੇਰੇ ਅੰਨੀ ਬਈ ਜਿਵੇਂ ਮੈਂ ਇਹਦੀ ਭੈਣ ਨਾਲ ਵਿਆਹ ਨਹੀਂ ਕਰਾਣਾ, ਉਹਨੂੰ ਕੱਟ ਕੇ ਲੈ ਜਾਣਾ ਹੈ। ਠੀਕ ਹੈ ਜੀ, ਕਰਾ ਲਿਓ ਇਲਾਜ। ਹਾਂ ਜੀ, ਬਸ ਸਿੱਧਾ ਹਸਪਤਾਲ ਹੀ ਲੈ ਕੇ ਜਾਊਂਗਾ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵੇ ਖੜ ਜਾ, ਪੈਰਾਂ ਥੱਲੇ ਅੱਗ ਮੱਚੀ ਆ। ਆਉਣੀ ਆ ਤੂੰ ਇੱਥੇ ਕੀ ਕਰਦਾ? ਚੱਲ ਪਿੱਛੇ। ਲੈ ਤੂੰ ਬਹਿ ਜਾ ਮੂਰੇ। ਕਮੜਾ ਨਾ ਹੋਵੇ ਤਾਂ ਚੱਲ ਪਿੱਛੇ। ਉਹ ਜਿੰਨਾ ਖਰਚਾ ਏ ਤੇਰੇ ਪਰਿਵਾਰ ਦਾ, ਨੀ ਉਨੀ ਫੀਮ ਨਾ ਜੱਟਾਂ ਦਾ ਪੁੱਤ ਸਾਰਦਾ। ਕਿਵੇਂ ਆ? ਬੜਾ ਲਿਸ਼ਕਾਈ ਜਾਂਦਾ। ਇਹਨੂੰ ਕਿੱਧਰ ਨੂੰ ਜਾਣਾ ਅੱਜ? ਉਹ ਤੇਰੇ ਲਈ ਲਿਸ਼ਕਾਈ ਜਾਣਾ, ਤੂੰ ਮੋਟਰ ਚਲਾਉਣ ਨਹੀਂ ਜਾਣਾ? ਉਹ ਨਹੀਂ ਭਰਾਵਾ, ਅੱਜ ਤਾਂ ਐਤਵਾਰ ਹੈ। ਉਹ ਲੈ, ਮੈਂ ਤਾਂ ਭੁੱਲ ਹੀ ਗਿਆ ਵੀ ਅੱਜ ਐਤਵਾਰ ਹੈ। ਫੇਰ ਤਾਂ ਬਿਜਲੀ ਦੀ ਛੁੱਟੀ ਹੈ। ਤੈਨੂੰ ਸਮਝ ਹੀ ਨਹੀਂ। ਉਹ ਬਿਜਲੀ ਦੀ ਕਾਹਨੂੰ ਛੁੱਟੀ ਹੈ? ਅੱਜ ਬਿਜਲੀ ਵਾਲਿਆਂ ਦੀ ਛੁੱਟੀ ਹੈ। ਚੱਲ ਫਿਰ ਇਹ ਵੀ ਚੰਗੀ ਗੱਲ ਹੈ, ਬਿਜਲੀ ਇੱਕ ਦਿਨ ਤਾਂ ਆਰਾਮ ਕਰ ਲੈਂਦੀ ਹੈ। ਇੱਥੋਂ ਹੋਣਾ ਕਿਹੜਾ ਸੌਖਾ ਕੰਮ ਹੈ। ਤੂੰ ਮੇਰੀ ਬਿਜਲੀ ਦੀ ਛੱਡ, ਅੱਜ ਲੱਖੇ ਹਰੀ ਗਏ ਹੋਏ ਆ, ਤੇ ਤੂੰ ਜਾ ਕੇ ਕਮਲ ਨੂੰ ਮਿਲਾ। ਆ ਫੜ। ਲਿਆ ਫੜਾ। ਮੈਂ ਜਾਣਾ। ਆ ਲਾ ਗਿਆ ਮੈਨੂੰ ਪੰਗੇ। ਕਮਲ,
ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿਵੇਂ ਆਉਣੇ ਹੋਏ? ਮੈਂ ਬੈਠੋ। ਤੁਹਾਡੇ ਨਾਲ ਗੱਲ ਕਰਨ ਆਇਆ, ਤੁਸੀਂ ਬੈਠੋ। ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲਿਆਉਣੀ ਆ। ਉਹ ਨਾ ਨਾ ਜੀ, ਮੈਂ ਨੂਨ ਵਾਲੀ ਚਾਹ ਨਹੀਂ ਪੀਣੀ। ਹਾਂ, ਤੁਸੀਂ ਤਾਂ ਉਸ ਦਿਨ ਕੁਝ ਵੀ ਨਹੀਂ ਬੋਲੇ, ਚੁੱਪ ਕਰਕੇ ਚਾਹ ਪੀ ਗਏ। ਤੁਹਾਡੇ ਹੱਥੋਂ ਰੋਣ ਤਾਂ ਕੀ, ਮੈਂ ਜ਼ਹਿਰ ਵੀ ਪੀ ਲਾਂ। ਜੇ ਜ਼ਹਿਰ ਪੀਣ ਦੀ ਗੱਲ ਆਈ ਨਾ ਤੇ ਪਿੱਛੇ ਮੈਂ ਵੀ ਨਹੀਂ ਰੁਕਾਂਗੀ। ਕਮਲ, ਇਸ ਤਰ੍ਹਾਂ ਚੋਰੀ ਛੁਪੇ ਤੇਰੇ ਘਰੇ ਆ ਕੇ ਮਿਲਣਾ ਮੈਨੂੰ ਚੰਗਾ ਨਹੀਂ ਲੱਗਦਾ। ਲੋਕ ਗੱਲਾਂ ਬਣਾ ਦੇਣਗੇ। ਆਪਾਂ ਕਿਤੇ ਬਾਹਰ ਮਿਲੀਏ? ਇਹ ਘਰ ਦੀਆਂ ਕੰਧਾਂ ਤਾਂ ਮੇਰੇ ਲਈ ਜੇਲ੍ਹ ਵਰਗੀਆਂ ਨੇ। ਇਹਨਾਂ ਨੂੰ ਟੱਪਣਾ ਮੇਰੇ ਲਈ ਬਹੁਤ ਔਖਾ ਹੈ। ਚੰਗਾ ਫਿਰ, ਡੁੱਬੀ ਰਹਿ ਇਸੇ ਨਰਕ 'ਚ। ਕਮਲ, ਤੂੰ ਜ਼ਿੰਦਗੀ ਦੀ ਖੁਸ਼ੀ ਨੂੰ ਐਵੇਂ ਹੀ ਹੱਥੋਂ ਨਾ ਜਾਣ ਦੇ। ਬਾਹਰ ਜਾ ਕੇ ਉਹਨੂੰ ਮਿਲ, ਕੁਝ ਨਹੀਂ ਹੋਏਗਾ। ਭੋਲੀ ਸੂਰਤ ਵੱਧ ਨਿਆਣਿਆਂ ਤੋਂ, ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ। ਭੋਲੀ ਸੂਰਤ ਵੱਧ ਨਿਆਣਿਆਂ ਤੋਂ, ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ। ਹੋ ਇੱਕ ਦਿਨ ਫਤਿਹ ਮੈਂ ਕਰ ਲੈਣੀ ਉਹਦੇ ਇਸ਼ਕੇ ਵਾਲੀ ਛੋਣੀਆਂ। ਉਹਦੇ ਕੂਲੇ ਕੂਲੇ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀਆਂ। ਉਹਦੇ ਕੂਲਿਆਂ ਕੂਲਿਆਂ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀਆਂ। ਭੋਲੀ ਸੂਰਤ ਵੱਧ ਨਿਆਣਿਆਂ ਤੋਂ, ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ। ਲੱਗਦਾ ਜਿਵੇਂ ਪਹਿਲਾਂ ਪਾਉਂਦਾ ਮੋਰ ਕੋਈ, ਉਹਦੇ ਵੱਲ ਨੂੰ ਖਿੱਚਦੀ ਆ ਸੌ ਰੱਬ ਦੀ ਜਾਣੀ ਡੋਰ ਕੋਈ। ਤੁਰਦੀ ਏ ਤਾਂ ਇੰਜ ਲੱਗਦਾ ਜਿਵੇਂ ਪਹਿਲਾਂ ਪਾਉਂਦਾ ਮੋਰ ਕੋਈ, ਉਹਦੇ ਵੱਲ ਨੂੰ ਖਿੱਚਦੀ ਆ ਸੌ ਰੱਬ ਦੀ ਜਾਣੀ ਡੋਰ ਕੋਈ। ਉਹ ਪਰੀ ਹੈ ਲੱਗੀ ਅੰਬਰ 'ਚ ਮੈਂ ਤੁਣਕਿਆਂ ਦੇ ਨਾਲ ਲਾਉਣੀਆਂ। ਉਹਦੇ ਕੂਲਿਆਂ ਕੂਲਿਆਂ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀਆਂ। ਉਹਦੇ ਕੂਲਿਆਂ ਕੂਲਿਆਂ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀਆਂ। ਭੋਲੀ ਸੂਰਤ ਵੱਧ ਨਿਆਣਿਆਂ ਤੋਂ, ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ। ਸੂਰਜ ਨੂੰ ਛਾਵਾਂ ਕਰ ਸਕਦੇ, ਉਹਦੇ ਨਖਰੇ ਤੀਰੋਂ ਤਿੱਖੇ ਤੋਂ ਡਾਢੇ ਡਰ ਸਕਦੇ। ਕੱਕੇ ਕੱਕੇ ਵਾਲੇ ਉਹਦੇ ਸੂਰਜ ਨੂੰ ਛਾਵਾਂ ਕਰ ਸਕਦੇ, ਉਹਦੇ ਨਖਰੇ ਤੀਰੋਂ ਤਿੱਖੇ ਤੋਂ ਡਾਢੇ ਡਰ ਸਕਦੇ। ਕਿਸਮਤ ਦੇਸੀ ਜੱਟ ਨੇ ਵੀ ਐਸੇ ਤੇ ਅਜ਼ਮਾਉਣੀ। ਉਹਦੇ ਕੂਲੇ ਕੂਲੇ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀਆਂ। ਉਹਦੇ ਕੂਲੇ ਕੂਲੇ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀਆਂ। ਭੋਲੀ ਸੂਰਤ ਵੱਧ ਨਿਆਣਿਆਂ ਤੋਂ, ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ। ये इधर चलिए। ਇਹ ਤਾਂ ਲੱਖੇ ਵੀਰੇ ਦੇ ਆਦਮੀ ਨੇ। फिर क्यों गया? तू फिक्र ना कर। मैं कहा ना फिक्र ना कर, तू जा। ਲੱਖੇ ਦੀ ਘਰ ਦੀ ਇੱਜ਼ਤ ਨਾਲ ਖੇਡਣਾ ਤੈਨੂੰ ਬਹੁਤ ਮਹਿੰਗਾ ਪਊਗਾ ਓਏ। ਹੁਣ ਉਹ ਲੱਖੇ ਦੀ ਇੱਜ਼ਤ ਨਹੀਂ,
ਮੇਰੀ ਵੀ ਇੱਜ਼ਤ ਹੈ। ਕਮਲ ਕਿੱਧਰ ਗਈ? ਮਾਹੀ ਯਾਰ ਮੈਨੂੰ ਲੱਗਦਾ ਉਹ ਘਰ ਨੂੰ ਚਲੀ ਗਈ ਹੈ। ਨਾ ਕਿੱਥੇ ਧੱਕੇ ਖਾਂਦੀ ਫਿਰਦੀ ਐ? ਕੋਈ ਸ਼ਰਮ ਹਜਾ ਆਈ ਨਹੀਂ ਤੈਨੂੰ? ਫਾਹਾ ਵੱਟੋ ਇਹਦਾ ਫਾਹਾ ਦੁਖੀ ਕਰਿਆ ਪਏ ਨੇ। ਦੇਖ ਗਲੀਆਂ 'ਚ ਨੱਕ ਵੜਾ ਕੇ ਰੱਖਤਾ ਸਾਡਾ, ਗਲੀਆਂ 'ਚ ਇੱਜ਼ਤ ਤੋੜਤੀ। ਇਹ ਸੁਧਰਦੀ ਨਹੀਂ ਹੈ, ਕਿੰਨਾ ਮਰਜ਼ੀ ਸਮਝਾ ਲੈ ਇਹਨੂੰ। ਦੇਖ ਹੁਣ ਕਿਵੇਂ ਡੁਸਕੇ ਮਾਰਦੀ ਐ। ਮਾਰ ਚਾਰੇ ਦੇ ਹੋਰ ਬੜੀ ਚਮਲਾਈ ਹੈ। ਦੱਸਾਂ ਤੈਨੂੰ ਪਤਾ ਕੀ ਐ? ਤੇ ਪੁੱਤ ਮਾਰੇ ਦੇ ਗੋਲੀ, ਗਲੀਆਂ 'ਚ ਇੱਜ਼ਤ ਤੋੜ ਕੇ ਰੱਖਦੀਆਂ ਨੇ। ਦੇਖਾ ਕਿਵੇਂ ਡੁਸਕੇ ਮਾਰਦੀ ਐ। ਬੇ ਮਾਰ। ਹੱਲੇ ਨਹੀਂ, ਪਹਿਲਾਂ ਇਹਦੇ ਆਸ਼ਕ ਨੂੰ ਤਾਂ ਦੇਖ ਲਾਂ। ਹਾਂ ਬਈ ਕੀ ਚਾਹੀਦਾ ਤੈਨੂੰ? ਕਿਉਂ ਰਾਹ ਰੋਕਿਆ ਸਾਡਾ? ਹੋਰ ਮੈਂ ਤੁਹਾਡੇ ਗਲਾਂ 'ਚ ਹਾਰ ਪਾਵਾਂ? ਆ ਜਿਹੜਾ ਬੈਠਾ ਨਾ ਤੇਰੇ ਨਾਲ ਟੈਟ ਜੀਨ, ਇਹਨੂੰ ਸਮਝਾ ਕੇ ਰੱਖ। ਮੇਰੇ ਘਰ ਦੀ ਇੱਜ਼ਤ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਇਹਨੇ। ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਬਾਈ, ਜਾ ਕੇ ਆਪਣੀ ਭੈਣ ਨੂੰ ਪੁੱਛ ਗੱਲ ਕੀ ਆ। ਉਹ ਤਾਂ ਭੋਲਾ ਪੰਛੀ ਹੈ, ਉਹਨੂੰ ਕੀ ਪਤਾ ਦੁਨੀਆ ਕਿੱਥੇ ਵੱਸਦੀ ਹੈ। ਤੁਸੀਂ ਸਿੱਧਰੀ ਬਣਾ ਰੱਖਿਆ ਉਹਨੂੰ ਪੈਸੇ ਦੇ ਲਾਲਚ ਕਿ ਉਹਦਾ ਹਿੱਸਾ ਸਾਰਾ ਖਾ ਲਓ। ਤੂੰ ਵੱਡਾ ਸਿਆਣਾ ਹੈਂ? ਤੇਰੇ ਜਿਹੇ ਨਾ ਘਰ ਘੱਟ ਤਾਂ ਦੂਰ ਪਿੰਡ ਜੋਗੇ ਵੀ ਨਹੀਂ ਰਹਿੰਦੇ। ਜੇ ਤੇਰੀ ਭੈਣ ਇਲਜ਼ਾਮ ਸਾਬਤ ਕਰਦੇ ਨਾ, ਆਪਣੀ ਧੌਣ ਲਹਾ ਦੂੰ। ਤੂੰ ਨਾ ਆਪਣੀਆਂ ਕਰਤੂਤਾਂ ਤੋਂ ਬਾਜ ਆ ਜਾ, ਨਹੀਂ ਤਾਂ ਬੱਲਿਆ ਛਾਤੀ 'ਚ ਇੰਨਾ ਪਿੱਤਲ ਭਰੂੰਗਾ ਨਾ, ਸਾਰੀ ਜ਼ਿੰਦਗੀ ਕਲੀ ਕਰਾਉਂਦਾ ਫਿਰੇਂਗਾ। ਇਹ ਤਾਂ ਵਕਤ ਹੀ ਦੱਸੂ ਕੌਣ ਕਿੰਨੇ ਪਾਣੀ 'ਚ ਹੈ। ਪਾਣੀ ਦਾ ਤਾਂ ਮੈਥੋਂ ਵੱਧ ਤੈਨੂੰ ਪਤਾ ਕੌਣ ਕਿੰਨੇ ਕੁ ਪਾਣੀ 'ਚ ਹੈ। ਓ ਗੋਲੂ ਚੱਲ ਓਏ, ਅੱਜ ਮੇਰੇ ਹੱਥੋਂ ਕੋਈ ਮਰਮਰਾ ਨਾ ਜਾਵੇ। ਡੈਡੀ ਜੀ ਆ ਮੁੱਦਾ ਮਾਰਿਆ, ਮੇਰੇ ਲਈ ਇੱਕ ਪੈਗ ਬਣਾਓ, ਕਰੋ ਕੋਈ ਮੇਰੇ ਵਾਲਾ ਪੱਕਾ ਇਲਾਜ। ਚੱਲ ਸਾਲਾ ਵਿੰਗਾ ਜਾ ਕਰਦਾ ਕੀ ਆ, ਇਹਦੇ ਲਈ ਪੈਗ ਬਣਾਓ ਇੱਕ, ਕਰਦਾ ਤੇਰਾ ਮੈਂ ਪੱਕਾ ਇਲਾਜ। ਚੱਲ ਭੱਜ। ਜੇ ਗੱਲ ਆ ਨਾ ਜਿਹੜੀ ਤੂੜੀ 'ਚ ਦੱਬੀ ਹੈ ਨਾ ਉਹ ਕੱਢ ਕੇ ਪੀਊਂ, ਤਾਈਓ ਤਾਂ ਮੇਰਾ ਵਿਆਹ ਨਹੀਂ ਹੁੰਦਾ। ਜਾ ਦਫਾ ਹੋ, ਦੁਖੀ ਕਰ ਮਾਰਿਆ ਸਾਲੇ ਨੇ। ਵਿਆਹ ਨਹੀਂ ਹੁੰਦਾ ਇਹਦਾ। ਨਜਰਾ ਅੱਜ ਦਿਨੇ ਸ਼ੁਰੂ ਹੋ ਗਿਆ। ਬੈਠ ਤਾਂ ਸਹੀ, ਲੱਖਿਆ ਪੈਗ ਲਾਉਣ ਦਾ ਕੋਈ ਟਾਈਮ ਨਹੀਂ ਹੁੰਦਾ, ਜਦੋਂ ਮੂਡ ਕਰੇ ਲਾ ਲਓ। ਹੋਰ ਸੁਣਾ ਲੱਖਿਆ, ਅੱਜ ਨਾਦਰ ਸਿੰਘ ਦੇ ਘਰ ਕਿਵੇਂ ਆਉਣਾ ਹੋਇਆ? ਹੋਣਾ ਕੀ ਨਾਜਰਾ, ਦਿਮਾਗ ਖਰਾਬ ਹੋਇਆ ਪਿਆ। ਇਉਂ ਲੱਗਦਾ ਜਿਵੇਂ ਹਿਜੜੇ ਵਾਂਗੂ ਹੱਥ ਬੰਨੀ ਬੈਠੇ ਆ। ਘਬਰਾ ਨਾ, ਆ ਲੈ ਪੈਗ ਲਾ ਪਹਿਲਾਂ, ਦੱਸ ਗੱਲ ਕੀ ਹੋਈ ਆ? ਗੱਲ ਕੁਛ ਨਹੀਂ, ਇੱਕ ਛੋਕਰਾ ਮੱਛਰਿਆ ਫਿਰਦਾ, ਤੰਗ ਕੀਤਾ ਪਿਆ ਆਪਣੀ ਕੁੜੀ ਨੂੰ। ਜੀ ਤਾਂ ਕਰਦਾ ਮਾਰ ਕੇ ਉਹਦੇ ਮੱਥੇ 'ਚ ਗੋਲੀ ਨਾ ਸਾਲੇ ਦੀ ਲਾਸ਼ ਚੁਰਾਹੇ 'ਚ ਟੰਗਦਾ। ਬਸ
ਕੁੜੀ ਦੀ ਬਦਨਾਮੀ ਖੁਣੋ ਦੜ ਵੱਟੀ ਬੈਠਾ। ਨੋ, ਇਹੋ ਜਿਹਾ ਕੰਮ ਨਹੀਂ ਕਰਨਾ। ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ। ਜਿਹੜੇ ਬੰਦੇ ਕਾਨੂੰਨ ਆਪਦੇ ਹੱਥ 'ਚ ਲੈਂਦੇ ਆ ਨਾ, ਉਹ ਅਕਸਰ ਹੀ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਹੁੰਦੇ ਆ। ਫਿਰ ਡਿਪਟੀ ਸਾਹਿਬ, ਫਿਰ ਤੁਸੀਂ ਕਰੋ ਕੋਈ ਹੱਲ। ਫਿਰ ਤੁਹਾਨੂੰ ਐਵੇਂ ਦਾਰੂ ਪਿਆਈ ਦੀ ਹੈ। ਉਹ ਇਹੋ ਜਿਹੇ ਫੁਕਰੇ ਬੰਦੇ ਨੂੰ ਜੇ ਨੱਥ ਪਾਉਣੀ ਹੋਵੇ ਨਾ, ਤੁਸੀਂ ਉਸੇ ਥਾਣੇਦਾਰ ਨੂੰ ਮਿਲੋ ਜਾ ਕੇ। ਡਰਾਮਾ ਕਰੋ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਆਓ ਬੈਠੋ। ਹਾਂਜੀ ਦੱਸੋ ਕਿਵੇਂ ਆਏ? ਦੱਸੋ ਦੱਸੋ। ਇੰਸਪੈਕਟਰ ਸਾਹਿਬ, ਸਾਡੇ ਪਿੰਡ ਇੱਕ ਮੁੰਡਾ ਆਇਆ ਭਜਨ ਸਿੰਘ ਦੇ ਘਰ। ਉਹ ਸਾਡੀ ਕੁੜੀ ਨੂੰ ਬਹੁਤ ਤੰਗ ਕਰਦਾ। ਕੀ ਦੱਸੀਏ ਜੀ, ਅਸੀਂ ਤਾਂ ਬਾਹਲੇ ਹੀ ਦੁਖੀ ਆ। ਪੁੱਛੋ ਕੁਛ ਨਾ, ਦੁਖੀ ਕੀਤਾ ਪਿਆ ਸਾਨੂੰ ਤਾਂ। ਸਾਡੇ ਹੁੰਦੇ ਆ ਪਰੇਸ਼ਾਨੀ ਕਾਦੀ? ਤੁਸੀਂ ਬੇਫਿਕਰ ਰਹੋ। ਇਹ ਆਸ਼ਕੀ ਦੇ ਭੂਤ ਤਾਂ ਅਸੀਂ ਨਾ ਬਗੈਰ ਤਾਗੇ ਤਵੀਤੋਂ ਹੀ ਲਾ ਦਿੰਦੇ ਆ। ਹਾਂ, ਬੇਫਿਕਰ ਰਹੋ, ਬੇਫਿਕਰ। ਜਿਉਂਦਾ ਰਹਿ ਵੇ ਥਾਣੇਦਾਰ ਵੀਰਾ। ਇੱਜ਼ਤ ਲੱਖੀ ਨਾ ਹਜ਼ਾਰੇ ਜੀ। ਸਾਡੇ ਨੱਕ 'ਚ ਦਮ ਹੀ ਨਹੀਂ ਕਰਿਆ, ਸਗੋਂ ਸਾਡੇ ਤਾਂ ਵੀਰਾ ਨੱਕ ਬੰਦ ਕਰੇ ਪਏ ਆ। ਤੇ ਬੰਦ ਨੱਕ ਹੁਣ ਤੁਸੀਂ ਹੀ ਖੋਲਣੇ ਹੋ ਜੀ। ਤੁਸੀਂ ਫਿਕਰ ਨਾ ਕਰੋ ਜੀ, ਤੁਹਾਡੇ ਨਾਲ ਪੂਰਾ ਇਨਸਾਫ ਹੋਊਗਾ। ਅਸੀਂ ਇੱਥੇ ਇਨਸਾਫ ਕਰਨ ਨੂੰ ਬੈਠੇ ਆ। ਠੀਕ ਆ, ਜਾਓ ਮੁਨਸ਼ੀ ਨੂੰ ਰਿਪੋਰਟ ਲਿਖਾ ਦਿਓ। ਧੰਨਵਾਦ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਆਜੋ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ। ਇਹ ਕਿਹਨੂੰ ਚੱਕ ਲਿਆ ਅੱਜ? ਇਹ ਡਾਕਟਰ ਸਾਹਿਬ ਹੈ ਜੀ। ਕਿਉਂ? ਡਾਕਟਰ ਨੇ ਮੇਰੀ ਸਾਈਕਲ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਣੀਆਂ? ਨਾਲੇ ਇਹ ਕਾਹਦਾ ਡਾਕਟਰ ਹੈ? ਓਏ ਇਹਨੂੰ ਕਹਿ ਇਹ ਗਲੂਕੋਸ ਲਵਾਵੇ, ਮਾੜਾ ਮੋਟਾ ਰੰਗ ਨਿਖਰੇ ਇਹਦਾ। ਨਹੀਂ ਜੀ, ਇਹ ਡਾਕਟਰ ਸਾਹਿਬ ਨੇ ਤੁਹਾਡੇ ਰਿਸ਼ਤੇ ਬਾਰੇ ਗੱਲ ਕਰਨੀ ਹੈ ਜੀ। ਮੇਰੇ ਰਿਸ਼ਤੇ ਬਾਰੇ? ਹਾਂਜੀ। ਹੈ? ਸੱਚੀ? ਆਜੋ ਫਿਰ ਬਹਿ ਜਾਓ। ਫਿਰ ਤਾਂ ਪੜ੍ਹੇ ਲਿਖੇ ਖਾਨਦਾਨ ਦੀ ਕੁੜੀ ਹੈ। ਹੈ? ਬੈਠੋ ਡਾਕਟਰ ਸਾਹਿਬ। ਬੈਠੋ। ਇੱਕ ਗੱਲ ਤਾਂ ਦੱਸੋ ਡਾਕਟਰ ਸਾਹਿਬ, ਖਾਨਦਾਨ ਕਿਹੋ ਜਿਹਾ ਹੈ ਉਹਨਾਂ ਦਾ? ਬਹੁਤ ਚੰਗੀ ਨਸਲ ਦੀ ਹੈ ਜੀ। ਮਤਲਬ ਚੰਗੇ ਘਰੋਂ ਹੈ ਜੀ, ਖਾਂਦੇ ਪੀਂਦੇ ਘਰ ਦੀ ਹੈ। ਹਾਂਜੀ। ਹਾਂਜੀ, ਇਹ ਤਾਂ ਬਹੁਤ ਵਧੀਆ ਗੱਲ ਹੈ। ਹਾਂਜੀ। ਰੰਗ ਕਿਹੋ ਜਿਹਾ ਹੈ? ਭੂਰੇ ਰੰਗ ਦੀ ਹੈ ਜੀ। ਭੂਰੇ? ਅੱਛਾ, ਫਿਰ ਤਾਂ ਮੈਮਾ ਵਰਗੀ ਲੱਗਦੀ ਹੋਣੀ ਹੈ। ਹਾਂਜੀ, ਅੰਗਰੇਜ਼ੀ ਵੀ ਬੋਲਦੀ ਹੈ। ਅੰਗਰੇਜ਼ੀ? ਚਲੋ ਮਾੜਾ ਮੋਟਾ ਤਾਂ ਮੈਂ ਵੀ ਸਮਝ ਜਾਂਦਾ ਹਾਂ ਅੰਗਰੇਜ਼ੀ। ਇੱਕ ਗੱਲ ਤਾਂ ਦੱਸੋ ਡਾਕਟਰ ਸਾਹਿਬ, ਸੁਭਾਅ ਕਿਹੋ ਜਿਹਾ ਹੈ ਉਹਨਾਂ ਦਾ? ਬਸ ਸਿੰਘਾਂ ਤੇ ਚੱਕ ਲੈਂਦੀ ਹੈ ਜੀ। ਮਤਲਬ ਓਪਰੇ ਬੰਦੇ ਨੂੰ ਨਿੱਕਰੇ ਬਣ ਦਿੰਦੀ ਜੀ, ਚਾਰੇ ਪੈਰ ਚੱਕ ਕੇ ਪੈ ਜਾਂਦੇ ਵੀ ਤੂੰ ਬੜਿਆ ਕਿਵੇਂ ਇੱਥੇ? ਹਾਂਜੀ, ਓਪਰਾ ਕੋਈ ਵੀ ਬੰਦਾ ਹੋਵੇ। ਹਾਂਜੀ। ਮੈਨੂੰ ਇਹੀ ਚੀਜ਼ ਚਾਹੀਦੀ ਹੈ। ਮੇਰਾ ਨਾ ਸੁਭਾਅ ਥੋੜਾ ਠੰਡਾ ਮਿੱਠਾ ਜਾਏ। ਸਾਰੇ ਪਿੰਡ ਦੇ ਮੁੰਡੇ ਮੇਰਾ ਮਜ਼ਾਕ ਉਡਾਉਂਦੇ ਆ। ਇੱਕ ਗੱਲ ਤਾਂ ਦੱਸਿਓ ਡਾਕਟਰ ਸਾਹਿਬ, ਉਮਰ ਕਹੀ ਜੀ ਹੈ ਉਹਨਾਂ ਦੀ? ਬਸ ਉਮਰ ਕਿਹੜੀ ਹੈ ਜੀ, ਪਹਿਲੇ ਸੂਏ ਤਾਂ ਹੈ। ਬਸ ਉਹ ਜਿਹੜਾ ਪਹਿਲਾਂ ਹੀ ਸੂਆ ਲੱਗਦਾ ਹੁੰਦਾ ਜੀ ਇੱਥੇ ਬਚਪਨ ਦੇ ਵਿੱਚ ਲੋਦੇ ਵਾਲਾ, ਉਹੀ ਲੱਗਿਆ ਜੀ। ਮੁੜ ਕੇ ਮਾਂ ਦੀ ਧੀ ਬਿਮਾਰ ਹੀ ਨਹੀਂ ਹੋਈ। ਜਮਾ ਮੇਰੇ ਤੇ ਗਈ ਹੈ। ਮੇਰੇ ਵੀ ਬਸ ਇੱਕੋ ਸੂਆ ਲੱਗਿਆ ਸੀਗਾ ਇੱਥੇ, ਮੈਂ ਵੀ ਮੁੜ ਕੇ ਕਦੇ ਬਿਮਾਰ ਨਹੀਂ ਪਿਆ। ਹਾਂਜੀ, ਤੁਹਾਡੇ ਤਾਂ ਬੋਰੀਆਂ ਸਿਆਉਣ ਵਾਲਾ ਲੱਗਿਆ ਸੀ ਨਾ। ਡਾਕਟਰ ਸਾਹਿਬ, ਨੈਣ ਨਕਸ਼ ਕਿਹੋ ਜਿਹੇ ਆ ਉਹਨਾਂ ਦੇ? ਐਡੀ ਮੋਟੀ ਅੱਖ ਆ ਜੀ। ਅੱਖ ਛੋਟੀ ਕਰ ਲੈ। ਐਡੀ ਹੈ ਜੀ। ਐਡੀ ਅੱਖ ਤਾਂ ਮੱਝ ਦੀ ਹੁੰਦੀ ਹੈ। ਤੇ ਅਸੀਂ ਮੱਝ ਦੀ ਗੱਲ ਹੀ ਕਰਦੇ ਹਾਂ ਜੀ। ਖੜ ਜਾ ਤੇਰੀ। ਭੱਜ ਲੈ। ਹੁਣ ਅਸੀਂ ਡੰਗਰਾਂ ਜੋਗੇ ਰਹਿ ਗਏ।
ਭੱਜ ਨਾ ਜਾਵੇ ਉਹ। ਧਿਆਨ ਰੱਖਿਓ। ਅੱਛਾ, ਆਪੇ ਗੱਲ ਕਰਾਂਗਾ। ਭਜਨ ਸਿੰਘ ਘਰ ਹੀ ਆ? ਹਾਂਜੀ ਹਾਂਜੀ, ਆ ਜਾਓ ਥਾਣੇਦਾਰ ਸਾਹਿਬ। ਅੱਜ ਭਜਨ ਸਿੰਘ ਦੇ ਵਿਹੜੇ ਕਿੱਦਾਂ ਆਉਣਾ ਹੋਇਆ ਹੈ? ਆ ਜਿਹੜਾ ਮੁੰਡਾ ਤੇਰੇ ਘਰੇ ਰਹਿੰਦਾ, ਉਹਦਾ ਨਾਮ ਮਾਹੀ ਹੈ ਨਾ? ਜੀ, ਨਾਂ ਤੇ ਉਹਦਾ ਮਾਹੀ ਹੈ। ਕਿਉਂ, ਕੀ ਗੁਨਾਹ ਕਰਤਾ ਉਹਨੇ? ਭੋਲੀ ਭਾਲੀ ਕੁੜੀ ਨੂੰ ਵਰਗਲਾਉਣ ਦਾ ਦੋਸ਼ ਹੈ ਇਹਦੇ ਤੇ। ਇਹ ਝੂਠ ਹੈ। ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ। ਜੀਤੇ, ਆਪਾਂ ਨੂੰ ਡਰ ਕਿਹੜੀ ਗੱਲ ਦਾ? ਆਪਾਂ ਕਿਹੜਾ ਕੋਈ ਗੁਨਾਹ ਕੀਤਾ ਹੈ? ਥਾਣੇਦਾਰ ਸਾਹਿਬ, ਸੱਚ ਤੇ ਝੂਠ ਦਾ ਨਤਾਰਾ ਤਾਂ ਹੋ ਹੀ ਜਾਣਾ ਹੈ। ਇਹ ਪਤਾ ਹੈ ਮੈਨੂੰ ਤਾਰ ਕਿੱਥੋਂ ਹਿੱਲੀ ਹੈ। ਚੱਲ ਬਈ, ਬੈਠ ਗੱਡੀ 'ਚ। ਚਲ ਬਾਈ ਚੱਲ। ਥਾਣੇਦਾਰ ਸਾਹਿਬ, ਫੇਰ ਗੱਲ ਕਰਾਂਗੇ ਜੀ। ਚਲ ਬਾਈ। हे सच्चे पातशाह, माही ही ਤਾਂ ਮੇਰੀ ਜ਼ਿੰਦਗੀ ਦਾ ਸਹਾਰਾ ਹੈ। ਉਹਦੇ ਤੇ ਮਿਹਰ ਭਰਿਆ ਹੱਥ ਰੱਖੀ। ਕਿਵੇਂ ਆਸ਼ਕਾ? ਕੀ ਕਹਿੰਦੀ ਤੇਰੀ ਆਸ਼ਕੀ? ਪਤਾ ਲੱਗਾ ਤੂੰ ਮਾਸੂਮ ਜੀ ਕੁੜੀ ਨੂੰ ਆਪਣੇ ਪਿਆਰ ਦੇ ਜਾਲ 'ਚ ਫਸਾ ਕੇ ਤੁਰਿਆ ਫਿਰਦਾ। ਜਿਹੜੇ ਇਲਜ਼ਾਮ ਮੇਰੇ ਤੇ ਲੱਗੇ ਨੇ ਨਾ, ਸਾਰੇ ਗਲਤ ਨੇ। ਨਾ ਤਾਂ ਮੈਂ ਕਿਸੇ ਨੂੰ ਵਰਗਲਾਇਆ, ਨਾ ਤੰਗ ਕੀਤਾ। ਵੇਖ ਲਾ, ਮੈਂ ਤਾਂ ਵੱਡੇ ਵੱਡੇ ਦੇ ਮੂੰਹ ਖਲਵਾਤੇ। ਗੁਰਜੰਟ ਸਿੰਘ ਜੀ ਸਰ। ਤੂੰ ਚੱਲ, ਮੈਂ ਗੱਲ ਕਰਦਾ। ਠੀਕ ਹੈ ਸਰ। ਹਾਂ ਬਈ, ਤੇਰੇ ਖਿਲਾਫ ਕੁੜੀ ਦੇ ਮਾਪਿਓ ਨੇ ਰਿਪੋਰਟ ਲਿਖਾਈ ਆ ਕਿ ਤੂੰ ਉਹਨਾਂ ਦੀ ਕੁੜੀ ਨੂੰ ਨਜਾਇਜ਼ ਤੰਗ ਕਰਦਾ। ਨਹੀਂ ਸਰ, ਸੱਚ ਕਰਕੇ ਜਾਣਿਓ ਜੀ, ਅਸਲੀਅਤ ਹੀ ਕੁਝ ਹੋਰ ਹੈ। ਅਸਲੀਅਤ ਕੁਛ ਹੋਰ ਆ? ਚੱਲ ਤੂੰ ਦੱਸ ਸਾਰੀ ਗੱਲ ਕੀ ਆ। ਸਰ, ਮੈਂ ਉਸ ਕੁੜੀ ਨੂੰ ਪਿਆਰ ਕਰਦਾ ਤੇ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ। ਉਹਦੇ ਕੁੜੀ ਦੇ ਘਰ ਦੇ ਰੋਕਦੇ ਆ ਉਹਨੂੰ, ਕਿਉਂਕਿ ਕੁੜੀ ਦੇ ਨਾਂ ਤੇ ਜ਼ਮੀਨ ਆ। ਉਹਨਾਂ ਨੂੰ ਡਰ ਹੈ ਕਿ ਕੁੜੀ ਦੇ ਨਾਲ ਜ਼ਮੀਨ ਵੀ ਚਲੀ ਜਾਊਗੀ, ਕਿਉਂਕਿ ਕੁੜੀ ਲਵਾਰਿਸ ਹੈ ਜੀ। ਮੈਨੂੰ ਤੇਰੀ ਗੱਲ ਕੋ ਸੱਚੀ ਲੱਗਦੀ ਆ, ਪਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਾ। ਤੂੰ ਉਸ ਕੁੜੀ ਨਾਲ ਵਿਆਹ ਕਰਾਈ, ਜੇ ਉਸ ਨੂੰ ਧੋਖਾ ਦਿੱਤਾ ਜਾਂ ਛੱਡ ਕੇ ਗਿਆ ਤਾਂ ਮੈਂ ਤੈਨੂੰ ਫੜ ਕੇ ਇਹਨਾਂ ਸਲਾਖਾਂ ਪਿੱਛੇ ਮੈਂ ਕਰੂੰਗਾ। ਸਰ, ਤੁਹਾਡੇ ਵਰਗੀ ਸੋਚ ਦੇ ਮਾਲਕ ਬਹੁਤ ਘੱਟ ਇਨਸਾਨ ਹੁੰਦੇ ਆ ਜੀ। ਮੈਂ ਤੁਹਾਡੀ ਸੋਚ ਨੂੰ ਸਲੂਟ ਕਰਦਾ ਜੀ, ਤੇ ਤੁਹਾਡੇ ਨਾਲ ਵਾਅਦਾ ਕਰਦਾ ਜੀ ਕਿ ਉਸ ਕੁੜੀ ਦਾ ਸਾਥ ਕਦੇ ਨਹੀਂ ਛੱਡਦਾ। ਠੀਕ ਆ, ਫਿਰ ਮੈਂ ਵੀ ਹਮੇਸ਼ਾ ਸੱਚ ਦਾ ਸਾਥ ਦਿੱਤਾ। ਜੇ ਤੂੰ ਸੱਚ ਦੇ ਰਾਹ ਤੇ ਚੱਲੇਗਾ, ਸਹੀ ਕੰਮ ਕਰੇਗਾ, ਤਾਂ ਮੈਂ ਹਮੇਸ਼ਾ ਤੇਰੇ ਨਾਲ ਆ। ਜਾ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ। ਲੈ ਵੀ ਯਸ। ਯਾਰ ਲੱਖਿਆ, ਯਾਰ ਜਿਹੜਾ ਮੁੰਡਾ ਆਪਣੀ ਕੁੜੀ ਤੇ ਡੋਰੇ ਪਾਉਂਦਾ ਸੀ, ਡੋਡਿਆਂ ਦਾ ਕੇਸ ਪਵਾ ਕੇ 6 ਮਹੀਨੇ ਦੀ ਕੈਦ ਕਰਵਾ ਦਈਏ, ਆਪੇ ਸਾਲਾ ਰੋਲਦਾ ਫਿਰੂਗਾ। ਕੇਸ ਦਾ ਬਥੇਰੇ ਪੈਣਗੇ ਪ੍ਰਧਾਨ ਸਾਹਿਬ, ਪਹਿਲਾਂ ਉਹਦੀ ਆਸ਼ਕੀ ਦਾ ਭੂਤਾਂ ਨਿਕਲ ਜੇ। ਐਉਂ ਨਾ ਪੁੱਠੇ ਬੱਕਰਿਆਂ ਵਾਂਗੂ ਲਟਕਿਆ ਹੂ। ਯਾਰਾਂ ਬੇਲੀਆਂ ਦੇ ਬਿਨਾ ਨਹੀਂ ਸਰਦਾ। ਜਾਕੋ ਰੱਖੇ ਸਾਈਆਂ, ਮਾਰ ਸਕੇ ਨਾ ਕੋਈ। ਚੱਲ ਬਾਈ ਚੱਲੀਏ, ਅੱਜ ਨਹੀਂ ਤੁਹਾਨੂੰ ਚੜਦੀ, ਜਿੰਨੀ ਮਰਜ਼ੀ ਪੀ ਲਓ। ਧਿਆਨ ਨਾਲ ਰਹੀ ਛੋਟੇ, ਕਈ ਵਾਰੀ ਕਣਕ ਵੱਜ ਜਾਂਦੀ ਐ, ਘੁਣ ਪੀਸਿਆ ਜਾਂਦਾ। ਬੋਲਣ ਜੋਗੇ ਹੀ ਹੋ,
ਹਾਏ ਵੱਡੇ ਡਿਪਟੀ ਸਾਹਿਬ ਮੈਂ ਕੀ ਦੇਖ ਰਿਹਾ ਬਈ ਸਾਡਾ ਦੁਸ਼ਮਣ ਸਾਡੇ ਹੀ ਸਾਹਮਣੇ ਹਿੱਕ ਤਾਣ ਕੇ ਤੁਰਿਆ ਫਿਰਦਾ ਨਹੀਂ ਡਿਪਟੀ ਸਾਹਿਬ ਮੈਨੂੰ ਉਸ ਦਾ ਪੱਕਾ ਇਲਾਜ ਚਾਹੀਦਾ ਪੱਕਾ ਹਾਂ ਪ੍ਰਧਾਨ ਸਾਹਿਬ ਆਪਾਂ ਜਿਹੜਾ ਸੱਪ ਡਿਪਟੀ ਨੂੰ ਸਿਰ ਫੇਣ ਨੂੰ ਦਿੱਤਾ ਸੀ ਉਹਨੇ ਸਾਡੀ ਹਿੱਕ ਤੇ ਮਿਲਣ ਨੂੰ ਛੱਡਤਾ ਸੱਪ ਤਾਂ ਮਰਿਆ ਨਹੀਂ ਨਾ ਉਹ ਤੋਂ ਸਾਡੀ ਲਾਠੀ ਵੀ ਤੋੜਤੀ ਤੂੰ ਘਬਰਾ ਨਾ ਲੱਖਿਆ ਇਸ ਦਾ ਪੱਕਾ ਇਲਾਜ ਮੈਂ ਕਰੂੰਗਾ ਮੈਂ ਜਿਹੜਾ ਬੰਦਾ ਫੜ ਕੇ ਲਿਆਂਦਾ ਸੀ ਕਿਹਦੇ ਹੁਕਮ ਨਾਲ ਛੱਡਿਆ ਤੂੰ ਸਰ ਮੈਂ ਉਸ ਮੁੰਡੇ ਦੀ ਸਾਰੀ ਕਹਾਣੀ ਸੁਣ ਲਈ ਆ ਜਿਹੜੇ ਇਲਜ਼ਾਮ ਇਹਨਾਂ ਨੇ ਲਾਇਆ ਨਾ ਉਹ ਸਾਰੇ ਝੂਠੇ ਮੁੱਠੇ ਸੀ ਇਹੋ ਜਿਹੀ ਤਾਂ ਗੱਲ ਹੀ ਨਹੀਂ ਲੱਗੀ ਮੈਨੂੰ ਉਹਦੇ ਵਿੱਚ ਕੋਈ ਸੱਚ ਤੇ ਝੂਠ ਦਾ ਫੈਸਲਾ ਕਰਨ ਵਾਲਾ ਤੂੰ ਕੌਣ ਹੁੰਦਾ ਇਹ ਤਾਂ ਇਨਕੁਆਇਰੀ ਕਰਾਂਗੇ ਫੇਰ ਹੀ ਪਤਾ ਲੱਗੂ ਸੱਚ ਕੀ ਹੈ ਝੂਠ ਕੀ ਹੈ ਪਰ ਸਰ ਮੈਂ ਸੱਚ ਦੀ ਕਿਤਾਬ ਪੜ੍ਹੀ ਆ ਤੇ ਮੇਰੀ ਕਿਤਾਬ ਵਿੱਚ ਝੂਠ ਦਾ ਕੋਈ ਜ਼ਿਕਰ ਨਹੀਂ ਔਰ ਨਾ ਹੀ ਮੈਂ ਝੂਠੇ ਦੀ ਮਦਦ ਕਰਦਾ ਪਰ ਸਾਨੂੰ ਪੋਲੀਟੀਕਲ ਬੰਦਿਆਂ ਦਾ ਖਿਆਲ ਰੱਖਣਾ ਪੈਂਦਾ ਹੈ ਨਹੀਂ ਤਾਂ ਤੂੰ ਸਸਪੈਂਡ ਵੀ ਹੋ ਸਕਦਾ ਹੈ ਸਰ ਮੈਂ ਨਹੀਂ ਚਾਹੁੰਦਾ ਮੇਰੀ ਵਜ੍ਹਾ ਨਾਲ ਇਸ ਵਰਦੀ ਤੇ ਦਾਗ ਲੱਗੇ ਇਸ ਤੋਂ ਪਹਿਲਾਂ ਤੁਸੀਂ ਮੈਨੂੰ ਸਸਪੈਂਡ ਕਰੋ ਮੈਂ ਆਪਣਾ ਅਸਤੀਫਾ ਆਪ ਹੀ ਦਿੰਦਾ ਬਸ ਸਲੂਟ ਮਾਰਦੇ ਜਨਾਬ ਮੈਂ ਕਿਹਾ ਵੇਖਿਆ ਜਨਾਬ ਮੈਂ ਤੁਹਾਨੂੰ ਆਖਿਆ ਸੀ ਨਾ 30 ਕਿੱਲਿਆਂ ਦਾ ਮਾਲਕ ਹੈ ਹੋ ਜਾਂਦਾ ਮਾਂ ਦਾ ਪੁੱਤ ਵਰਦੀ ਲਾ ਕੇ ਓਏ ਓ ਰੱਬਾ ਜੇ ਕਿਤੇ ਮੇਰੇ ਕੋਲੇ ਹੁੰਦੇ 1.5-2 ਕਿੱਲੇ ਬਸ ਸਵਾਦ ਆ ਜਾਂਦਾ ਨਾ ਫਿਰ ਤੂੰ ਕੀ ਕਰ ਲੈਂਦਾ ਓਏ ਆਹੀ ਬਸ ਵਿਆਹ ਪੂਜਾ ਮੈਂ ਕਰਵਾ ਲੈਂਦਾ ਨਾ ਗੱਲ ਹੈ ਇੱਕ ਸ਼ਟ ਅਪ ਹਰਬੋ ਚਾਚਾ ਘਰ ਹੀ ਹੈ ਨਹੀਂ ਬਠਿੰਡੇ ਗਿਆ ਹੋਇਆ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਇੱਥੇ ਨਾ ਬੜਿਆ ਕਰ ਹੁਣ ਕਿਹਨੂੰ ਚੱਕ ਲਿਆ ਆਪਣੇ ਨਾਲ ਦਫਾ ਹੋਇਆ ਇੱਥੋਂ ਇਹ ਤਾਂ ਫੌਜੀ ਹੈ ਜੀ ਫੌਜੀ ਇਹ ਤਾਂ ਰੰਮ ਦੇਣਾ ਹੈ ਮੈਨੂੰ ਨਹੀਂ ਜੀ ਰਿਸ਼ਤਾ ਲੈ ਕੇ ਆਇਆ ਜੀ ਰਿਸ਼ਤਾ ਹਾਂਜੀ ਆ ਜਾ ਇੱਥੇ ਬਹਿ ਜਾ ਇਹਦੀ ਭੂਆ ਹੈ ਜੀ ਪਹਿਲਾਂ ਤੂੰ ਉਹ ਡੰਗਰ ਡਾਕਟਰ ਚੱਕ ਲਿਆ ਸੀ ਜਿਹੜਾ ਮੱਝ ਦਾ ਰਿਸ਼ਤਾ ਲਿਆਇਆ ਸੀ ਹੁਣੇ ਫੌਜੀ ਲਿਆ ਇਹ ਤੋਪ ਦਾ ਰਿਸ਼ਤਾ ਕਰੂਗਾ ਮੇਰੇ ਨਾਲ ਨਹੀਂ ਜੀ ਇਹ ਤਾਂ ਆਪਦੀ ਸਗੀ ਭੂਆ ਦਾ ਕਰਾਊਗਾ ਜੀ ਓਏ ਜਦੋਂ ਭੂਆ ਵੱਡੀ ਉਮਰ ਦੀ ਹੋ ਗਈ ਹੁਣ ਮੇਰੇ ਗਲਮਣ ਨੂੰ ਫਿਰਦੇ ਆ ਇਹ ਤੁਸੀਂ ਵੀ ਤਾਂ ਸੁੱਖ ਨਾਲ ਵੱਡੀ ਉਮਰ ਦੇ ਹੋ ਜੀ ਤੁਸੀਂ ਕਿਹੜਾ ਚੁੰਗਣੀ ਪਾਈ ਆ ਮੂੰਹ 'ਚ ਇਹ ਤਾਂ ਇਹਨਾਂ ਦੇ ਛੋਟੇ ਹੁੰਦਿਆਂ ਦੇ ਮਾਪੇ ਦੀ ਡੈਥ ਹੋ ਗਈ ਸੀ ਤੇ ਭੂਆ ਨਹੀਂ ਪਾਲਿਆ ਜੀ ਇਹ ਹੁਣ ਕਹਿੰਦੇ ਅਸੀਂ ਜਵਾਨ ਹੋ ਗਏ ਭੂਆ ਦਾ ਵੀ ਵਿਆਹ ਕਰ ਦਈਏ ਹਾਂਜੀ ਫੌਜੀ ਸਾਹਿਬ ਜਵਾਨ ਸਟੈਂਡ ਅਪ ਖੜੇ ਹੋਣ ਨੂੰ ਕਹਿ ਰਿਹਾ ਜੀ ਕਿਉਂ ਕੱਦ ਨਾਪਣਾ ਹੈ ਮੇਰਾ 5 ਫੁੱਟ 10 ਇੰਚ ਕੱਦ ਹੈ ਜੀ 85 ਕਿਲੋ ਭਾਰ ਹੈ ਜਵਾਨ ਛਾਤੀ ਚੌੜੀ ਕਰ ਬਈ ਜਿੰਨੀ ਕ ਰੱਬ ਨੇ ਦਿੱਤੀ ਹੈ ਉਨੀ ਤਾਂ ਚੌੜੀ ਕੀਤੀ ਹੈ ਹੋਰ ਉੱਤੋਂ ਮੈਂ ਟਰੈਕਟਰ ਲੰਘਾ ਲਾਂ ਜਵਾਨ ਸਾਵਧਾਨ ਐਸ ਦੋਜੀ ਤੋਂ ਤਾਂ ਅਸੀਂ ਹਮੇਸ਼ਾ ਹੀ ਸਾਵਧਾਨ ਰਹੀਦਾ ਹੈ ਜੀ ਸਾਨੂੰ ਰਿਸ਼ਤਾ ਮਨਜ਼ੂਰ ਆ ਫੁੱਫੜ ਜੀ ਅੱਛਾ ਧੀਏ ਚਾਹ ਲੈ ਕੇ ਆ ਚਾਚਾ ਕੁੜੀਆਂ ਨੂੰ ਬਗਾਨੇ ਬੰਦਿਆਂ ਦੇ ਮੂਹਰੇ ਬੁਲਾਉਂਦੇ ਚੰਗੇ ਲੱਗਦੇ ਮੈਂ ਲੈ ਕੇ ਆਉਣਾ ਫਿਰ ਐ ਕਰੀ ਹਾਂਜੀ ਚਾਹ ਦੇ ਨਾਲ ਨਾ ਮਾੜਾ ਮੋਟਾ ਮਿੱਠਾ ਵੀ ਲੈ ਆਈ ਠੀਕ ਹੈ ਜੀ ਡੰਗਰਾਂ ਨਾਲ ਰਹਿ ਕੇ ਤੂੰ ਵੀ ਸਿਆਣਾ ਹੋ ਗਿਆ ਹੁਣ ਬਸ ਇਹੀ ਤਾਂ ਫਾਇਦਾ ਹੀ ਤੁਹਾਡੇ ਨਾਲ ਰਹਿਣ ਦਾ ਕਿਵੇਂ ਆ ਨਿੰਮੀਏ ਕਿਹੜੀਆਂ ਸੋਚਾਂ 'ਚ ਫਿਰਦੀ ਐ ਓਏ ਉਧਰ ਦੀ ਆ ਜਾ ਹਮੇਸ਼ਾ ਪਾਕਿਸਤਾਨ ਵਾਲੇ ਪਾਸੇ ਮਿਲਦੀ ਐ ਮੈਨੂੰ ਮੈਂ ਠੀਕ ਆ ਨੇੜੇ ਤਾਂ ਹੋ ਜਾ ਯਾਰ ਤੇਰਾ ਬਾਪੂ ਕਹੇ ਜਾ ਮੈਨੂੰ ਗਦੀ ਗੇਟ 'ਚ ਹੀ ਪਾਰਖਿਆ ਨੇ ਤਾਂ ਦੇਖ
ਭਵਿੱਖ ਗਦੀ ਗੇਟ ਦਾ ਤਾਂ ਮੈਨੂੰ ਪਤਾ ਨਹੀਂ। ਤੂੰ ਫਟਾਫਟ ਮੇਰੇ ਡੈਡੀ ਨੂੰ ਮਨਾ ਲਾ, ਕਿਤੇ ਮੇਰੀ ਵਿਆਹ ਦੀ ਉਮਰ ਲੰਘ ਜੇ। ਉਹ ਮੇਰੀ ਕਿਹੜਾ ਖੜੀ ਹੈ, ਮੇਰੀ ਵੀ ਤਾਂ ਲੰਘ ਹੀ ਰਹੀ ਹੈ। ਸੁੱਖ ਨਾਲ ਤੇਰੇ ਨਾਲ 4 ਕਦਮ ਮੂਹਰੀ ਚੱਲ ਰਹੀ ਹੈ। ਚੱਲ ਛੱਡ, ਕਿਉਂ ਪਾਥੀ ਵਰਗਾ ਮੂੰਹ ਕੀਤਾ? ਮੈਂ ਤਾਂ ਮਜ਼ਾਕ ਕਰਦੀ ਸੀ। ਜਿਹੜਾ ਟਾਈਮ ਮਿਲਦਾ ਉਹ ਤੂੰ ਮਜ਼ਾਕ ਚ ਲੰਘਾ ਦਿੰਨੀ ਹੈ। ਘੱਟ ਤੋਂ ਘੱਟ ਇਸ ਟਾਈਮ ਤਾਂ ਪਿਆਰ ਦੀਆਂ ਗੱਲਾਂ ਕਰ ਲਿਆ ਕਰ ਦੋ। ਮਾਰ ਫਿਰ ਕੋਈ ਕੱਦੂ ਚ ਤੀਰ, ਆਪਣਾ ਵਿਆਹ ਹੋ ਜੇ ਛੇਤੀ ਛੇਤੀ। ਉਹ ਜੇ ਮੇਰੇ ਵੱਸ ਹੋਵੇ ਕੱਦੂ ਚ ਤਾਂ ਕੀ, ਮੈਂ ਤਾਂ ਤੇਰੇ ਬਾਪੂ ਦੇ ਢਿੱਡ 'ਚ ਵੀ ਮਾਰਾਂ। ਉਹ ਲੋਕਾਂ ਦੇ ਪਿਓ ਹੁੰਦੇ, ਉਹਨਾਂ ਨੂੰ ਫਿਕਰ ਹੁੰਦਾ ਆਪਦੀ ਧੀ ਦੀ ਡੋਲੀ ਤੋਰਨ ਦਾ। ਉਧਰੋਂ ਤੇਰੇ ਵਾਲਾ ਬਾਪੂ ਹੈ, ਉਹ ਆਪਦਾ ਡੋਲਾ ਲਿਆਉਣ ਨੂੰ ਫਿਰਦਾ। ਚਾਹ ਧੁੱਪੇ ਬਣ ਰਹੀ ਹੈ। ਉਹ ਬਣ ਤਾਂ ਬਹੁਤ ਕੁਝ ਜਾਣਾ ਸੀ, ਜੇ ਤੂੰ ਵੱਧ ਨਾ ਲੱਗਿਆ ਹੋਵੇਂ। ਜਾਵਾਂ? ਜਾ ਖੜ ਜਾ, ਹੱਥ ਤਾਂ ਲਾ ਕੇ ਦੇਖ ਲੈਣ ਤੇ। ਠੀਕ ਹੈ ਪਾਗਲ ਜਿਹਾ। ਚਲੋ ਭਾਈ ਸਾਹਿਬ ਚੱਲੀਏ। ਕੀ ਗੱਲ, ਚਾਹ ਨਹੀਂ ਬਣੀ? ਨਹੀਂ ਜੀ, ਸਲਾਈ ਬਣ ਗਈ ਸੀ ਜੀ। ਕਾਹਦੀ? ਵੀ ਇਹ ਚਾਹ ਤਾਂ ਪੀਂਦੇ ਨਹੀਂ ਜੀ, ਰਾਮੀ ਪੀਂਦੇ ਆ। ਅੱਛਾ ਫਿਰ ਰਿਸ਼ਤਾ ਪੱਕਾ ਸਮਝਾ? ਲੈ ਫੁੱਫੜ ਦਾ ਕਹਿਤਾ ਜੀ ਮੁੰਡੇ ਨੇ ਤੁਹਾਨੂੰ, ਹੋਰ ਹੁਣ ਰਿਸ਼ਤਾ ਸੀਮੈਂਟ ਨਾਲ ਪੱਕਾ ਕਰਨਾ ਹੈ। ਤੁਸੀਂ ਐ ਕਰੋ, 2000 ਰੁਪਏ ਕੱਢੋ ਜੀ। ਕਾਹਦੇ ਵਾਸਤੇ? ਇਹਨੂੰ ਰੰਮ ਦੀ ਬੋਤਲ ਨਹੀਂ ਪਿਉਣੀ। ਇਹ ਬੋਤਲ ਹੀ ਲੈ ਕੇ ਦੇਣੀ ਹੈ ਕਿ ਪੂਰੀ ਪੇਟੀ ਲੈ ਕੇ ਦੇਣੀ ਹੈ? ਨਾਲ ਮੁਰਗਾ ਵੀ ਜੀ। ਗਿਣ ਕੇ ਰੱਖਦੇ ਹੋ ਜੀ? हाँ। जवान पीछे मुड़ेंगे, पीछे मुड़। तू नहीं मुड़िया पीछे? नहीं, कल जवान नहीं कहे ना जी। दाएं से तेज चलेंगे, तेज चल। ਹੋਰ ਨੀਤੂ, ਕਿਵੇਂ ਆ ਤੇਰੀ ਜੌਬ? ਕੋਈ ਤਕਲੀਫ ਤਾਂ ਨਹੀਂ? ਨਹੀਂ ਬਹੁਤ ਵਧੀਆ, ਸਾਰੇ ਬਹੁਤ ਵਧੀਆ। ਦਿਲ ਲੱਗ ਗਿਆ ਮੇਰਾ ਇੱਥੇ। ਅੱਛਾ, ਮੈਂ ਤਾਂ ਤੈਨੂੰ ਪਹਿਲਾਂ ਕਹਿੰਦਾ ਹੁੰਦਾ ਸੀ ਸ਼ਹਿਰਾਂ ਨਾਲੋਂ ਪਿੰਡਾਂ 'ਚ ਰਹਿਣਾ ਸੌਖਾ। ਲੋਕ ਬੜਾ ਪਿਆਰ ਕਰਦੇ ਆ ਇੱਥੇ। ਹੈ ਉਹ ਤਾਂ ਉਹੀ ਮੁੰਡਾ ਆਉਂਦਾ ਮਾਹੀ, ਮੈਨੂੰ ਲੱਗਦਾ। ਹਾਂ ਉਹੀ ਨੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਬੈਠੋ। ਹੋਰ ਕੀ ਹਾਲ ਚਾਲ ਆ? ਬਹੁਤ ਅਫਸੋਸ ਹੈ ਜੀ ਕਿ ਮੇਰੇ ਕਰਕੇ ਤੁਹਾਡੀ ਵਰਦੀ ਉਤਰ ਗਈ। ਲੈ ਛੱਡ ਯਾਰ ਇਹੋ ਜਿਹੀਆਂ ਗੱਲਾਂ। ਯਾਰੀਆਂ 'ਚ ਚਮੜੀ ਲਵਾ ਦੇਈਦੀ ਆ ਤਾਂ ਵਰਦੀ ਉਤਰੀ ਆ। ਛੱਡ ਯਾਰ ਇਹੋ ਜਿਹੀ ਗੱਲ ਨਹੀਂ ਲਿਆਈ ਦੀ। ਹੋਰ ਬਈ ਕਿਵੇਂ ਆ? ਅਸੀਂ ਸੋਚਿਆ ਬਾਈ ਤੁਹਾਨੂੰ ਸੱਦਾ ਦੇ ਆਈਏ, ਸਾਡੇ ਪਿੰਡ ਮੇਲਾ ਲੱਗਣਾ ਹੈ। ਮੇਲਾ ਲੱਗਣਾ? ਨਾ ਜਾਏ ਕਿਉਂ ਮੂੰਹ ਜਾ ਲਟਕਾਈ ਆਉਣਾ? ਲੈ ਖਾ ਬਿਸਕੁਟ। ਗੱਲ ਬਸੋਂ ਬਾਹਰ ਹੋਈ ਪਈ ਆ ਪ੍ਰੇਮੋ। ਆਪਾਂ ਹੁਣ ਇਹਦੇ ਨਾਲ ਹੋਰ ਜ਼ਿਆਦਾ ਜ਼ੋਰ ਜ਼ਬਰਦਸਤੀ ਨਹੀਂ ਕਰ ਸਕਦੇ। ਉਹ ਗੱਲ ਤਾਂ ਦੱਸ ਕੀ ਹੋ ਗਈ? ਅੱਜ ਫੇਰ ਉਸੇ ਮੁੰਡੇ ਨੂੰ ਮਿਲ ਕੇ ਆਈ ਹੈ। ਮੈਨੂੰ ਲੱਗਦਾ ਕੋਈ ਨਵਾਂ ਹੀ ਚੰਦ ਚੜੂਗੀ। ਸਰਦਾਰਾ, ਹੁਣ ਇਹ ਖੇਡ ਆਪਣੇ ਹੱਥੋਂ ਖਿਸਕ ਸਕਦੀ ਹੈ। ਮੈਨੂੰ ਤਾਂ ਡਰ ਹੈ ਕਿਤੇ ਭੱਜ ਹੀ ਨਾ ਜਾਵੇ। ਕਿਉਂ ਟੈਨਸ਼ਨ ਪਾਲੀ ਆ ਬਾਪੂ? ਥਾਨ ਪੋਤੀ ਤੇਰਾ, ਜਿੱਥੇ ਸੋਟੀ ਮਾਰਦੇ ਸਾਲਾ 100 ਸਾਲ ਘਾਹ ਨਹੀਂ ਉੱਗਦਾ। ਇਹ ਲੱਲੜ ਭੱਜੜ ਕੀ ਚੀਜ਼ ਨੇ? ਇਹਦਾ ਤਾਂ ਇਹੋ ਜਿਹਾ ਹੱਲ ਕਰੂੰ ਕਿ ਤੂੰ ਵੀ ਰਾਤਾਂ ਨੂੰ ਉੱਠ ਸੋਚੇਂਗਾ ਕਿ ਬੇਬੇ ਨੇ ਪੁੱਤ ਕੀ ਖਾ ਕੇ ਜੰਮਿਆ। ਸਤਿ ਸ਼੍ਰੀ ਅਕਾਲ ਜੀ। ਇਹ ਦੋਜੀ ਵੀ ਕਦੇ ਕੋਈ ਸਿੱਧਾ ਕੰਮ ਨਹੀਂ ਕਰਦਾ। ਮੈਂ ਇਹਨੂੰ ਸਿਰੇ ਬੰਨ ਕੇ ਲਿਆਣਾ ਸੀਗਾ, ਇਹ ਚੁੰਨੀ ਚੜਾ ਕੇ ਹੀ ਲਿਆਇਆ। ਆਓ ਜੀ ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੈਠੋ। ਆ ਜਾਓ। ਬੈਠੋ ਜੀ ਤੁਸੀਂ। ਬੈਠੋ ਜੀ ਬੈਠੋ। ਓਏ ਪਤੰਦਰਾ, ਤੂੰ ਇਹਨੂੰ ਐਂ ਕਿਉਂ ਲੈ ਆਇਆ? ਲੋਕੀ ਕੀ ਕਹਿਣਗੇ ਬਈ ਸਾਧੂ ਕੁੜੀ ਭਜਾ ਕੇ ਲੈ ਆਇਆ ਕਰੇ। ਤੁਸੀਂ ਲੋਕਾਂ ਦਾ ਫਿਕਰ ਨਾ ਕਰੋ ਜੀ, ਲੋਕਾਂ ਨੂੰ ਸਭ ਪਤਾ ਜੀ ਵੀ ਤੁਹਾਡੇ ਤੋਂ ਤੁਰਿਆ ਤਾਂ ਜਾਂਦਾ ਨਹੀਂ। ਭਜਾ ਕੇ ਕਿੱਥੇ ਲੈ ਕੇ ਆਉਂਗੇ? ਨਾਲੇ ਇਹ ਭੂਆ ਨਹੀਂ ਹੈਗੀ ਜੀ, ਮੁੰਡੇ ਦੀ ਮਾਸੀ ਹੈ ਜੀ। ਭੂਆ ਵਾਸਤੇ ਆਹ ਘਰ-ਬਾਰ ਦੇਖਣਾ ਹੈ ਜੀ ਆਪਣਾ। ਅੱਛਾ। ਹਾਂਜੀ। ਦੇਖੋ ਜੀ, ਗੱਲਬਾਤ ਕੀ ਦੱਸਾਂ ਤੁਹਾਨੂੰ। ਉਹ ਤਾਂ ਰੱਬ ਦਾ ਦਿੱਤਾ ਸਭ ਕੁਝ ਹੈ ਸਾਡੇ ਕੋਲ। ਇਹ ਸਾਡਾ ਛੋਟਾ ਜਿਹਾ ਪਰਿਵਾਰ ਹੈ। ਇੱਕ ਮੇਰੀ ਭਤੀਜੀ ਹੈ, ਇੱਕ ਮੈਂ। ਕੋਈ ਵੱਡੀ ਕਬੀਲਦਾਰੀ ਨਹੀਂ ਹੈ। ਮੈਂ ਕਿਹਾ ਜੀ, ਕੁੜੀ ਦੇ ਮਾਂ ਪਿਓ ਕਿੱਥੇ? ਸੁੱਖ ਨਾਲ ਦਿਖਦੇ ਹੀ ਨਹੀਂ। ਇਹ ਕਿਹੜੀ ਗੱਲ ਪੁੱਛ ਲਈ ਤੁਸੀਂ? ਦੇਖੋ, ਸਾਡੀ ਨਿੰਮੋ 4 ਸਾਲਾਂ ਦੀ ਸੀਗੀ ਜਦੋਂ ਇੱਕ ਸੜਕ ਹਾਦਸੇ 'ਚ ਮੇਰਾ ਭਾਈ ਤੇ ਭਰਜਾਈ, ਜਾਣੀ ਕਿ ਇਹਦੇ ਮੰਮੀ ਡੈਡੀ ਦੋਵੇਂ ਰੱਬ ਨੂੰ ਪਿਆਰੇ ਹੋ ਗਏ।
ਉਸ ਤੋਂ ਬਾਅਦ ਮੈਂ ਹੀ ਇਹਦਾ ਮਾਂ ਹੈ, ਮੈਂ ਹੀ ਇਹਦਾ ਪਿਓ ਹੈ। ਇਹਦੇ ਪਾਲਣ ਪੋਸ਼ਣ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਵਿਆਹ ਦੀ ਉਮਰ ਕਦੋਂ ਲੰਘ ਗਈ ਮੇਰੀ। ਚਾਚਾ ਹੁਣ ਤੇਰੀ ਤਾਂ ਉਮਰ ਲੰਘ ਗਈ, ਕਿਤੇ ਨਿੰਮੋ ਦੀ ਮਨਾ ਲੰਘਾ ਦੇ। ਮੈਂ ਕਿਹਾ ਜੀ ਮੁੰਡੇ ਨੇ ਕਿੰਨੀ ਸਿਆਣੀ ਗੱਲ ਕੀਤੀ ਆ ਹਨਾ। ਵਿਆਹ ਦੀ ਤਾਂ ਉਮਰ ਲੰਘਣੀ ਨਹੀਂ ਚਾਹੀਦੀ, ਵਿਆਹ ਤਾਂ ਟਾਈਮ ਸਿਰ ਹੀ ਹੋਣਾ ਚਾਹੀਦਾ। ਤੂੰ ਕੱਦੂ ਚ ਕਹਿੰਦੀ ਸੀ, ਹੁਣ ਤਾਂ ਭਿੰਡੀਏ ਲਿਆਤੀ ਤੇਰੇ ਬਾਪੂ ਨੂੰ। ਨਹੀਂ ਤਾਂ ਫਿਰ ਮੇਰੇ ਵਾਂਗੂ ਜ਼ਿੰਮੇਵਾਰੀਆਂ ਨਿਭਾਉਂਦੀ ਜੀ। ਦੇਖੋ ਜੀ, ਤੁਸੀਂ ਜ਼ਿਆਦਾ ਚੀਚੀ ਨਾ ਕਰੋ, ਨਹੀਂ ਮੇਰਾ ਇੱਥੇ ਜੀ ਲੱਗ ਜਾਣਾ ਹੈ। ਤੁਹਾਡਾ ਤਾਂ ਜੀ ਲੱਗ ਗਿਆ ਜੀ, ਹੁਣ ਨਿੰਮੋ ਦਾ ਜੀ ਲਵਾਉਣ ਵਾਲਾ ਵੀ ਲਿਆਓ ਕੋਈ। ਲੋ ਜੀ, ਗੱਲਾਂ ਚ ਮੈਂ ਚਾਹ ਪਾਣੀ ਪੁੱਛਣਾ ਭੁੱਲ ਗਿਆ। ਚਾਹ ਪਾਣੀ ਦੀ ਕਿਹੜੀ ਗੱਲ ਹੈ ਜੀ? ਛੜੇ ਬੰਦੇ ਸਾਹਮਣੇ ਸੋਹਣੀ ਜਨਾਨੀ ਆ ਜੇ, ਛੜਾ ਬੰਦਾ ਸਾਹ ਲੈਣਾ ਭੁੱਲ ਜੇ। ਹੱਥ ਐ ਕਰ ਲੋ ਜੀ, ਮਾਰਨਾ ਇਹਨਾਂ ਨੇ। ਅੱਛਾ ਇੱਧਰ ਮੇਰੇ ਪੈਰੇ। ਉਹ ਮਾਹੀ, ਆਹ ਦੇਖੋ ਸਾਧੂ ਚੜਾ ਕਿਵੇਂ ਚੌੜਾ ਹੋ ਕੇ ਤੁਰ ਕੇ ਆਉਂਦਾ। ਜਿਹੜੇ ਹਿਸਾਬ ਨਾਲ ਇਹ ਤੁਰਿਆ ਆਉਂਦਾ, ਮੈਨੂੰ ਤਾਂ ਲੱਗਦਾ ਚੀਕਾਂ ਪਈਆਂ ਇਹਦੇ। ਸਤਿ ਸ਼੍ਰੀ ਅਕਾਲ ਚਾਚਾ ਜੀ। ਸਤਿ ਸ੍ਰੀ ਅਕਾਲ। ਉਹ ਆ ਜਾ ਚਾਚਾ, ਬਹਿ ਜਾ। ਸੁਣਾ ਕੋਈ ਦੁੱਖ ਸੁੱਖ ਦੀ ਗੱਲ, ਨਾਲੇ ਹੋਈ ਕੋਈ ਪੱਕ ਠੱਕ ਕਿ ਨਹੀਂ? ਦੇਖੋ ਵੀਰੇ, ਖੱਪ ਤਾਂ ਨਾ ਪਾਇਓ, ਗੱਲ ਸਿਰਫ ਤੁਹਾਨੂੰ ਹੀ ਦੱਸਣ ਲੱਗਿਆ ਹੈ। ਗੱਲ ਤਾਂ ਜਮਾ ਇੱਟ ਵਰਗੀ ਪੱਕੀ ਹੋ ਗਈ ਹੈ। ਕੁੜੀ ਦਾ ਮਾਮਾ ਵੀ ਮੈਨੂੰ ਦੇਖ ਗਿਆ, ਦੇਖ ਤੇ ਉਹਦੀ ਮਾਸੀ ਵੀ ਮੈਨੂੰ ਪਸੰਦ ਕਰ ਗਈ ਹੈ। ਅੱਛਾ, ਤੁਸੀਂ ਵੀ ਸਵਾਲ ਹੁਣ ਨਵੇਂ ਕੋਟ ਪੈਂਟ। ਹਾਂ, ਇਹਦਾ ਮਤਲਬ ਹੁਣ ਗਰਮੀਆਂ ਸਾਡੇ ਕੋਟ ਪੈਂਟ ਪਵਾਓਗੇ ਤੁਸੀਂ। ਓਏ ਛੋਟੇ ਵੀਰ, ਇਹ ਸਾਧੂ ਸਿੰਘ ਦਾ ਵਿਆਹ ਹੈ, ਕੋਈ ਲੰਡੀ ਬੁੱਚੀ ਦਾ ਵਿਆਹ ਹੈ ਕੋਈ? ਹਾਂ, ਬਰਾਤੀ ਹੈ, ਉਹੀ ਨਾਲ ਲੈ ਕੇ ਜਾਣਾ ਹੈ ਜਿਹਦੇ ਕੋਲ ਆਪਣਾ ਕੋਟ ਪੈਂਟ ਹੋਵੇ। ਹਾਂ, ਤੇ ਲੰਬੜਾਂ ਦਾ ਜਾਗਰ ਵੀ ਜਾਊ ਵਿਆਹ? ਉਹਨੇ ਨਹੀਂ ਲੈ ਕੇ ਜਾਣਾ। ਬੇਸ਼ੱਕ ਉਹਦੇ ਕੋਲ ਕੋਟ ਪੈਂਟ ਹੈ, ਪਰ ਉਹ ਕਿਲੋ ਪਕੌੜੇ ਤੇ ਥਾਲ ਜਲੇਬੀਆਂ ਦਾ ਖਾ ਜਾਂਦਾ ਹੈ। ਇਹ ਜੇ ਭੁੱਖੜ ਨੂੰ ਨਹੀਂ ਲੈ ਕੇ ਜਾਣਾ ਮੈਂ। ਤੇ ਨਾਜਰ ਨੂੰ? ਨਾਜਰ ਵੀ ਨਹੀਂ ਜਾਊ, ਉਹਦੇ ਕੋਲ ਆਪਣੀ ਗੱਡੀ ਨਹੀਂ ਹੈ। ਯਾਰ ਉਹ ਕੀ ਨਾਂ ਸੀ ਤੇਰੇ ਬੇਲੀ ਦਾ, ਜਿਹੜਾ ਭੰਗੜਾ ਬਹੁਤ ਸੋਹਣਾ ਪਾਉਂਦਾ ਯਾਰ? ਮਲਕੀਤ ਦੀ ਗੱਲ ਕਰਦਾ। ਹਾਂ ਮਲਕੀਤ, ਉਹਨੂੰ ਜ਼ਰੂਰ ਨਾਲ ਲੈ ਕੇ ਜਾਣਾ। ਉਹ ਨਾ। ਕਿਉਂ? ਦੇਖੋ, ਨੱਚਣ ਟੱਪਣ ਵਾਲਿਆਂ ਨੂੰ ਤਾਂ ਬਿਲਕੁਲ ਨਹੀਂ ਲੈ ਕੇ ਜਾਣਾ। ਗੱਲ ਸੁਣ ਲਓ ਮੇਰੀ ਧਿਆਨ ਨਾਲ। ਬਰਾਤ ਵਿੱਚ ਗਿਣੇ ਚੁਣੇ ਜੇ ਬੰਦੇ ਜਾਣਗੇ, ਜਿਨ੍ਹਾਂ ਕੋਲ ਆਪਣੀਆਂ ਗੱਡੀਆਂ ਹੋਣ, ਕੋਟ ਪੈਂਟ ਪਾਉਂਦੇ ਹੋਣ, ਦਾਰੂ ਨਾ ਪੀਂਦੇ ਹੋਣ, ਨਾ ਹੀ ਖਪਖਾਨਾ ਪਾਉਂਦੇ ਹੋਣ, ਬਸ। ਉਹ ਚਾਚਾ, ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ। ਨਾ ਬਰਾਤ ਚ ਖਾਣ ਪੀਣ ਵਾਲੇ ਲੈ ਕੇ ਜਾਣੇ ਆ, ਨਾ ਨੱਚਣ ਟੱਪਣ ਵਾਲੇ ਲੈ ਕੇ ਜਾਣੇ ਆ, ਤੇ ਫਿਰ ਮੈਨੂੰ ਐਂ ਦੱਸ ਵੀ ਵਿਆਹ ਤੇ ਚੱਲੇ ਆ ਕਿ ਆਪਾਂ ਉੱਥੇ ਮਰਗ ਦੇ ਭੋਗ ਤੇ? ਉਹ ਚਾਚਾ, ਮੈਨੂੰ ਵੀ ਲੈ ਜੀ ਬਰਾਤ ਚ, ਤੇਰਾ ਸਰਵਾਲਾ ਬਣ ਜੂ। ਉਹ ਨਾ ਛੋਟੇ ਵੀਰ, ਸਰਬਾਲੇ ਵਾਲੀ ਗੱਲ ਜਮਾ ਹੀ ਝੂਠ ਹੈ। ਨਾ ਘੋੜੀ ਤੇ ਭਾਰ ਪਾਣਾ ਬਾਤੂ ਦਾ, ਨਾ ਘੋੜੀ ਵਾਲਿਆਂ ਤੇ। ਵਿਆਹ ਕਰਨਾ ਗੱਜ ਬੱਜ ਕੇ। ਇਹਨੂੰ ਦੇਖ ਕੇ ਕਦੇ ਲੱਗਦਾ ਨਹੀਂ ਵੀ ਤੁਹਾਡਾ ਹੀ ਮੁੰਡਾ ਹੈ। ਵਿਆਹ ਵੀ ਕਰੋ ਮੁੰਡੇ ਦਾ, ਉਮਰ ਲੰਘੀ ਜਾਂਦੀ ਹੈ। ਰਿਸ਼ਤੇ ਤਾਂ ਬਹੁਤ ਆਏ ਆ, ਪਰ ਇਹਦੀ ਸ਼ਕਲ ਦੇਖ ਕੇ ਕੋਈ ਲੱਤ ਨਹੀਂ ਲਾਉਂਦਾ। ਅੱਛਾ, ਮੈਂ ਲੱਤ ਲਵਾ ਸਕਦਾ? ਕਿਵੇਂ? ਮੈਂ ਆਪਣੀ ਭੈਣ ਦਾ ਵਿਆਹ ਇਹਦੇ ਨਾਲ ਕਰਾ ਦੂੰ। ਅੱਛਾ, ਉਹ ਕਿਵੇਂ? ਪਰ ਮੇਰੀ ਇੱਕ ਸ਼ਰਤ ਹੈ। ਸ਼ਰਤ? ਮੇਰੀ ਭੈਣ ਦੇ ਨਾਂ ਦੀ ਸਾਰੀ ਜ਼ਮੀਨ ਮੇਰੀ, ਤੇ ਕੁੜੀ ਤੁਹਾਡੀ ਨਾਂ। ਮਨਜ਼ੂਰ ਹੈ। ਜੇ ਗੱਲ ਸਾਹਿਬ ਦੀ ਮਨਜ਼ੂਰੀ ਹੋਵੇ ਤਾਂ ਠੀਕ ਆ ਬਾਈ, ਜਿਵੇਂ ਤੈਨੂੰ ਮਨਜ਼ੂਰ। ਦੇਖੋ ਗੱਲ ਸਾਹਿਬ, ਮੈਂ ਤਾਂ ਖੁਦ ਤੁਹਾਡੇ ਜਿਹੇ ਚੰਗੇ ਬੰਦਿਆਂ ਨਾਲ ਦਿਲੋਂ ਜੁੜਨਾ ਚਾਹੁੰਦਾ ਹਾਂ। ਚੌਧਰੀ ਸਾਹਿਬ, ਦਿਓ ਫਿਰ ਇਜਾਜ਼ਤ। ਠੀਕ ਹੈ ਜੀ। ਤੇ ਤੂੰ ਤੇਲ ਤੂੰ ਲਾ ਸਿਰ ਨੂੰ, ਬਲ ਬੁਲੋਗਾ। ਡੈਡੀ ਜੀ, ਕਰ ਦੋ ਮੇਰਾ ਵੀ ਹੁਣ ਪੱਕਾ ਇਲਾਜ। ਸਾਲਾ ਪੱਕੇ ਇਲਾਜ ਦਾ। ਤੂੰ ਇੱਕ ਵਾਰ ਵਿਆਹ ਤਾਂ ਹੋਣ ਦੇ, ਫਿਰ ਵੇਖਦੇ ਆ ਜ਼ਮੀਨ ਕਿਹਦੀ ਹੈ। ਜਿਹੜਾ ਸੱਪ ਤੇਰੀ ਹਿੱਕ ਤੇ ਮਿਲਦਾ ਸੀ ਨਾ ਬੇਬੇ, ਉਹ ਮੈਂ ਮਾਰ ਲਿਆ। ਮੈਂ ਕਮਲ ਦਾ ਵਿਆਹ ਗੁੱਜਰ ਦੇ ਮੁੰਡੇ ਨਾਲ ਪੱਕਾ ਕਰਿਆ ਆ। ਮੇਰੇ ਤਾਂ ਮਿਲਣੋਂ ਤਾਂ ਹੀ ਹਟੂ ਜੇ ਗੁੱਜਰ ਦੇ ਮੁੰਡੇ ਦੀ ਜਨ ਟੁੱਕੂ। ਜਦੋਂ ਕਮਲ ਦਾ ਰਿਸ਼ਤਾ ਹੀ ਪੱਕਾ ਹੋ ਗਿਆ, ਬਰਾਤ ਪਿੱਛੇ ਰਹਿ ਜੂਗੀ। ਤੂੰ ਵੀ ਨਾ ਕਾਹਲੀ ਪੈ ਜੰਨੀ ਹੈ, ਠੰਡਾ ਕਰਕੇ ਖਾਇਆ ਕਰ। ਮੇਰੇ ਤਾਂ ਕਾਲਜੇ ਉਦੋਂ ਹੀ ਠੰਡ ਪਊ
ਜਦੋਂ ਇਹ ਕਲੋਣੀ ਘਰੋਂ ਨਿਕਲੂ। ਜਿਉਣਾ ਹਰਾਮ ਕੀਤਾ ਕੜਮੀ ਨੇ। ਉਹ ਤੂੰ ਛੱਡ ਬੇਬੇ, ਤੂੰ ਤਾਂ ਸਵਾਦ ਲੈ। ਹੁਣ 80 ਕਿੱਲਿਆਂ ਦੇ ਸਰਦਾਰ ਇਕੱਲੇ ਹੀ ਕਹਾਵਾਂਗੇ। ਜੇ ਭੋਰ ਵੀ ਖਾਈਏ ਨਾ ਤਾਂ ਮੁੱਕਦੇ ਨਹੀਂ। ਲੱਲੂ ਕਰੇ ਕਵੱਲੀਆਂ, ਰੱਬ ਸਿੱਧੀਆਂ ਪਾਵੇ। ਲੈ ਪੁੱਤ ਫਿਰ ਖਾ ਲੱਡੂ। ਕੌਣ ਪੁੱਛਦਾ ਧੀਆਂ ਦੇ ਹਾਲ ਨੂੰ, ਮਾਵਾਂ ਤੁਰ ਜਾਣ ਜਗ ਤੋਂ ਜੇ ਜਿੰਦੇ ਮੇਰੀਏ। ਕਮਲ, ਤੂੰ ਇਸ ਵੇਲੇ ਇੱਥੇ? ਮਾਹੀ, ਜੋ ਤੂੰ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੀ, ਹੁਣ ਉਹ ਪੂਰਾ ਕਰ। ਮੈਂ ਤੇਰੀ ਰਹਾਂਗੀ। ਕੀ ਹੋ ਗਿਆ ਕਮਲ? ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ? ਮਾਹੀ, ਇਸ ਤੋਂ ਪਹਿਲਾਂ ਕਿ ਕਮਲ ਦੀ ਡੋਲੀ ਕੋਈ ਹੋਰ ਲੈ ਜਾਵੇ, ਚਲ ਆਪਾਂ ਘਰੋਂ ਪਰ ਚੱਲਦੇ ਹਾਂ। ਮੇਰੇ ਮਾਪਿਆਂ ਨੇ ਮੇਰਾ ਰਿਸ਼ਤਾ ਕਿਤੇ ਹੋਰ ਤੈਅ ਕਰਤਾ ਹੈ। ਇੱਜ਼ਤਦਾਰ ਘਰਾਂ ਦੀਆਂ ਧੀਆਂ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਧੀਆਂ ਆਪਣੇ ਮਾਪਿਆਂ ਦੇ ਘਰੋਂ ਹੀ ਵਿਦਾ ਹੁੰਦੀਆਂ ਨੇ। ਪਰ ਮੈਂ ਮਜਬੂਰ ਹਾਂ ਅੰਕਲ। ਘਰੋਂ ਭੱਜ ਜਾਣਾ ਵੀ ਸਮਾਜ ਦੀਆਂ ਕਦਰਾਂ ਕੀਮਤਾਂ ਦੇ ਖਿਲਾਫ ਹੁੰਦਾ ਹੈ ਕਮਲ। ਮੈਂ ਤੇਰੀ ਮਜਬੂਰੀ ਸਮਝਦਾ ਕਮਲ, ਪਰ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਮੈਂ ਤੈਨੂੰ ਤੇਰੇ ਘਰੋਂ ਹੀ ਲੈ ਕੇ ਜਾਊਂਗਾ। ਚੱਲ ਤੈਨੂੰ ਘਰੇ ਛੱਡ ਕੇ ਆਵਾਂ, ਆ ਜਾ। ਤੇਰੀ ਤਾਂ ਮੈਂ ਕਮਾਲ ਦਾ ਬੰਦਾ ਹੈ ਯਾਰ। ਮੈਂ ਇਹਨੂੰ ਘਰੇ ਵਾਪਸ ਲੈ ਕੇ ਆਇਆ ਤੇ ਤੂੰ ਮੇਰੇ ਤੇ ਬੰਦੂਕ ਤਾਣੀ ਜਾਂਦਾ। ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਜਿੱਦੇ ਨੂੰ ਲੈ ਕੇ ਜਾਊਂਗਾ ਨਾ, ਪੂਰੀ ਇੱਜ਼ਤ ਨਾਲ ਲੈ ਕੇ ਜਾਊਂਗਾ। ਦੇਖ ਪੁੱਤ, ਜੇ ਇਹਨੂੰ ਕੁਝ ਹੋ ਗਿਆ ਤਾਂ ਪੰਗਾ ਪੈ ਜੂ। ਮੈਂ ਕੋਈ ਵਿਆਹ ਬਣਾਉਣੀ ਆ। ਦੇਖਤੀ ਏ, ਇਸ ਵੇਲੇ ਚੋਰੀ ਛੁਪੇ ਮਿਲਣਾ ਚੰਗਾ ਨਹੀਂ। ਤੂੰ ਚਿੰਤਾ ਕਿਉਂ ਕਰਦੀ ਏ? ਅਸੀਂ ਤੇਰਾ ਵਿਆਹ ਮਾਹੀ ਨਾਲ ਹੀ ਕਰਾਂਗੇ। ਪਰ ਧੀਏ, ਘਰ ਪਰਿਵਾਰ ਬਾਰੇ ਵੀ ਤਾਂ ਪਤਾ ਕਰਨਾ ਜ਼ਰੂਰੀ ਹੈ। ਮੈਂ ਸਹਿਮਤ ਹਾਂ ਜੀ ਤੁਹਾਡੀ ਗੱਲ ਨਾਲ। ਸਹਿਮਤੀ ਤਾਂ ਠੀਕ ਹੈ, ਪਰ ਇਹ ਤਾਂ ਦੱਸ ਬਈ ਕੌਣ ਹੈ, ਕਿੱਥੋਂ ਆਇਆ, ਕੀ ਕਰਦਾ ਹੈ? ਐਵੇਂ ਥੋੜੇ ਨਾ ਚੱਕ ਕੇ ਕੁੜੀ ਤੇਰੇ ਹਵਾਲੇ ਕਰ ਦਾਂਗੇ। ਮੈਂ ਕਿਸੇ ਐਰੇ ਗੈਰੇ ਖਾਨਦਾਨ ਦਾ ਮੁੰਡਾ ਨਹੀਂ ਆ। ਚੰਡੀਗੜ੍ਹ ਸਾਡੀ ਕੋਠੀ ਹੈ। ਮੇਰੇ ਤੇ ਮੇਰੇ ਖਾਨਦਾਨ ਬਾਰੇ ਜਿੱਤੋਂ ਮਰਜ਼ੀ ਪਤਾ ਕਰ ਲਈ। ਚੰਡੀਗੜ੍ਹ ਦੇਖਦੇ ਆ। ਖਿਆਲ ਰੱਖਿਓ ਮਾਂ ਜੀ ਇਹਦਾ। ਆ ਜਾ। ਕੁੜੀਆਂ ਦਾ ਗਹਿਣਾ ਤਾਂ ਉਹਨਾਂ ਦੀ ਇੱਜ਼ਤ ਆਬਰੂ ਹੁੰਦੀ ਹੈ ਧੀਏ। ਮੈਂ ਤਾਂ ਇਹੀ ਚਾਹੁੰਦਾ ਕਿ ਛੇਤੀ ਤੋਂ ਛੇਤੀ ਤੇਰੇ ਹੱਥ ਪੀਲੇ ਕਰਦਾ। ਇਹ ਦੇਖੀ, ਇਹ ਤੇਰੇ ਬਹੁਤ ਹੀ ਸੋਹਣਾ ਲੱਗੂ। ਸਤਿ ਸ਼੍ਰੀ ਅਕਾਲ ਜੀ। ਚਾਚਾ ਕਿਵੇਂ ਟੂਮਾਂ ਜੀਆਂ ਖੰਡਾਈ ਬੈਠੇ, ਕਿਤੇ ਗਹਿਣੇ ਤਾਂ ਨਹੀਂ ਧਰਨ ਚੱਲਿਆ? ਉਹ ਤੇਰੀ ਉਹ ਪਤੰਦਰਾ, ਜੇ ਸ਼ਕਲ ਚੰਗੀ ਨਹੀਂ ਤਾਂ ਗੱਲ ਤਾਂ ਚੰਗੀ ਕਰਿਆ ਕਰ। ਹਾਂਜੀ, ਐ ਦੱਸਿਓ, ਉਹ ਦਿਨ ਤਰੀਕ ਪੱਕੀ ਹੋ ਗਈ ਤੁਹਾਡੀ? ਮੈਂ ਕਿਹਾ ਜੀ ਤਰੀਕ ਵੀ ਪੱਕੀ ਹੋ ਜੂਗੀ। ਪਹਿਲਾਂ ਜਿਹੜੀਆਂ ਆਪਣੀਆਂ ਸਿਰ ਪਈਆਂ ਜ਼ਿੰਮੇਵਾਰੀਆਂ, ਉਹਨਾਂ ਬਾਰੇ ਤਾਂ ਸੋਚੀਏ ਆਪਾਂ। ਕੀ ਮਤਲਬ ਹੈ ਤੁਹਾਡਾ? ਲੈ, ਹੁਣ ਮਤਲਬ ਵੀ ਮੈਂ ਸਮਝਾਵਾਂ। ਮੈਂ ਕਿਹਾ ਜੀ ਕੁੜੀ ਆਪਣੇ ਘਰੇ ਜਵਾਨ ਬੈਠੀ ਆ, ਉਹਨੂੰ ਤੋਰਨ ਬਾਰੇ ਸੋਚੋ। ਇਹ ਗੱਲ ਤਾਂ ਮੈਂ ਵੀ ਹਮੇਸ਼ਾ ਸੋਚਦਾ ਰਹਿੰਦਾ ਕਿ ਇਸ ਜ਼ਿੰਮੇਵਾਰੀ ਨੂੰ ਛੇਤੀ ਤੋਂ ਛੇਤੀ ਨਿਭਾਵਾਂ, ਪਰ ਕੋਈ ਚੰਗਾ ਮੁੰਡਾ ਮਿਲੇ ਤਾਂ ਹੈ ਨਾ। ਲੈ, ਚੰਗਾ ਮੁੰਡਾ ਤਾਂ ਤੁਹਾਡੇ ਅੱਖਾਂ ਮੂਹਰੇ ਬੈਠਾ, ਸਾਹਮਣੇ ਬੈਠਾ ਤਾਂ ਹੈ, ਦੇਖੋ ਤਾਂ ਸਹੀ। ਕਿਹੜਾ? ਆਹਾ, ਲੈ ਦੇਖੋ ਕਿੰਨਾ ਸੁਨੱਖਾ। ਇਹ ਮੁੰਡਾ ਹੈ? ਇਹ ਤਾਂ ਦੋਜੀ ਹੈ। ਦੋਜੀ ਕਿਹੜਾ ਸੀਮੈਂਟ ਦਾ ਬਣਿਆ ਹੋਇਆ ਜੀ? ਇੱਕ ਗੱਲ ਯਾਦ ਰੱਖਿਓ ਚਾਚਾ ਜੀ, ਤੁਹਾਡੀ ਧੀ ਨੂੰ ਜਿੰਨਾ ਮੈਂ ਖੁਸ਼ ਰੱਖ ਸਕਦਾ ਕੋਈ ਨਹੀਂ ਰੱਖ ਸਕਦਾ। ਪੂਰੇ ਦੁੱਧ ਮੱਖਣਾਂ ਦੇ ਵਿੱਚ ਖੇਡੂਗੀ। ਹਾਂਜੀ ਡੈਡੀ ਜੀ, ਮੈਂ ਇਹਨਾਂ ਨਾਲ ਬਹੁਤ ਖੁਸ਼ ਰਹੂੰਗੀ। ਲੈ, ਜੇ ਜਵਾਕ ਖੁਸ਼ ਨੇ ਆਪਾਂ ਹੋਰ ਕੀ ਲੈਣਾ।
ਕਰੋ ਡਬਲ ਖੁਸ਼ੀਆਂ, ਦਿਓ ਹੱਥ, ਫੜਾਓ ਇਹਨਾਂ ਨੂੰ। ਲਓ ਲਓ ਪੁੱਤ ਫੜੋ। ਆ ਇਧਰਲਾ ਨੇੜੇ ਪੈਂਦਾ ਸੀਗਾ ਜੀ। ਚਲੋ ਮੁਬਾਰਕਾਂ ਜੀ, ਮੈਂ ਤੁਹਾਡੇ ਵਾਸਤੇ ਚਾਹ ਬਣਾਉਂਦਾ। ਡੈਡੀ ਜੀ ਮੇਰੇ ਵਾਸਤੇ ਦੁੱਧ 'ਚ ਪੱਤੀ ਪਾ ਲਿਆਇਓ। ਉਹ ਮੂਰਖਾ, ਦੁੱਧ 'ਚ ਹੀ ਪੱਤੀ ਪਾਈ ਹੈ, ਹੋਰ ਕਿਹੜੀ ਦੁੱਧ ਪੱਤੀ ਭਾਲਦਾ ਹੈ ਤੂੰ? ਮੇਰੀ ਗੱਲ ਸੁਣੋ ਜੀ, ਚਾਹ ਨਾ ਮੈਂ ਬਣਾਉਣੀ ਆ। ਚੁੱਲ੍ਹੇ ਚੌਂਕੇ 'ਚ ਤਾਂ ਔਰਤਾਂ ਹੀ ਵਧੀਆ ਲੱਗਦੀਆਂ ਚਾਹ ਬਣਾਉਂਦੀਆਂ। ਅੱਜ ਤਾਂ ਤੂੰ ਬਣਾ ਦੇਂਗੀ, ਪਰ ਤੀ ਤੋਰਨ ਤੋਂ ਬਾਅਦ ਸਾਰੀ ਉਮਰ ਹੱਥ ਤਾਂ ਮੈਂ ਹੀ ਲੂਣੇ ਆ। ਮੈਂ ਕਿਹਾ ਜੀ ਤੁਸੀਂ ਹੁਕਮ ਤਾਂ ਕਰੋ, ਮੈਂ ਤਾਂ ਸਾਰੀ ਉਮਰ ਚਾਹ ਬਣਾਉਣ ਵਾਸਤੇ ਤਿਆਰ ਆ। बस चाय बनाया करेंगी? हाँ? कि सारा काम करया करेंगी? सारे कर दो। ਹੋਰ ਕਾਕਾ, ਭਜਨ ਸਿੰਘ ਹੋਰੀ ਸਭ ਠੀਕ ਨੇ? ਸਾਰੇ ਬਹੁਤ ਵਧੀਆ ਨੇ ਜੀ, ਸਭ ਠੀਕ ਠਾਕ ਹੈ। ਅੱਜ ਕਿਵੇਂ ਅਚਾਨਕ ਆਉਣਾ ਹੋਇਆ? ਦੇਖੋ ਮਾਂ ਜੀ, ਮੈਨੂੰ ਘੁਮਾ ਫਿਰਾ ਕੇ ਗੱਲ ਕਰਨ ਦੀ ਆਦਤ ਨਹੀਂ, ਹਨਾ? ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਆਪਣੇ ਮੁੰਡੇ ਲਈ ਕੁੜੀ ਲੱਭ ਰਹੇ ਹੋ। ਬਿਲਕੁਲ। ਤੇ ਬਸ ਮੇਰੀ ਵੀ ਇੱਕ ਭੈਣ ਹੈ। ਅੱਛਾ। ਇੱਕ ਮਿੰਟ। ਹਾਂ ਗੋਲੂ, ਉਹਨਾਂ ਨੂੰ ਕਹਿ 80 ਕਿੱਲਿਆਂ ਦਾ ਸਰਦਾਰ ਹੈ, ਕੋਈ ਸੜਕ ਤੁਰਦਾ ਆਦਮੀ ਥੋੜੀ ਹੈ। ਹਰ ਗੱਲ ਸੰਭਲ ਕੇ ਕਰਿਆ ਕਰੋ, ਚੰਗਾ? ਹਾਂ, ਰੱਖ ਰੱਖ। ਹਾਂ ਕਾਕਾ, ਆਪਣੀ ਭੈਣ ਬਾਰੇ ਗੱਲ ਕਰ ਰਿਹਾ ਸੀ। ਦੇਖੋ ਮਾਂ ਜੀ, ਮੇਰੀ ਇੱਕੋ ਇੱਕ ਭੈਣ ਹੈ ਤੇ ਮੈਂ ਉਹਦਾ ਰਿਸ਼ਤਾ ਪੱਕਾ ਕਰ ਚੁੱਕਾ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਆਪਣੇ ਮੁੰਡੇ ਨੂੰ ਸਮਝਾਓ। ਉਹ ਮੇਰੀ ਭੈਣ ਮਗਰ ਹੱਥ ਧੋ ਕੇ ਪਿਆ ਹੋਇਆ, ਉਹਨੂੰ ਆਪਣੀਆਂ ਚਾਲਾਂ 'ਚ ਫਸਾਈ ਜਾਂਦਾ। ਮੈਂ ਉਹਨੂੰ ਬਥੇਰਾ ਸਮਝਾਇਆ, ਪਰ ਉਹ ਹਟਦਾ ਨਹੀਂ। ਕਿਤੇ ਐਂ ਨਾ ਹੋਵੇ ਬਈ ਮੁੰਡੇ ਦਾ ਸਿਹਰਾ ਖਰੀਦੇ ਉਹਦਾ ਕੱਫਣ ਖਰੀਦ ਲੈ। ਇਹ ਕੀ ਕਹਿ ਰਹੇ? ਆਪਣੇ ਮੁੰਡੇ ਨੂੰ ਸਮਝਾਓ ਮੇਰੀ ਭੈਣ ਤੋਂ ਦੂਰ ਰਹੇ, ਨਹੀਂ ਤਾਂ ਉਹਦੀ ਲਾਸ਼ ਆਏਗੀ। ਇੱਕ ਗੱਲ ਯਾਦ ਰੱਖੀ ਮੇਰੀ, ਕਿਤੇ ਐਂ ਨਾ ਹੋਵੇ ਬਈ ਜਵਾਨੀ ਹੋ ਗਈ ਸੀ ਤੇ ਬੁਢਾਪੇ 'ਚ ਬੇਔਲਾਦ ਹੋ ਜੇ। ਬਾਕੀ ਬਹੁਤੀਆਂ ਗੱਲਾਂ ਕਰਨ ਦੀ ਆਦਤ ਨਹੀਂ, ਚਾਹ 'ਚ ਮਿੱਠਾ ਘੱਟ ਰੱਖਿਆ ਕਰੋ। ਮੈਂ ਅੱਜ ਹੀ ਮਾਹੀ ਨੂੰ ਵਾਪਸ ਲੈ ਕੇ ਆਉਣੀ ਆ। ਹੋਰ ਭੈਣ ਜੀ, ਅਚਾਨਕ ਕਿਵੇਂ ਆਣਾ ਹੋਇਆ? ਖੈਰ ਸੁੱਖ ਤਾਂ ਹੈ? ਜੇ ਖੈਰ ਸੁੱਖ ਹੁੰਦੀ ਤੇ ਅਚਾਨਕ ਕਿਉਂ ਆਉਂਦੀ? ਕੀ ਗੱਲ ਹੋ ਗਈ ਭੈਣ ਜੀ? ਗੱਲ ਸਮਝ ਨਹੀਂ ਲੱਗੀ ਮੈਨੂੰ। ਭਾਈ ਸਾਹਿਬ, ਮਾਹੀ ਨੇ ਪਿੰਡ ਵਿੱਚ ਕੀ ਕੀਤਾ ਤੁਸੀਂ ਸਭ ਜਾਣਦੇ ਹੋ, ਪਰ ਸਰਦਾਰੇ ਦਾ ਪਰਿਵਾਰ ਪਤਾ ਨਹੀਂ ਕਿਉਂ ਹੰਕਾਰਿਆ ਪਿਆ। ਮਾਂ ਤੂੰ ਫਿਕਰ ਨਾ ਕਰ, ਇਹਦੇ ਤੇ ਚੱਲਣ ਵਾਲੀ ਗੋਲੀ ਪਹਿਲਾਂ ਮੇਰੀ ਹਿੱਕ 'ਚ ਵੱਜੂ। ਨਾ ਪੁੱਤ ਨਾ, ਐਵੇਂ ਨਹੀਂ ਕਹਿਣਾ। ਮਾਹੀ, ਤੂੰ ਪੁੱਤ ਪਿੰਡ 'ਚ ਰਹਿ ਕੇ ਐਵੇਂ ਵੈਰ ਮੁੱਲ ਲੈ ਰਿਹਾ ਹੈ। ਇਸ ਤੋਂ ਪਹਿਲਾਂ ਕੋਈ ਹੋਰ ਕਾਰਾ ਕਰੇ, ਮੇਰੇ ਨਾਲ ਚੱਲ। ਉਹ ਮਾਂ, ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਮੈਂ ਤਾਂ ਕਮਲ ਨੂੰ ਉਸ ਨਰਕ ਭਰੀ ਜ਼ਿੰਦਗੀ ਚੋਂ ਬਾਹਰ ਕੱਢਣਾ ਬਸ। ਤੇਰੇ ਲਈ ਮਾਂ ਦਾ ਪਿਆਰ ਵੱਡਾ ਹੈ ਜਾਂ ਕਮਲ ਦਾ? ਪੁੱਤ ਕਿੰਨਾ ਵੀ ਵੱਡਾ ਕਿਉਂ ਨਾ ਹੋ ਜੇ, ਉਹਦਾ ਸਿਰ ਤਾਂ ਮਾਂ ਦੇ ਚਰਨਾਂ 'ਚ ਹੀ ਹੁੰਦਾ ਹੈ। ਜੋ ਤੂੰ ਹੁਕਮ ਲਾਏਂਗੀ ਸਿਰ ਮੱਥੇ। ਜੇ ਤੇਰੇ ਲਈ ਮਾਂ ਦਾ ਪਿਆਰ ਵੱਡਾ ਹੈ ਤੇ ਮਾਂ ਦੇ ਕਦਮਾਂ ਤੇ ਕਦਮ ਰੱਖ ਕੇ ਤੁਰ, ਚੱਲ ਮੇਰੇ ਮਗਰ। ਮਾਹੀ, ਮਾਂ ਨੂੰ ਜਵਾਬ ਦੇਣਾ ਰੱਬ ਨੂੰ ਮੋੜਨ ਦੇ ਬਰਾਬਰ ਹੁੰਦਾ ਹੈ। ਤੂੰ ਇੱਕ ਵਾਰੀ ਮਾਂ ਦੇ ਨਾਲ ਚਲਾ ਜਾ। ਹਾਂ, ਇਸ਼ਕ ਦਾ ਰੋਗ ਅਵਲੜਾ ਹੁੰਦਾ, ਜਿਹੜਾ ਜਿਉਂਦਿਆਂ ਮਾਰ ਮੁਕਾਵੇ। ਦਰ ਦਰ ਦੀਆਂ ਉਹ ਖਾਂਦਾ ਠੋਕਰਾਂ, ਜਿਹਨੂੰ ਇਹ ਭੈੜਾ ਲੱਗ ਜਾਵੇ।
ਅਸੀਂ ਸੁੱਕੀਆਂ ਰੁੱਖਾਂ ਦੇ ਉੱਤੇ ਹਾਏ ਅਸੀਂ ਸੁੱਕੀਆਂ ਰੁੱਖਾਂ ਦੇ ਉੱਤੇ ਆਲਣੇ ਆ ਯਾਰਾ ਉੱਡ ਗਏ ਹਵਾ ਚ ਕਿਨੇ ਪਾਲਣੇ ਆ ਯਾਰਾ ਉੱਡ ਗਏ ਹਵਾ ਚ ਕਿਨੇ ਪਾਲਣੇ ਆ ਯਾਰਾ ਅਸੀਂ ਸੁੱਕੀਆਂ ਰੁੱਖਾਂ ਦੇ ਉੱਤੇ ਹੋ ਹਾਏ ਹੋ ਤੈਨੂੰ ਦੇਖਿਆ ਸੀ ਜਦੋਂ ਤੇਰੀ ਹੋ ਗਈ ਸੀ ਦੀਵਾਨੀ ਤੇਰੇ ਨਾਮ ਕਰ ਦਿੱਤੀ ਵੇ ਮੈਂ ਆਪਣੀ ਜਵਾਨੀ ਤੇਰੇ ਨਾਮ ਕਰ ਦਿੱਤੀ ਵੇ ਮੈਂ ਆਪਣੀ ਜਵਾਨੀ ਦਿਨ ਪਿਆਰ ਬਿਨਾ ਹੋਰ ਹੋ ਦਿਨ ਪਿਆਰ ਬਿਨਾ ਹੋਰ ਕਿੰਨੇ ਢਾਲਣੇ ਆ ਯਾਰਾ ਉੱਡ ਗਏ ਹਵਾ ਚ ਕਿਨੇ ਪਾਲਣੇ ਆ ਯਾਰਾ ਉੱਡ ਗਏ ਹਵਾ ਚ ਕਿਨੇ ਪਾਲਣੇ ਆ ਯਾਰਾ ਅਸੀਂ ਸੁੱਕੀਆਂ ਰੁੱਖਾਂ ਦੇ ਉੱਤੇ ਹੋ ਇਸ਼ਕ ਤੂਫਾਨਾਂ ਸਾਨੂੰ ਦੇਣਾ ਜੜੋਂ ਪੁੱਟ ਇੱਥੇ ਨਾ ਹੀ ਰਹਿਣੇ ਆਲਣੇ ਤੇ ਨਾ ਹੀ ਰਹਿਣੇ ਰੁੱਖ ਇੱਥੇ ਨਾ ਹੀ ਰਹਿਣੇ ਆਲਣੇ ਤੇ ਨਾ ਹੀ ਰਹਿਣੇ ਰੁੱਖ ਦੀਵੇ ਵਗਦੀ ਹਵਾ ਚ ਹੋ ਦੀਵੇ ਵਗਦੀ ਹਵਾ ਚ ਕਿਨੇ ਪਾਲਣੇ ਆ ਯਾਰਾ ਉੱਡ ਗਏ ਹਵਾ ਚ ਕਿਨੇ ਪਾਲਣੇ ਆ ਯਾਰਾ ਉੱਡ ਗਏ ਹਵਾ ਚ ਕਿਨੇ ਪਾਲਣੇ ਆ ਯਾਰਾ ਅਸੀਂ ਸੁੱਕੀਆਂ ਰੁੱਖਾਂ ਦੇ ਉੱਤੇ ਹੋ ਹਾਏ ਆ ਗਈ ਸਾਡੀ ਇੱਜ਼ਤ ਗਲੀਆਂ ਚ ਰੋਲ ਕੇ ਤੈਨੂੰ ਭੋਰਾ ਸ਼ਰਮ ਨਹੀਂ ਆਈ ਦੇਖ ਪੁੱਤ ਤੇਰੇ ਕਹਿਣ ਤੇ ਅਸੀਂ ਉਸ ਮੁੰਡੇ ਦੀ ਮਾਂ ਨਾਲ ਤੇਰੇ ਵਿਆਹ ਦੀ ਗੱਲ ਕੀਤੀ ਸੀ ਪਰ ਉਹ ਅੱਧ ਵਿਚਾਲੇ ਛੱਡ ਕੇ ਚਲਾ ਗਿਆ ਇਹਦੇ ਵਿੱਚ ਸਾਡਾ ਕੀ ਕਸੂਰ ਹੈ ਉਹ ਸ਼ੁਕਰ ਕਰ ਹਾਲੇ ਤੇਰਾ ਵਿਆਹ ਨਹੀਂ ਸੀ ਹੋਇਆ ਜੇ ਤੇਰੇ ਵਿਆਹ ਤੋਂ ਬਾਅਦ ਤੈਨੂੰ ਛੱਡ ਕੇ ਚਲੇ ਜਾਂਦਾ ਫਿਰ ਤਾਂ ਅਸੀਂ ਜਮੇ ਹੀ ਪੱਟੇ ਗਏ ਸੀ ਧੀਏ ਜੇ ਸਾਡੀ ਸਕੀ ਧੀ ਹੁੰਦੀ ਸਾਨੂੰ ਇਹ ਦਿਨ ਦੇਖਣੇ ਨਸੀਬ ਨਾ ਹੁੰਦੇ ਧੀਏ ਮੈਂ ਇਹ ਚੁੰਨੀ ਤੇਰੇ ਪੈਰਾਂ 'ਚ ਰੱਖਦੀ ਆ ਭਾਵੇਂ ਪੈਰਾਂ 'ਚ ਰੋਲ ਦੇ ਜਾਂ ਸਿਰ ਤੇ ਰੱਖ ਦੇ ਜੇ ਇਹ ਗੱਲ ਹੈ ਨਾ ਮਾਂ ਤੇ ਮੈਂ ਤੁਹਾਡੀ ਇੱਜ਼ਤ ਪੈਰਾਂ 'ਚ ਨਹੀਂ ਰੁਲਣ ਦੇਣੀ ਤੁਹਾਡੀ ਇੱਜ਼ਤ ਤੁਹਾਡੇ ਸਿਰ ਤੇ ਹੀ ਰਹੇਗੀ
ਮਾਫ ਕਰ ਦੇ ਵੀਰੇ। ਮਾਂ ਬਾਪ ਦੀ ਇੱਜ਼ਤ ਆਪਣੇ ਪੈਰਾਂ 'ਚ ਰੋਲਣ ਵਾਲੀਆਂ ਧੀਆਂ ਨੂੰ ਮਾਫੀ ਨਹੀਂ, ਮੌਤ ਮਿਲਦੀ ਹੈ। ਮੌਤ। ਨਹੀਂ ਨਹੀਂ, ਮੈਂ ਏਦਾਂ ਨਹੀਂ ਹੋਣ ਦੇਵਾਂਗੀ। ਕਮਲ, 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 ਕੀ ਹੋਇਆ? ਰੋ ਕਿਉਂ ਰਹੀ ਹੈ? ਮੈਂ ਤੇਰੇ ਅੱਗੇ ਹੱਥ ਜੋੜਦੀ ਆ, ਮੈਨੂੰ ਜ਼ਹਿਰ ਦੀ ਸ਼ੀਸ਼ੀ ਲਿਆ ਦੇ। ਇੰਜ ਕਿਉਂ ਆਖ ਰਹੀ ਹੈ? ਹਾਂ, ਮੈਂ ਸੱਚ ਆਖਦੀ ਆ। ਮੈਂ ਨਹੀਂ ਜੀਣਾ ਚਾਹੁੰਦੀ, ਮੈਂ ਮਰਨਾ ਚਾਹੁੰਦੀ ਆ। ਚੁੱਪ ਮੈਂ ਕਰ। ਜ਼ਿੰਦਗੀ ਤੋਂ ਤੰਗ ਆ ਚੁੱਕੀ ਆ। ਮੈਂ ਤੇਰੇ ਦਿਲ ਦੀਆਂ ਜਾਣਦੀ ਆ। ਮੈਨੂੰ ਪੂਰਾ ਭਰੋਸਾ ਹੈ ਕਿ ਮਾਹੀ ਜ਼ਰੂਰ ਆਏਗਾ। ਉਹ ਮੈਨੂੰ ਛੱਡ ਕੇ ਜਾ ਚੁੱਕਾ ਹੈ। ਬਸ ਤੂੰ ਮੈਨੂੰ ਜ਼ਹਿਰ ਲਿਆ ਦੇ। ਦਿਲ ਹੌਲਾ ਨਾ ਕਰ, ਹੌਸਲਾ ਰੱਖ। ਤੇਰੀ ਡੋਲੀ ਮਾਹੀ ਨਾਲ ਹੀ ਤੁਰੂ। ਮੇਰੀ ਡੋਲੀ ਕਿਹਦੇ ਨਾਲ ਜਾਏਗੀ, ਕਿਹਦੇ ਨਾਲ ਨਹੀਂ ਜਾਏਗੀ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੂਗਾ। ਹੌਲਦਾਰ ਸਾਹਿਬ, ਤੁਹਾਨੂੰ ਕਿਸੇ ਗੱਲ ਦਾ ਪਤਾ? ਉਹ ਕਿਹੜੀ ਗੱਲ? ਮੇਰਾ 34 ਤਰੀਕ ਨੂੰ ਵਿਆਹ ਪੱਕਾ ਹੋ ਗਿਆ। ਨਾਲੇ ਲੀੜੇ ਲੂੜੇ ਸੰਭਾਲਿਓ। ਉਹ ਗੱਲ ਸੁਣੋ ਜਬਲਿਆ ਜਾ। ਪਹਿਲੇ ਨੰਬਰ ਤੇ ਉਹ ਹੌਲਦਾਰ ਨੇ ਡੀਐਸਪੀ ਹੈ, ਦੂਜੇ ਨੰਬਰ ਤੇ 34 ਤਰੀਕ ਕੋਈ ਨਹੀਂ ਹੁੰਦੀ। ਉਹ ਡੈਡੀ ਜੀ, 34 ਤਰੀਕ ਹੋਵੇ ਚਾਹੇ ਨਾ ਹੋਵੇ, ਪਰ ਮੇਰਾ ਤਾਂ ਹੁੰਦਾ ਨਾ ਪੱਕਾ ਇਲਾਜ। ਉਹ ਜਾ ਯਾਰ, ਤੂੰ ਅੰਦਰ ਜਾ, ਤੇਰਾ ਮੈਂ 1 ਮਿੰਟ 'ਚ ਪੱਕਾ ਇਲਾਜ ਕਰ ਦੂੰ। ਕਰਦਾ ਕੀ ਸਾਲਾ ਕਮਲਾ ਜਿਹਾ। ਚੱਲ ਅੰਦਰ। ਨਾਜਰਾ, ਇਹ ਕਮਲਾ ਜਿਹਾ ਕਿਹੜੇ ਵਿਆਹ ਦੀ ਗੱਲ ਕਰਦਾ? ਉਹ ਕਾਹਦਾ ਯਾਰ, ਲੱਖਾ ਆਪਣੀ ਭੈਣ ਦਾ ਰਿਸ਼ਤਾ ਪੱਕਾ ਕਰਕੇ ਗਿਆ ਇਹਦੇ ਨਾਲ। ਅੱਛਾ। ਉਦੋਂ ਦਾ ਰੌਲਾ ਪਾਈ ਜਾਂਦਾ। ਘਾਟੇ ਦਾ ਸੌਦਾ ਤਾਂ ਲੱਖਾ ਵੀ ਨਹੀਂ ਕਰਦਾ। ਮੈਨੂੰ ਕੋਈ ਚਾਲ ਲੱਗਦੀ ਹੈ ਉਹਦੀ। ਚਾਲ ਕੋਈ ਵੀ ਹੋਵੇ ਡਿਪਟੀ ਸਾਹਿਬ, ਪਰ ਨਾਜਰ ਆਪਣੀ ਬਾਜੀ ਮਾਰ ਹੀ ਲੈਂਦਾ ਹੈ। ਅੱਛਾ, ਕੋਈ ਪਕੌੜੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਆਓ ਭਾਜੀ ਆਓ। ਹੋਰ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ। ਲਓ ਲਓ ਲਓ, ਛਕੋ ਛਕੋ। ਭੈਣ ਜੀ, ਉਹ ਚੱਕ ਲਓ ਹੁਣ। ਵਧਾਈਆਂ ਟੱਪ ਦਿਓ ਕਿੰਨੀ। ਸਭ ਨੂੰ ਵਧਾਈਆਂ। ਕਰੀਏ ਜੀ। ਆ ਕਿੱਥੋਂ ਕੰਮ? ਤੁਹਾਨੂੰ ਜੀ ਵੀ। ਵਧਾਈ। ਹੋਰ ਕਿਵੇਂ ਹੋ? ਹੋਰ ਠੀਕ ਹੋ? ਹਾਂਜੀ ਹਾਂਜੀ। ਹੋਰ ਕਿਵੇਂ ਹੋ? ਆ ਲਓ ਭੈਣ ਜੀ, ਹਾਂਜੀ, ਮੂੰਹ ਮਿੱਠਾ ਕਰੋ। ਤੁਸੀਂ ਵੀ ਕਰੋ ਮੂੰਹ ਮਿੱਠਾ। ਆ ਲਓ, ਤੁਸੀਂ ਵੀ ਖਾਓ। ਚੱਕੋ ਵੀ ਚੱਕੋ, ਲਓ ਪੀਓ। ਖਾਓ ਪੁੱਤ ਤੁਸੀਂ ਵੀ। ਭੈਣ ਜੀ, ਇੰਤਜ਼ਾਮ ਬਹੁਤ ਵਧੀਆ ਕੀਤਾ ਤੁਸੀਂ। ਇਹ ਬਾਅਦ ਚ ਖਾ ਲਾਂਗੇ। ਫਿਕਰ ਨਾ ਕਰ, ਵਿਚਾਲਿਓਂ ਸਾਥ ਨਹੀਂ ਛੱਡਦਾ। ਜੱਟਾਂ ਦੀਆਂ ਦੋ ਹੀ ਚੀਜ਼ਾਂ ਮਸ਼ਹੂਰ ਆ, ਇੱਕ ਯਾਰੀ, ਇੱਕ ਸਰਦਾਰੀ। ਇੱਕ ਸਰਦਾਰੀ, ਇੱਕ ਸਰਦਾਰੀ, ਇੱਕ ਸਰਦਾਰੀ। ਓਏ ਆ ਕਿਹਦੀ ਹਿੰਮਤ ਪੈ ਗਈ ਓਏ ਨਾਜਰ ਸਿੰਘ ਦਾ ਰਾਹ ਰੋਕਣ ਦੀ? ਕਿਹਦੀ ਮੌਤ ਵਾਜਾ ਮਾਰਦੀ ਆ? ਤੁਹਾਡਾ ਬਾਪ ਇੱਥੇ ਖੜਾ ਓਏ। ਬੋਲੇ ਸੋ ਨਿਹਾਲ। ਉਹ ਡੈਡੀ ਜੀ, ਸਾਰੇ ਹੀ ਭੱਜ ਗਏ। ਤੂੰ ਤਾਂ ਮੈਨੂੰ ਛੱਡ ਕੇ ਚਲਾ ਗਿਆ ਚੰਦਰਿਆ, ਪਰ ਮੈਂ ਕਿਸੇ ਹੋਰ ਦੀ ਨਹੀਂ ਹੋ ਸਕਦੀ। ਅੱਛਾ, ਰੱਬ ਰਾਖਾ। ਅਸੀਂ ਕਾਨੂੰਨ ਨੂੰ ਹੱਥ 'ਚ ਲੈਣਾ ਨਹੀਂ ਚਾਹੁੰਦੇ। ਕਾਨੂੰਨ ਮੈਂ ਵੀ ਹੱਥ 'ਚ ਲੈਣਾ ਨਹੀਂ ਚਾਹੁੰਦਾ ਨਾਜਰਾ। ਸ਼ਰਮ ਕਰ ਬੇ, ਸ਼ਰਮ। ਲੋਕਾਂ ਦੀਆਂ ਧੀਆਂ ਭੈਣਾਂ ਚੱਕਣਾ ਹੈ। ਉਹ ਮੇਰੀ ਸੋਚ ਇੰਨੀ ਕਮੀਨੀ ਨਹੀਂ ਕਿ ਮੈਂ ਕਿਸੇ ਦੀ ਇੱਜ਼ਤ ਨਾਲ ਖਿਲਵਾੜ ਕਰਾਂ।
ਜੇ ਕਮਲ ਨੂੰ ਲਿਜਾਣਾ ਹੁੰਦਾ ਨਾ ਤਾਂ ਉਸੇ ਦਿਨ ਭਜਾ ਕੇ ਲੈ ਜਾਂਦਾ ਜਿੱਦੇ ਉਹ ਘਰੋਂ ਭੱਜ ਕੇ ਮੈਨੂੰ ਮਿਲਣ ਆਈ ਸੀ। ਹਥਿਆਰ ਰੱਖ ਦਿਓ। ਆ ਜਾਓ, ਦੇਖ ਲੈਂਦੇ ਆ। ਲੈ ਕੇ ਜਾਊਂਗਾ ਜ਼ਰੂਰ, ਪਰ ਪੂਰੀ ਇੱਜ਼ਤ ਤੇ ਮਾਣ ਨਾਲ। ਜੇ ਹੁਣ ਆਈ ਗਿਆ ਤਾਂ ਕੁਝ ਖਾ ਪੀ ਕੇ ਜਾਈ। ਉਹ ਮੁੰਡਿਓ, ਵਿਆਹ ਵਾਲਿਆਂ ਦੇ ਘਰ ਆਇਆ ਇਹ, ਸੇਵਾ ਸੁਵਾ ਕਰੋ ਇਹਦੀ। ਬੰਦ ਕਰੋ ਇਹ ਲੜਾਈ। ਉਹ ਡੈਡੀ ਜੀ ਉਹ ਆ ਗਿਆ। ਆ ਚੱਕੋ ਜੇਬ ਚ ਪਾਓ, ਫਿਰ ਕੰਮ ਆਊਗਾ। ਲਿਆ ਮੈਨੂੰ ਫੜਾ। ਚੱਲ ਪਾ ਚੱਲ। ਓਏ ਚੱਲ ਓਏ, ਚੱਲ ਆ ਗਿਆ ਓਏ। ਸਾਲਿਆ ਮੈਂ ਭਜਾਣਾ ਤੁਹਾਨੂੰ। ਤੁਸੀਂ ਜੱਟੇ ਜਾਓਗੇ ਨਾ ਵਿਆਹ ਨਹੀਂ ਮਾਰਿਆ ਹੋਇਆ। ਨਾ ਮਾਰ ਤੈਨੂੰ ਅੱਜ ਤੋਂ ਚਲੋ ਚਲੋ। ਥਾਣੇਦਾਰ ਸਾਹਿਬ ਜੋ ਸਾਨੂੰ ਮਾਰਨ ਤੇ ਲੱਗੇ ਹੋਏ ਹੋ। ਮੈਂ ਕਾਨੂੰਨ ਹੱਥ 'ਚ ਤਾਂ ਨਹੀਂ ਲਿਆ। ਨਹੀਂ ਲਿਆ ਨਾ, ਹੁਣ ਇਹਨਾਂ ਹੱਥਾਂ ਨਾਲ ਮੈਂ ਤੇਰੀ ਧੌਣ ਭੰਨੂਗਾ। ਥਾਣੇਦਾਰ ਸਾਹਿਬ, ਮੈਂ ਕੁਝ ਜ਼ਿਆਦਾ ਹੀ ਲਾਲਚ ਵਿੱਚ ਆ ਗਿਆ ਸੀ। ਅੱਜ ਤੁਹਾਡੀ ਸੱਚਾਈ ਦੀ ਤਾਕਤ ਦਾ ਮੈਨੂੰ ਪਤਾ ਲੱਗ ਗਿਆ। ਐ ਸਾਨੂੰ ਮਾਫ ਕਰ ਦਿਓ ਜੀ, ਮਾਫੀ ਮੰਗੋ। ਬੜੇ ਫੋਨ ਕਰਦਾ ਸੀ ਨਾ, ਵਰਦੀ ਲਵਾ ਦੂੰ, ਉਹ ਲਵਾ ਦੂੰ। ਗੱਲ ਸੁਣ ਲਾ ਮੇਰੀ। ਹਾਂਜੀ। ਮੇਰੇ ਵਰਦੀ ਪਾਈ ਹੋਵੇ ਜਾਂ ਲਾਈ ਹੋਵੇ, ਮੈਂ ਹਮੇਸ਼ਾ ਸੱਚਾਈ ਨਾਲ ਖੜਨ ਵਾਲਾ ਬੰਦਾ। ਹਾਂਜੀ ਹਾਂਜੀ। ਕਰ ਫੋਨ ਸਾਇਆ, ਕਰ ਫੋਨ। ਓਏ ਹੁਣ ਤਾਂ ਚੁੱਪ ਕਰ ਜਾ। ਜੀ ਤੁਹਾਡਾ ਤਾਂ ਪੱਕਾ ਲਾਜ ਕਰਦਾ। ਆ ਚੱਕ ਬਈ। ਕਮਲ ਛੇਤੀ ਚੱਲ, ਮਾਹੀ ਆ ਗਿਆ ਤੈਨੂੰ ਲੈਣ ਲਈ। ਬਹੁਤ ਜ਼ਮੀਨ ਕਰਦਾ ਸੀ ਨਾ, ਹੁਣ ਲੈ ਜੀ ਜ਼ਮੀਨ ਹਿੱਕ ਤੇ ਧਰ ਕੇ। ਨਾ ਪੁੱਤ ਨਾ, ਮੇਰੇ ਪੁੱਤ ਨੂੰ ਨਾ ਮਾਰੀ।
ਮੈਨੂੰ ਕੁਝ ਨਹੀਂ ਚਾਹੀਦਾ, ਮੇਰੇ ਪੁੱਤ ਦੀ ਜਾਨ ਬਖਸ਼ ਦੇ। ਤੂੰ ਤਾਂ ਮਾਂ ਕਹਾਉਣ ਦੇ ਵੀ ਕਾਬਿਲ ਨਹੀਂ। ਪਿੱਛੇ ਹਟ ਜਾ, ਨਹੀਂ ਤਾਂ ਦੋਹੇ ਮਾਂ ਪੁੱਤ ਨੂੰ ਇੱਕੋ ਗੋਲੀ 'ਚ ਪਰੋ ਦੂੰ। ਪਿੱਛੇ ਹਟ। ਮਾਹੀ, ਕਮਲ, ਨਹੀਂ ਮਾਹੀ, ਮੇਰੇ ਵੀਰ ਨੂੰ ਗੋਲੀ ਨਾ ਮਾਰੀ। ਕਮਲ ਪਿੱਛੇ ਹਟ ਜਾ। ਦੇਖ ਮਾਹੀ, ਜੇ ਤੂੰ ਮੇਰੇ ਵੀਰ ਨੂੰ ਗੋਲੀ ਮਾਰੀ ਤੇ ਇਹਨੇ ਮਰ ਜਾਣਾ ਹੈ ਤੇ ਤੂੰ ਜੇਲ੍ਹ ਚਲੇ ਜਾਣਾ ਹੈ। ਭਾਵੇਂ ਚੰਗਾ ਭਾਵੇਂ ਮਾੜਾ, ਪਰ ਹੈ ਤਾਂ ਮੇਰਾ ਵੀਰ ਹੀ ਨਾ। ਕਮਲ, ਮੈਂ ਤੇਰੇ ਤੇ ਹੋਏ ਜ਼ੁਲਮ ਦਾ ਹਿਸਾਬ ਲੈਣਾ, ਇਸ ਤੋਂ ਪਿੱਛੇ ਹਟ ਜਾ ਕਮਲ। ਇਹ ਸਾਰੀ ਲੜਾਈ ਦੀ ਜੜ ਮੈਂ ਹੀ ਹੈਗੀ ਆ ਨਾ, ਤਾਂ ਮੈਂ ਇਸ ਲੜਾਈ ਦੀ ਜੜ ਨੂੰ ਹੀ ਖਤਮ ਕਰ ਦਿੰਨੀ ਆ। ਤੂੰ ਮਾਰਨਾ ਹੀ ਹੈ ਤਾਂ ਮੈਨੂੰ ਮਾਰ ਦੇ। ਵੀਰੇ, ਮੇਰੇ ਮਰਨ ਤੋਂ ਬਾਅਦ ਮੇਰੀ ਸਾਰੀ ਜਾਇਦਾਦ ਤੈਨੂੰ ਮਿਲ ਜਾਵੇਗੀ। ਮਾਹੀ, ਜੇ ਸਾਡਾ ਪਿਆਰ ਸੱਚਾ ਹੋਇਆ ਨਾ ਤੇ ਅਸੀਂ ਅਗਲੇ ਜਨਮ 'ਚ ਜ਼ਰੂਰ ਮਿਲਾਂਗੇ। ਬੀਜੀ, ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ, ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰ ਦਿਓ, ਮਾਫ ਕਰ ਦਿਓ। ਮਾਂ ਜੀ, ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ। ਸਾਡੀਆਂ ਖੁਸ਼ੀਆਂ ਤੇ ਅਰਮਾਨਾਂ ਨੂੰ ਸਮਝਿਆ ਜਾਵੇ। ਅਸੀਂ ਆਪਣੇ ਮਾਪਿਆਂ ਦੀ ਇੱਜ਼ਤ ਤੇ ਦਾਗ ਨਹੀਂ ਲੱਗਣ ਦੇਵਾਂਗੀਆਂ। ਮਾਹੀ, ਮੈਂ ਤੇਰੇ ਅੱਗੇ ਹੱਥ ਜੋੜਦੀ ਆ, ਤੂੰ ਇੱਥੋਂ ਜਾ। ਸ਼ੁਦਾਈਆਂ ਮੈਂ, ਜਿਹੜਾ ਤੇਰੇ ਪਿੱਛੇ ਇੱਥੇ ਲੜ ਰਿਹਾ, ਮਰ ਰਿਹਾ। ਰੁਕ। ਕਮਲ, ਐਵੇਂ ਕਿਵੇਂ ਚੱਲ ਜਾਏਗਾ? ਕਿਹਾ ਹੀ ਨਾ ਮੈਂ ਵੀ ਵਿਆਹ ਤੇ ਆਇਆ ਤੇ ਕੁਝ ਖਾ ਪੀ ਕੇ ਜਾਈ। ਉਹ ਗੱਲੂ, ਮੂੰਹ ਮਿੱਠਾ ਕਰ, ਇਸ ਘਰ ਦਾ ਹੋਣ ਵਾਲਾ ਜਵਾਈ ਹੈ ਇਹ। ਮੈਨੂੰ ਮਾਫ ਕਰੀ ਛੋਟੇ ਵੀਰ, ਮੈਂ ਲਾਲਚ ਚੰਨਾ ਹੋ ਕੇ ਸਭ ਭੁੱਲ ਗਿਆ ਸੀ। ਤੂੰ ਵੀ ਮਾਫ ਕਰੀ ਭੈਣੇ, ਮੈਂ ਤੈਨੂੰ ਸਮਝ ਨਹੀਂ ਸਕਿਆ। ਪਰਮਾਤਮਾ ਤੁਹਾਨੂੰ ਦੋਨਾਂ ਨੂੰ ਖੁਸ਼ ਰੱਖੇ। ਬੇਬੇ, ਡੈਡੀ ਜੀ, ਉਹਦਾ ਤਾਂ ਪੱਕਾ ਇਲਾਜ ਹੋ ਗਿਆ, ਹੁਣ ਮੇਰਾ। ਓਏ ਚੁੱਪ ਕਰ ਸਾਲਿਆ, ਅੱਗੇ ਬਤੇਰੀ ਹੋ ਗਈ ਹੈ ਮੇਰੇ ਨਾਲ। ਲਿਆ ਮਾਹੀ ਪਿਸਟਲ, ਮੈਂ ਹੁਣ ਆਪਦਾ ਕੰਮ ਵੀ ਨਿਬੇੜ ਹੀ ਲਵਾਂ। ਉਹ ਗੱਲ ਸੁਣ ਮੇਰੀ, ਤੁਹਾਡਾ ਕੰਮ ਥੋਤੋਂ ਨਹੀਂ ਨਿਬੜਨਾ, ਇਹ ਮਸਲਾ ਮੈਂ ਹੀ ਨਿਬੇੜਦਾ। ਚੱਲ ਤੁਰ ਹੁਣ। ਇਹ ਆ ਇੱਥੇ। ਨਾ ਬਾਈ, ਐਂ ਦੱਸ ਵੀ ਮੇਰਾ ਕਸੂਰ ਕੀ ਹੈ? ਤੇਰਾ ਕਸੂਰ ਨਹੀਂਗਾ, ਰੋਜ਼ ਤੂੰ ਝੂਠ ਬੋਲਦਾ। ਕਦੇ ਟਾਇਰ ਪੈਂਚਰ ਹੋ ਗਿਆ, ਕਦੇ ਮੋਟਰ ਚਲਾਉਣ ਜਾਣਾ, ਕਦੇ ਉਹ ਕਰਦਾ। ਕੀ ਕਰੀਏ ਬਾਈ, ਮਜਬੂਰੀ ਹੈ। ਝੂਠ ਬੋਲਣ ਨੂੰ ਕਿਹਦਾ ਜੀ ਕਰਦਾ? ਅੱਛਾ, ਤਾਂ ਅੱਜ ਫਿਰ ਆਪਾਂ ਪੱਕਾ ਇਲਾਜ ਕਰ ਦਿੰਦੇ ਆ। ਹੁਣ ਜਿਹੜੀ ਤੇਰੀ ਬਿਜਲੀ ਆ 24 ਘੰਟੇ ਤੇਰੇ ਕੋਲੇ ਰਹੂਗੀ। ਲਿਆ ਓਏ।